अष्टपदी 8वीं। ब्रह्म ज्ञानी की महिमा। ब्रह्म ज्ञानी आप निरंकार है, अनंत बेअंत, अगम अगोचर, अपरंपार, धन धन श्री पार ब्रह्म परमेश्वर ਅਤੇ ਗੁਰੂ ਦੀ ਗੁਰਪ੍ਰਸਾਦੀ ਗੁਰਕਿਰਪਾ ਨਾਲ ਆਓ ਸਾਰੇ ਗੁਰਪ੍ਰਸਾਦ ਅਨਾਦ ਬਖਸ਼ਿਆਂ ਲਈ ਬੇਨਤੀਆਂ ਕਰੀਏ ਤਾਂ ਕਿ ਅਸੀਂ ਸੁਖਮਨੀ ਸਾਹਿਬ ਦੀ 8ਵੀਂ ਅਸ਼ਟਪਦੀ ਵਿੱਚ ਬਿਆਨ ਕੀਤੀ ਗਈ ਬ੍ਰਹਮ ਗਿਆਨੀ ਦੀ ਸੁੰਦਰ ਅਤੇ ਬੇਅੰਤ ਮਹਿਮਾ ਦੀ ਇੱਕ ਝਲਕ ਦਾ ਆਨੰਦ ਮਾਣ ਸਕੀਏ। ਮਾਨ ਸਰੋਵਰ ਵਿੱਚ ਰਹਿਣ ਵਾਲੀਆਂ ਐਸੀਆਂ ਰੂਹਾਂ ਦੀ ਬੇਅੰਤ ਮਹਿਮਾ ਦੀ ਇੱਕ ਝਲਕ ਨਾਲ ਆਪਣਾ ਜੀਵਨ ਸਫਲ ਕਰ ਸਕੀਏ। ਸੰਗਤ ਵਿੱਚ ਦਰਗਾਹ ਪ੍ਰਗਟ ਕਰਨ ਵਾਲੀਆਂ ਐਸੀਆਂ ਮਹਾਨ ਰੂਹਾਂ ਦੀ ਬੇਅੰਤ ਮਹਿਮਾ ਦੀ ਇੱਕ ਝਲਕ ਵੇਖ ਸਕੀਏ। ਇਸ ਮਹਾਨ ਪੂਰਨ ਬ੍ਰਹਮ ਗਿਆਨ ਨੂੰ ਸਮਝ ਸਕੀਏ। ਇਸ ਸੁੰਦਰ ਅਸ਼ਟਪਦੀ ਵਿੱਚ ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਬੇਅੰਤ ਦਿਆਲਤਾ ਨਾਲ ਸਾਨੂੰ ਇੱਕ ਬ੍ਰਹਮ ਗਿਆਨੀ ਦੀ ਬੇਅੰਤ ਮਹਿਮਾ ਬਾਰੇ ਪੂਰਨ ਬ੍ਰਹਮ ਗਿਆਨ ਬਖਸ਼ਿਆ ਹੈ। ਗੁਰੂ ਪਾਤਸ਼ਾਹ ਜੀ ਇਹ ਵਿਖਿਆਨ ਕਰਦੇ ਹਨ ਕਿ ਬ੍ਰਹਮ ਗਿਆਨੀ ਕੀ ਹੈ, ਉਸ ਦੀ ਬੇਅੰਤ ਮਹਿਮਾ ਕੀ ਹੈ ਅਤੇ ਉਸ ਦੀਆਂ ਅਪਾਰ ਰੂਹਾਨੀ ਸ਼ਕਤੀਆਂ ਕੀ ਹਨ। ਆਓ ਅਸੀਂ ਇੱਕ ਨਿਮਾਣਾ, ਸੱਚਾ, ਭਰੋਸੇ, ਪਿਆਰ ਅਤੇ ਸ਼ਰਧਾ ਨਾਲ ਭਰਪੂਰ ਯਤਨ ਇਹ ਸਮਝਣ ਲਈ ਕਰੀਏ ਕਿ ਇੱਕ ਬ੍ਰਹਮ ਗਿਆਨੀ ਦੀ ਮਹਿਮਾ ਕੀ ਹੈ। ਜੋ ਮਨੁੱਖ ਗੁਰਬਾਣੀ ਉੱਪਰ ਸ਼ਰਧਾ, ਪ੍ਰੀਤ ਅਤੇ ਵਿਸ਼ਵਾਸ ਕਰਦੇ ਹਨ, ਗੁਰਬਾਣੀ ਉਹਨਾਂ ਮਨੁੱਖਾਂ ਦਾ ਮਾਰਗਦਰਸ਼ਨ ਕਰਦੀ ਹੈ ਅਤੇ ਐਸੇ ਮਨੁੱਖ ਗੁਰਬਾਣੀ ਨੂੰ ਆਪਣੀ ਕਰਨੀ ਵਿੱਚ ਲੈ ਕੇ ਆਉਂਦੇ ਹਨ, ਜਿਸ ਨਾਲ ਐਸੇ ਮਨੁੱਖ ਉਹ ਸਭ ਕੁਝ ਪ੍ਰਾਪਤ ਕਰ ਲੈਂਦੇ ਹਨ ਜੋ ਗੁਰਬਾਣੀ ਦੱਸਦੀ ਹੈ ਅਤੇ ਅੰਤ ਵਿੱਚ ਉਹ ਗੁਰਬਾਣੀ ਬਣ ਜਾਂਦੇ ਹਨ। ਜੋ ਮਨੁੱਖ ਕੇਵਲ ਗੁਰਬਾਣੀ ਆਪਣੇ ਸਵਾਰਥ ਪੂਰੇ ਕਰਨ ਲਈ ਨਿਤਨੇਮ ਦੇ ਰੂਪ ਵਿੱਚ ਕੇਵਲ ਰੋਜ਼ ਪੜ੍ਹਦੇ ਹਨ, ਗੁਰਬਾਣੀ ਉਹਨਾਂ ਦਾ ਮਾਰਗਦਰਸ਼ਨ ਨਹੀਂ ਕਰਦੀ ਅਤੇ ਐਸੇ ਮਨੁੱਖਾਂ ਦੀ ਕੋਈ ਰੂਹਾਨੀ ਤਰੱਕੀ ਨਹੀਂ ਹੁੰਦੀ। ਉਹ ਸਾਰੀ ਉਮਰ ਕੋਈ ਰੂਹਾਨੀ ਉਪਲਬਧੀ ਤੋਂ ਬਿਨਾਂ ਗੁਆ ਕੇ ਸੰਸਾਰ ਛੱਡ ਜਾਂਦੇ ਹਨ ਅਤੇ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ। ਇਹ ਬਹੁਤ ਹੀ ਜ਼ਰੂਰੀ ਇੱਥੇ ਦੱਸਣ ਵਾਲੀ ਗੱਲ ਹੈ ਕਿ ਜੇਕਰ ਅਸੀਂ ਇਹ ਸਮਝਣ ਅਤੇ ਵਿਸ਼ਵਾਸ ਕਰਨ ਦੇ ਯੋਗ ਹੋ ਸਕੀਏ ਕਿ ਗੁਰਬਾਣੀ ਇੱਕ ਬ੍ਰਹਮ ਗਿਆਨੀ ਬਾਰੇ ਕੀ ਕਹਿੰਦੀ ਹੈ, ਤਾਂ ਸਾਨੂੰ ਪੂਰਾ ਯਕੀਨ ਹੈ ਕਿ ਇਹ ਸਾਡੀ ਸੱਚਖੰਡ ਵਾਲੀ ਰੂਹਾਨੀ ਯਾਤਰਾ ਅੱਗੇ ਵਧਣ ਲਈ ਬਹੁਤ ਹੀ ਫਲਦਾਇਕ ਸਿੱਧ ਹੋਵੇਗੀ। ਪੂਰਨ ਸ਼ਰਧਾ ਅਤੇ ਵਿਸ਼ਵਾਸ ਹੀ ਚਾਬੀ ਹੈ ਜਿਹੜੀ ਸਾਨੂੰ ਦ੍ਰਿੜਤਾ ਅਤੇ ਸਮਰਪਣ, ਪੂਰਨ ਭਗਤੀ ਅਤੇ ਪਿਆਰ, ਯਕੀਨ ਅਤੇ ਭਰੋਸੇ, ਜੋ ਕਿ ਪੂਰਨ ਭਗਤੀ ਦੇ ਜ਼ਰੂਰੀ ਤੱਤ ਹਨ, ਵੱਲ ਲੈ ਜਾਵੇਗੀ। ਪੰਚਮ ਪਾਤਸ਼ਾਹ ਜੀ ਦੁਆਰਾ ਬੜੇ ਸੁੰਦਰ ਢੰਗ ਨਾਲ ਇਸ ਅਸ਼ਟਪਦੀ ਵਿੱਚ ਬ੍ਰਹਮ ਗਿਆਨੀ ਦੇ ਬ੍ਰਹਮ ਗੁਣਾ, ਮਹਿਮਾ ਅਤੇ ਰੂਹਾਨੀ ਸ਼ਕਤੀਆਂ ਬਾਰੇ ਦੱਸਿਆ ਗਿਆ ਹੈ। ਬ੍ਰਹਮ ਗਿਆਨੀ ਰੂਹ ਦੀ ਸਰਵ ਉੱਤਮ ਰੂਹਾਨੀ ਅਵਸਥਾ, ਆਤਮਕ ਅਵਸਥਾ ਹੈ ਜਿਹੜੀ ਕੋਈ ਵੀ ਮਨੁੱਖ ਪ੍ਰਾਪਤ ਕਰ ਸਕਦਾ ਹੈ। ਅਜਿਹੀ ਉੱਚ ਰੂਹਾਨੀ ਅਵਸਥਾ ਕੇਵਲ ਅਕਾਲ ਪੁਰਖ ਦੀ ਅਨਾਦ ਬਖਸ਼ਿਸ਼ ਗੁਰਪ੍ਰਸਾਦ ਨਾਲ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਅਨਾਦ ਬਖਸ਼ਿਸ਼ ਦੀ ਰਹਿਮਤ ਪਾਰਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਕੁਝ ਬਹੁਤ ਹੀ ਦੁਰਲਭ ਰੂਹਾਂ ਉੱਪਰ ਹੀ ਹੁੰਦੀ ਹੈ। ਦੂਸਰੇ ਸ਼ਬਦਾਂ ਵਿੱਚ ਅਜਿਹੀਆਂ ਰੂਹਾਂ ਬਹੁਤ ਹੀ ਦੁਰਲਭ ਹਨ। ਇੱਥੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਐਸੀ ਰੂਹ ਵਿੱਚ ਕੋਈ ਅੰਤਰ ਨਹੀਂ ਰਹਿ ਜਾਂਦਾ। ਅਜਿਹੀਆਂ ਰੂਹਾਂ ਸਦਾ ਸੁਹਾਗਣ ਹੁੰਦੀਆਂ ਹਨ ਅਤੇ ਪੂਰੀ ਤਰ੍ਹਾਂ ਬ੍ਰਹਮ ਗੁਣਾਂ ਨਾਲ, ਬ੍ਰਹਮ ਸ਼ਕਤੀਆਂ ਨਾਲ ਭਰਪੂਰ ਹੁੰਦੀਆਂ ਹਨ। ਇਸ ਅਸ਼ਟਪਦੀ ਵਿੱਚ ਇਹਨਾਂ ਬ੍ਰਹਮ ਗੁਣਾਂ, ਬ੍ਰਹਮ ਸ਼ਕਤੀਆਂ ਉੱਪਰ ਇੱਕ ਝਾਤੀ ਪਾਈ ਗਈ ਹੈ। ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਜੀ ਨੇ ਅਜਿਹੀਆਂ ਰੂਹਾਂ ਲਈ ਨਾਰੀ ਦਾ ਰੂਪਕ ਵਰਤਿਆ ਹੈ ਅਤੇ ਪਰਮਾਤਮਾ ਲਈ ਨਰ ਦਾ। ਰੂਹ ਅਤੇ ਪਰਮਾਤਮਾ ਦੇ ਮੇਲ ਨੂੰ ਬ੍ਰਹਮ ਵਿਆਹ ਦਰਸਾਇਆ ਹੈ। ਇਹ ਅਸਲੀ ਦਰਗਾਹੀ ਆਨੰਦ ਕਾਰਜ ਹੈ। ਹਰ ਰੂਹ ਦੁਹਾਗਣ ਅਣਵਿਆਹਤਾ ਤੋਂ ਸ਼ੁਰੂ ਕਰਦੀ ਹੈ। ਜਦ ਉਹ ਗੁਰੂ ਵਿਚੋਲੇ ਨੂੰ ਮਿਲਦੀ ਹੈ ਅਤੇ ਉਸਦੇ ਗੁਰਪ੍ਰਸਾਦੀ ਨਾਮ ਨਾਲ ਬਖਸ਼ੀ ਜਾਂਦੀ ਹੈ ਤਾਂ ਉਹ ਸੁਹਾਗਣ ਬਣ ਜਾਂਦੀ ਹੈ ਅਤੇ ਕਰਮਖੰਡ, ਮਹਿਰਾਮਤ, ਬਖਸ਼ਿਸ਼ ਦੀ ਅਵਸਥਾ ਵਿੱਚ ਅੱਪੜ ਜਾਂਦੀ ਹੈ।
ਜਦ ਉਹ ਪ੍ਰਮਾਤਮਾ ਪਤੀ ਖਸਮ ਨਾਲ ਵਿਆਹ ਪੂਰਾ ਕਰ ਲੈਂਦੀ ਹੈ ਤਾਂ ਉਹ ਸੱਚਖੰਡ ਦੀ ਅਵਸਥਾ ਵਿੱਚ ਇੱਕ ਸਦਾ ਸੁਹਾਗਣ ਬਣ ਜਾਂਦੀ ਹੈ। ਆਓ ਇਸ ਰੂਹਾਨੀ ਯਾਤਰਾ 'ਤੇ ਜੋ ਸਾਡੀ ਰੂਹ ਨੇ ਪੂਰੀ ਕਰਨੀ ਹੈ ਉਸ ਉੱਪਰ ਵਿਸਤਾਰ ਨਾਲ ਝਾਤੀ ਪਾਈਏ। ਰੂਹ ਸੁਹਾਗਣ ਬਣਦੀ ਹੈ ਜਦੋਂ ਉਹ ਏਕ ਬੂੰਦ ਅੰਮ੍ਰਿਤ ਤ੍ਰਿਕੁਟੀ ਵਿੱਚ ਪ੍ਰਾਪਤ ਕਰਦੀ ਹੈ ਅਤੇ ਏਕ ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾ ਮੁਆਇਆ। ਸਾਰੇ ਬਜਰ ਕਪਾਟ ਖੁੱਲ੍ਹ ਜਾਂਦੇ ਹਨ। ਬਿਨ ਵਖਰ ਸੂਨੋ ਕਰਹਾਟ ਗੁਰਮੁਲ ਖੋਲ੍ਹੈ ਬਜਰ ਕਪਾਟ। ਹੋਰ ਵਿਸਤਾਰ ਵਿੱਚ ਜਾਈਏ। ਇਹ ਇਸ ਤਰ੍ਹਾਂ ਵਾਪਰਦਾ ਹੈ, ਜਦ ਗੁਰੂ ਨਾਲ ਸੰਜੋਗ ਬਣਦਾ ਹੈ ਤਾਂ ਗੁਰੂ ਸਾਨੂੰ ਮਿਲਦਾ ਹੈ ਅਤੇ ਸਾਨੂੰ ਗੁਰਪ੍ਰਸਾਦ ਦੀ ਨਾਮ ਦੀ ਬਖਸ਼ਿਸ਼ ਕਰਦਾ ਹੈ ਤਾਂ ਸਾਡੇ ਅੰਦਰਲੀ ਜੋਤ ਜਾਗਰਤ ਹੋਣੀ ਸ਼ੁਰੂ ਹੋ ਜਾਂਦੀ ਹੈ। ਨਾਮ ਅੰਮ੍ਰਿਤ ਸੁਰਤ ਨਾਮ ਵਿੱਚ ਜਾਂਦਾ ਹੈ। ਮਨ ਲਗਾਤਾਰ ਆਧਾਰ 'ਤੇ ਨਾਮ ਜਪਣਾ ਸ਼ੁਰੂ ਕਰਦਾ ਹੈ। ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਅੰਮ੍ਰਿਤ ਸਾਡੀ ਦੇਹੀ ਵਿੱਚ ਬ੍ਰਹਮ ਦੁਆਰਾ ਬਜਰ ਕਪਾਟਾਂ ਰਾਹੀਂ ਵਹਿਣਾ ਸ਼ੁਰੂ ਕਰ ਦਿੰਦਾ ਹੈ। ਸਾਡੇ ਸਿਰ ਵਿੱਚ 5 ਦਰਵਾਜ਼ੇ ਹਨ, ਇੱਕ ਮੱਥੇ ਵਿੱਚ, ਇੱਕ ਸਾਡੇ ਸਿਰ ਦੇ ਦੋਹਾਂ ਪਾਸੇ ਕੰਨਾਂ ਦੇ ਉੱਪਰ ਅਤੇ ਇੱਕ ਸਾਡੇ ਸਿਰ ਦੇ ਪਿਛਲੇ ਪਾਸੇ ਅਤੇ 10 ਦੁਆਰ ਸਿਰ ਦੇ ਉੱਪਰਲੇ ਹਿੱਸੇ ਵਿੱਚ। ਜਦ ਵੀ ਮਨ ਨਾਮ ਸਿਮਰਨ 'ਤੇ ਧਿਆਨ ਲਗਾਉਂਦਾ ਹੈ, ਇਹਨਾਂ ਦਰਵਾਜ਼ਿਆਂ ਰਾਹੀਂ ਰੂਹਾਨੀ ਊਰਜਾ ਅੰਮ੍ਰਿਤ ਅੰਦਰ ਆਉਣਾ ਸ਼ੁਰੂ ਹੋ ਜਾਂਦਾ ਹੈ। ਤਦ ਕੁਝ ਹੀ ਮਿੰਟਾਂ ਵਿੱਚ ਬਖਸ਼ਿਸ਼ਾਂ ਪ੍ਰਾਪਤ ਮਨੁੱਖ ਸਮਾਧੀ ਵਿੱਚ ਚਲਾ ਜਾਂਦਾ ਹੈ। ਇਹ ਉਦੋਂ ਵਾਪਰਦਾ ਹੈ ਜਦੋਂ ਮਹਿਰਾਮਤ ਪ੍ਰਾਪਤ ਮਨੁੱਖ ਗੁਰਬਾਣੀ ਜਾਂ ਕੀਰਤਨ ਵਿੱਚ ਲੀਨ ਹੋ ਜਾਂਦਾ ਹੈ ਜਾਂ ਜਦੋਂ ਉਹ ਇੱਕ ਬ੍ਰਹਮ ਰੂਪ ਸੰਤ ਦੀ ਸੰਗਤ ਵਿੱਚ ਹੁੰਦਾ ਹੈ। ਸ਼ੁਰੂ ਵਿੱਚ ਮਹਿਰਾਮਤ ਵਾਲੇ ਮਨੁੱਖ ਨੂੰ ਸਮਾਧੀ ਵਿੱਚ ਜਾਣ ਲਈ ਕੁਝ ਮਿੰਟ ਲੱਗਦੇ ਹਨ। ਕੁਝ ਸਮੇਂ ਬਾਅਦ ਇਸ ਦੇ ਫਲਸਰੂਪ ਉਹ ਉਸੇ ਵੇਲੇ ਸਮਾਧੀ ਵਿੱਚ ਚਲਾ ਜਾਂਦਾ ਹੈ। ਰੂਹਾਨੀਅਤ ਵਿੱਚ ਐਸੀ ਅਵਸਥਾ ਵਾਲੀ ਰੂਹ ਨੂੰ ਸੁਹਾਗਣ ਕਿਹਾ ਗਿਆ ਹੈ। ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੇ ਇਸ ਰੂਹ ਨੂੰ ਇੱਕ ਬ੍ਰਹਮ ਗਿਆਨੀ ਦੇ ਹਿਰਦੇ ਰਾਹੀਂ ਸੁਹਾਗਣ ਦੇ ਤੌਰ 'ਤੇ ਉਸ ਨੂੰ ਅਨਾਦ ਗੁਰਪ੍ਰਸਾਦੀ ਬਖਸ਼ਿਸ਼ਾਂ ਗੁਰ ਕਿਰਪਾ ਦੇ ਕੇ ਸਵੀਕਾਰ ਕਰ ਲਿਆ ਹੁੰਦਾ ਹੈ। ਬੰਦਗੀ ਦੇ ਇਸ ਪੜਾਅ ਤੋਂ ਅਕਾਲ ਪੁਰਖ ਦੀ ਦਰਗਾਹ ਵਿੱਚ ਭਗਤੀ ਦਾ ਖਾਤਾ ਖੁੱਲ੍ਹ ਜਾਂਦਾ ਹੈ। ਇਸ ਪੜਾਅ ਦੇ ਅਸਲ ਭਗਤੀ ਸ਼ੁਰੂ ਹੁੰਦੀ ਹੈ। ਇਹ ਸਭ ਕਰਮ ਖੰਡ ਵਿੱਚ ਵਾਪਰਦਾ ਹੈ, ਜਿਸ ਨੂੰ ਜਪਜੀ ਸਾਹਿਬ ਵਿੱਚ ਚੌਥਾ ਖੰਡ ਦਰਸਾਇਆ ਗਿਆ ਹੈ। ਇਹ ਬਹੁਤ ਹੀ ਉੱਚੀ ਰੂਹਾਨੀ ਅਵਸਥਾ ਹੁੰਦੀ ਹੈ। ਇਸ ਤਰ੍ਹਾਂ ਰੂਹ ਸੱਚਖੰਡ ਦੇ ਪੰਥ ਉੱਪਰ ਅੱਗੇ ਵਧਣ ਲੱਗ ਪੈਂਦੀ ਹੈ। ਜਦ ਬੰਦਗੀ ਪੂਰਨ ਹੁੰਦੀ ਹੈ ਤਾਂ ਰੂਹ ਸੱਚਖੰਡ ਪ੍ਰਵਾਨ ਹੁੰਦੀ ਹੈ ਤਾਂ ਅਕਾਲ ਪੁਰਖ ਨਾਲ ਇੱਕ ਹੋ ਜਾਂਦੀ ਹੈ। ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਪੂਰੀ ਤਰ੍ਹਾਂ ਅਭੇਦ ਹੋ ਜਾਂਦੀ ਹੈ। ਉਹ ਪਰਮ ਪਦਵੀ ਨੂੰ ਪਹੁੰਚ ਜਾਂਦੀ ਹੈ। ਇੱਥੇ ਹੀ ਸੁਹਾਗਣ ਰੂਹ ਸਦਾ ਸੁਹਾਗਣ ਦੇ ਰੂਪ ਵਿੱਚ ਅਕਾਲ ਪੁਰਖ ਦੀ ਦਰਗਾਹ ਵਿੱਚ ਸਵੀਕਾਰ ਕੀਤੀ ਜਾਂਦੀ ਹੈ। ਪੂਰਨ ਬ੍ਰਹਮ ਗਿਆਨੀ ਸਦਾ ਸੁਹਾਗਣ ਹੈ, ਨਿਰੰਕਾਰ ਰੂਪ ਹੈ। ਜਦੋਂ ਬੰਦਗੀ ਦੀਆਂ 5 ਅਵਸਥਾਵਾਂ ਵਿੱਚੋਂ ਲੰਘਦੇ ਹਾਂ, ਖਾਸ ਤੌਰ 'ਤੇ ਅਖੀਰਲੀਆਂ 2 ਕਰਮਖੰਡ ਅਤੇ ਸੰਚਖੰਡ ਵਿੱਚੋਂ, ਤਦ ਸੁਹਾਗਣ ਨੂੰ ਪਾਰਬ੍ਰਹਮ ਪਰਮੇਸ਼ਰ ਦੁਆਰਾ ਬਣਾਏ ਗਏ ਸਾਰੇ ਬ੍ਰਹਮ ਗੁਣਾਂ ਦਾ ਧਾਰਨੀ ਹੋਣਾ ਪੈਂਦਾ ਹੈ। ਸੁਹਾਗਣ ਨੂੰ ਬੰਦਗੀ ਦੀ ਸਰਵ ਉੱਚ ਅਵਸਥਾ ਤੱਕ ਪਹੁੰਚਣ ਲਈ ਬੰਦਗੀ ਦੇ ਸਾਰੇ ਮਾਇਆ ਦੇ ਇਮਤਿਹਾਨ ਪਾਸ ਕਰਨੇ ਪੈਂਦੇ ਹਨ। ਸੁਹਾਗਣ ਨੂੰ ਇਲਾਹੀ ਪ੍ਰੇਮ ਵਿੱਚ, ਇਲਾਹੀ ਸ਼ਰਧਾ, ਇਲਾਹੀ ਭਰੋਸੇ ਵਿੱਚ ਇਹ ਸਾਬਤ ਕਰਨਾ ਪੈਂਦਾ ਹੈ ਕਿ ਉਸਨੇ ਬੰਦਗੀ ਵਿੱਚ ਸਾਰੇ ਬ੍ਰਹਮ ਗੁਣਾਂ ਨੂੰ ਡੂੰਘਾਈ ਨਾਲ ਪੂਰਨ ਰੂਪ ਵਿੱਚ ਗ੍ਰਹਿਣ ਕਰ ਲਿਆ ਹੈ। ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਇਹਨਾਂ ਬ੍ਰਹਮ ਗੁਣਾਂ ਨੂੰ ਇੱਕ ਸੁਹਾਗਣ ਅਤੇ ਸਦਾ ਸੁਹਾਗਣ ਦੀ ਸੱਚੀ ਪ੍ਰੀਤ, ਸ਼ਰਧਾ ਅਤੇ ਭਰੋਸੇ ਨੂੰ ਮਾਪਣ ਦੇ ਪੈਮਾਨੇ ਵਜੋਂ ਵਰਤਦਾ ਹੈ। ਬ੍ਰਹਮ ਗੁਣਾਂ ਨੂੰ ਸੱਤ ਦੀ ਤਕੜੀ 'ਤੇ ਤੋਲਿਆ ਜਾਂਦਾ ਹੈ ਅਤੇ ਸੁਹਾਗਣ ਨੂੰ ਪਰਖ ਕੇ ਦਰਗਾਹੀ ਖਜ਼ਾਨੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਸੁਹਾਗਣ ਨੂੰ ਸਦਾ ਸੁਹਾਗਣ ਬਣਾ ਕੇ ਦਰਗਾਹ ਵਿੱਚ ਸਦਾ ਲਈ ਮਾਨ ਦਿੱਤਾ ਜਾਂਦਾ ਹੈ।
ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਇਹਨਾਂ ਬ੍ਰਹਮ ਗੁਣਾਂ ਨੂੰ ਸੁਹਾਗਣ ਦੇ ਕੈਂਠੇ ਦੇ 32 ਮਣਕਿਆਂ ਦੀ ਤਰ੍ਹਾਂ ਵੀ ਵੇਖਿਆ ਜਾਣਾ ਚਾਹੁੰਦਾ ਹੈ, ਜੋ ਸਦਾ ਸੁਹਾਗਣ ਆਪਣੇ ਹਿਰਦੇ ਵਿੱਚ ਧਾਰਨ ਕਰਦੀ ਹੈ। ਗੁਰਬਾਣੀ ਵਿੱਚ ਸਦਾ ਸੁਹਾਗਣ ਨੂੰ ਇੱਕ ਗੁਣਵੰਤੀ ਵੀ ਆਖਿਆ ਗਿਆ ਹੈ। ਸਦਾ ਸੁਹਾਗਣ ਨੇ 32 ਇਲਾਹੀ ਦਰਗਾਹੀ ਗੁਣ ਆਪਣੇ ਹਿਰਦੇ ਵਿੱਚ ਧਾਰਨ ਕੀਤੇ ਹੁੰਦੇ ਹਨ ਅਤੇ ਉਹਨਾਂ ਨੂੰ ਇੱਕ ਕੈਂਠੇ ਵਿੱਚ ਪਤੀ ਪਰਮਾਤਮਾ ਦੇ ਇਲਾਹੀ ਇਸ਼ਕ ਵਿੱਚ ਪ੍ਰਸੰਨ ਕਰਨ ਲਈ ਪਰੋਇਆ ਹੁੰਦਾ ਹੈ। ਇਸ ਤੋਂ ਭਾਵ ਹੈ ਕਿ ਸਾਨੂੰ ਇਹਨਾਂ ਸਾਰੇ ਬ੍ਰਹਮ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਪਵੇਗਾ। ਗੁਰਬਾਣੀ ਵਿੱਚ ਰੱਖੇ ਹੋਏ ਮਾਣਕ, ਜਵਾਹਰ, ਹੀਰੇ, ਮੋਤੀ ਰੂਪੀ ਬ੍ਰਹਮ ਗਿਆਨ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਕਰਨ ਨਾਲ ਅਸੀਂ ਇਹਨਾਂ ਅਮੋਲਕ ਰੂਹਾਨੀ ਸ਼ਕਤੀਆਂ ਨੂੰ ਆਪਣੇ ਹਿਰਦੇ ਵਿੱਚ ਪਰੋ ਕੇ ਆਪਣੇ ਹਿਰਦੇ ਨੂੰ ਪੂਰਨ ਸੱਚਾਈ ਰਹਿਤ ਨਾਲ ਭਰਪੂਰ ਕਰ ਸਕਦੇ ਹਾਂ। ਇਸ ਲਈ ਜਿਹੜਾ ਵੀ ਬ੍ਰਹਮ ਗਿਆਨ ਰੂਪੀ ਮਾਣਕ, ਮੋਤੀ, ਹੀਰਾ ਸਾਨੂੰ ਸਮਝ ਵਿੱਚ ਆਉਂਦਾ ਹੈ, ਉਸ ਨੂੰ ਆਪਣੇ ਰੋਜ਼ਾਨਾ ਜੀਵਨ ਦੇ ਅਭਿਆਸ ਵਿੱਚ ਲਿਆਓ। ਜਦ ਅਸੀਂ ਇਹਨਾਂ ਅਮੋਲਕ ਵਚਨਾਂ ਉੱਪਰ ਅਮਲ ਕਰਦੇ ਹਾਂ ਤਾਂ ਇਹ ਸਾਡੀ ਸਿਆਣਪ ਬਣ ਜਾਂਦੀ ਹੈ। ਅਸੀਂ ਇਹਨਾਂ ਅਮੋਲਕ ਸ਼ਬਦਾਂ ਦੀ ਕਮਾਈ ਕਰਦੇ ਹਾਂ ਅਤੇ ਆਪਣੇ ਚਿੱਤ ਰੂਪੀ ਧਾਗੇ ਵਿੱਚ ਇਹਨਾਂ ਮਾਣਕ, ਹੀਰੇ, ਮੋਤੀਆਂ ਨੂੰ ਪਰੋ ਕੇ ਸਦਾ ਸੁਹਾਗ ਪ੍ਰਾਪਤ ਕਰ ਸਕਦੇ ਹਾਂ। ਕਰਨੀ ਕਾਮਣ ਜੇਬ ਥੀਹੇ, ਜੇ ਮਨ ਧਾਗਾ ਹੋਏ, ਮਾਣਕ ਮੁੱਲ ਨਾ ਪਾਈਐ, ਲੀਜੇ ਚਿੱਤ ਪਰੋਏ। ਉਹ ਕਿਹੜੇ ਬ੍ਰਹਮ ਗੁਣ, ਬ੍ਰਹਮ ਸ਼ਕਤੀਆਂ ਹਨ ਜਿਨ੍ਹਾਂ ਦੇ ਆਧਾਰ 'ਤੇ ਸਾਡੀ ਰੂਹਾਨੀਅਤ ਨੂੰ ਮਾਪਿਆ ਜਾਂਦਾ ਹੈ? ਇਹ ਗੁਣਾਂ ਦੇ 32 ਮਣਕੇ ਕਿਹੜੇ ਹਨ? ਅਸੀਂ ਹੁਣ ਇਹਨਾਂ ਦੀ ਇੱਥੇ ਵਿਆਖਿਆ ਕਰਨ ਦਾ ਨਿਮਾਣਾ ਜਿਹਾ ਯਤਨ ਕਰਾਂਗੇ। ਅਨਾਦ ਬਖਸ਼ਿਸ਼ ਗੁਰਪ੍ਰਸਾਦ। ਇਹ ਬ੍ਰਹਮ ਅਤੇ ਅਨਾਦ ਭਾਵਨਾ ਵਿੱਚ ਬੰਦਗੀ ਦਾ ਆਰੰਭ ਹੈ। ਗੁਰਪ੍ਰਸਾਦ ਨਾਲ ਬੰਦਗੀ ਸ਼ੁਰੂ ਹੁੰਦੀ ਹੈ। ਗੁਰਪ੍ਰਸਾਦ ਤੋਂ ਬਿਨਾਂ ਹੇਠ ਲਿਖੀਆਂ ਰੂਹਾਨੀਆਂ ਉਪਲਬਧੀਆਂ ਅਸੰਭਵ ਹਨ। ਪੂਰਨ ਬੰਦਗੀ, ਨਾਮ, ਨਾਮ ਸਿਮਰਨ, ਨਾਮ ਦੀ ਕਮਾਈ, ਏਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ, ਸਮਾਧੀ, ਸੁਨ ਸਮਾਧੀ, ਸੁਰਤ ਅਤੇ ਹਿਰਦੇ ਵਿੱਚ ਨਾਮ ਸਿਮਰਨ, ਅਜਪਾ ਜਾਪ, ਸੂਖਸ਼ਮ ਦੇਹੀ ਦਾ ਕੰਚਨ ਬਣ ਜਾਣਾ, ਰੋਮ ਰੋਮ ਸਿਮਰਨ, ਸਾਰੀ ਦੇਹੀ ਵਿੱਚ ਅੰਮ੍ਰਿਤ ਭਰਪੂਰ ਹੋਣਾ, ਸਾਰੇ ਬਜਰ ਕਪਾਟਾਂ ਦਾ ਖੁੱਲ੍ਹਣਾ, ਸਣੇ ਦਸਮ ਦੁਆਰ ਦੇ, ਅਨਹਦ ਸ਼ਬਦ ਦਾ ਦਸਮ ਦੁਆਰ ਵਿੱਚ ਪ੍ਰਗਟ ਹੋ ਕੇ ਨਿਰੰਤਰ ਵੱਜਣਾ ਅਤੇ ਦਸਮ ਦੁਆਰ ਵਿੱਚ ਅਖੰਡ ਕੀਰਤਨ ਦੀ ਬਖਸ਼ਿਸ਼ ਹੋਣਾ। ਸੇਵਾ, ਪਰਉਪਕਾਰ ਅਤੇ ਮਹਾਪਰਉਪਕਾਰ, ਮਾਇਆ ਉੱਪਰ ਜਿੱਤ, ਹਉਮੈ ਦਾ ਅੰਤ, 5 ਦੂਤਾਂ ਉੱਪਰ ਜਿੱਤ, ਇੱਛਾਵਾਂ ਉੱਪਰ ਜਿੱਤ, ਤ੍ਰਿਸ਼ਨਾ ਦਾ ਬੁਝਣਾ, ਦੁਬਿਧਾ, ਭਰਮਾਂ ਅਤੇ ਭੁਲੇਖਿਆਂ ਦਾ ਅੰਤ, ਹਿਰਦੇ ਦੀ ਪੂਰਨ ਸੱਚਾਈ ਰਹਿਤ, ਮਨ ਤੇ ਜਿੱਤ, ਹਿਰਦੇ ਵਿੱਚ ਪਰਮ ਜੋਤ, ਪੂਰਨ ਪ੍ਰਕਾਸ਼, ਸਾਰੇ ਬ੍ਰਹਮ ਗੁਣਾਂ ਦੀ ਕਮਾਈ, ਪਰਮ ਪਦਵੀ ਦੀ ਪ੍ਰਾਪਤੀ, ਜੀਵਨ ਮੁਕਤੀ। ਅੰਤਲੀ ਪੂਰਨ ਸੱਚਾਈ ਇਹ ਹੈ ਕਿ ਗੁਰਪ੍ਰਸਾਦ ਦੇ ਬਿਨਾਂ ਸਦਾ ਸੁਹਾਗਣ ਦੇ 32 ਗੁਣਾਂ ਵਿੱਚੋਂ ਕੋਈ ਵੀ ਸੰਭਵ ਨਹੀਂ ਹੈ। ਗੁਰਪ੍ਰਸਾਦ ਇੱਕ ਨਿਰੰਤਰ ਪ੍ਰਕਿਰਿਆ ਹੈ। ਇੱਕ ਵਾਰ ਜਦੋਂ ਤੁਸੀਂ ਗੁਰਪ੍ਰਸਾਦ ਦੀ ਪ੍ਰਾਪਤੀ ਕਰ ਲੈਂਦੇ ਹੋ ਅਤੇ ਬੰਦਗੀ ਮਾਰਗ ਦਾ ਪਾਲਣ ਅਤੇ ਤਨ ਮਨ ਧਨ ਨਾਲ ਸੇਵਾ ਕਰਦੇ ਹੋ ਤਾਂ ਗੁਰਪ੍ਰਸਾਦ ਦੀ ਬਖਸ਼ਿਸ਼ ਨਿਰੰਤਰ ਆਧਾਰ 'ਤੇ ਹੁੰਦੀ ਹੈ। ਗੁਰਪ੍ਰਸਾਦ ਤੁਹਾਨੂੰ ਬੰਦਗੀ ਮਾਰਗ 'ਤੇ ਚੱਲਦੇ ਰੱਖਦਾ ਹੈ। ਬੰਦਗੀ ਦੇ ਪੂਰੇ ਹੋਣ ਅਤੇ ਸਦਾ ਸੁਹਾਗਣ ਬਣਨ ਤੋਂ ਬਾਅਦ ਵੀ ਗੁਰਪ੍ਰਸਾਦ ਸਾਡੀ ਰੂਹ ਅਤੇ ਮਨ ਦਾ ਸਥਾਈ ਭਾਗ ਬਣ ਜਾਂਦਾ ਹੈ। ਇਹ ਅਮੋਲਕ ਗਹਿਣਾ ਹੈ ਜਿਹੜਾ ਬੰਦਗੀ ਦੇ ਪ੍ਰਕਿਰਿਆ 'ਤੇ ਤੁਹਾਨੂੰ ਤੋਰਦਾ ਹੈ ਅਤੇ ਤੁਹਾਨੂੰ ਰੂਹਾਨੀਅਤ ਦੀਆਂ ਸਿਖਰਾਂ 'ਤੇ ਲੈ ਜਾਂਦਾ ਹੈ। ਇਸ ਦੇ ਫਲਸਰੂਪ ਇਹ ਤੁਹਾਨੂੰ ਗੁਰਪ੍ਰਸਾਦ ਦਾ ਵਪਾਰੀ ਬਣਾ ਦਿੰਦਾ ਹੈ। ਇਹ ਗੁਰਪ੍ਰਸਾਦ ਹੈ ਜੋ ਤੁਹਾਨੂੰ ਬਣਾਉਂਦਾ ਹੈ। ਹਰ ਕੇ ਨਾਮ ਕੇ ਵਿਆਪਾਰੀ, ਗੁਰ ਅਤੇ ਗੁਰੂ ਨੂੰ ਪੂਰਾ ਸਮਰਪਣ। ਇਹ ਪਰਮ ਪਿਤਾ ਪਰਿਪੂਰਨ ਪਰਮਾਤਮਾ ਦੀ ਦਰਗਾਹ ਦੇ ਦਰਵਾਜ਼ੇ ਦੀ ਚਾਬੀ ਹੈ। ਸਦਾ ਸੁਹਾਗਣ ਦੇ ਤਾਜ ਵਿੱਚ ਉਕਰਿਆ
ਅਮੋਲਕ ਗਹਿਣਾ ਗੁਰ ਅਤੇ ਗੁਰੂ ਦੇ ਚਰਨਾਂ ਉੱਪਰ ਸਮਰਪਣ ਹੁੰਦਾ ਹੈ। ਉਸ ਦਾ ਤਨ ਮਨ ਧਨ ਗੁਰ ਅਤੇ ਗੁਰੂ ਦੇ ਚਰਨਾਂ 'ਤੇ ਪੂਰਨ ਤੌਰ 'ਤੇ ਸਮਰਪਿਤ ਹੋ ਜਾਂਦਾ ਹੈ। ਇਹ ਕੇਵਲ ਗੁਰਪ੍ਰਸਾਦ ਦੁਆਰਾ ਸੰਭਵ ਹੈ, ਜਿਸ ਦੀ ਉਸ ਉੱਪਰ ਨਿਰੰਤਰ ਬਖਸ਼ਿਸ਼ ਹੁੰਦੀ ਹੈ। ਸਾਡੀ ਰੂਹ ਅਤੇ ਮਨ ਦੀ ਰੂਹਾਨੀ ਪ੍ਰਕਿਰਿਆ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਅਸੀਂ ਗੁਰ ਅਤੇ ਗੁਰੂ ਨੂੰ ਕਿੰਨਾ ਸੌਂਪਦੇ ਹਾਂ, ਕਿੰਨਾ ਸਮਰਪਣ ਕਰਦੇ ਹਾਂ। ਇਹ ਸਭ ਤੋਂ ਵੱਡਾ ਬ੍ਰਹਮ ਗੁਣ ਹੈ, ਜਿਹੜਾ ਤੁਹਾਨੂੰ ਹਉਮੈ ਵਿੱਚੋਂ ਬਾਹਰ ਨਿਕਲਣ ਵਿੱਚ ਤੁਹਾਡੀ ਮਦਦ ਕਰਦਾ ਹੈ, ਅਤੇ ਜੋ ਐਸਾ ਕਰਦੇ ਹਨ ਉਹ ਧੰਨ ਧੰਨ ਹੋ ਜਾਂਦੇ ਹਨ। ਸੁਹਾਗ ਅਤੇ ਸਦਾ ਸੁਹਾਗ ਸਹਿਜ ਹੀ ਪ੍ਰਾਪਤ ਕਰ ਲੈਂਦੇ ਹਨ। ਤੁਸੀਂ ਜਿੰਨਾ ਜ਼ਿਆਦਾ ਗੁਰ ਅਤੇ ਗੁਰੂ ਨੂੰ ਸੌਂਪਦੇ ਹੋ, ਉਸ ਦਾ ਕਰੋੜਾਂ ਗੁਣਾ ਹੋ ਕੇ ਤੁਹਾਨੂੰ ਵਾਪਸ ਮਿਲਦਾ ਹੈ। ਇਸ ਲਈ ਭਾਈ ਗੁਰਦਾਸ ਜੀ ਦਾ ਬਚਨ ਹੈ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਸ ਤਰ੍ਹਾਂ ਗੁਰ ਅਤੇ ਗੁਰੂ ਤੁਹਾਡੀਆਂ ਗੰਭੀਰ ਮਾਨਸਿਕ ਬਿਮਾਰੀਆਂ ਨੂੰ ਲੈ ਲੈਂਦਾ ਹੈ ਅਤੇ ਤੁਹਾਨੂੰ ਅੰਦਰੋਂ ਬਾਹਰੋਂ ਸਾਫ਼ ਕਰਕੇ ਸੱਚਿਆਰਾ ਬਣਾ ਦਿੰਦਾ ਹੈ। ਪਰਮਾਤਮਾ ਸੱਚਿਆਰ ਕੇਵਲ ਇੱਕ ਪੂਰਨ ਸੱਚਾਰੇ ਹਿਰਦੇ ਵਿੱਚ ਹੀ ਪ੍ਰਗਟ ਹੁੰਦਾ ਹੈ। ਪੂਰਨ ਸਮਰਪਣ ਸਾਨੂੰ ਪੂਰਨ ਸੱਚਾਰੇ ਹਿਰਦੇ ਦੀ ਗੁਰਪ੍ਰਸਾਦੀ ਬਖਸ਼ਿਸ਼ ਕਰਦਾ ਹੈ ਅਤੇ ਤਨ ਤਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਨੂੰ ਸਾਡੇ ਹਿਰਦੇ ਵਿੱਚ ਪ੍ਰਗਟ ਕਰ ਦਿੰਦਾ ਹੈ। ਗੁਰ, ਗੁਰੂ ਅਤੇ ਗੁਰਬਾਣੀ ਵਿੱਚ ਭਰੋਸਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ। ਇਹ ਇੱਕ ਹੋਰ ਅਮੋਲਕ ਗਹਿਣਾ ਹੈ, ਜਿਸ ਦੀ ਸਦਾ ਸੁਹਾਗਣ ਆਪਣੇ ਤਾਜ ਦੇ ਗਹਿਣਿਆਂ ਬ੍ਰਹਮ ਗਿਆਨ ਗੁਰਮਤ ਦੀ ਕਮਾਈ ਕਰਦੀ ਹੈ। ਇਹ ਸਭ ਤੋਂ ਮਹੱਤਵਪੂਰਨ ਲਾਜ਼ਮੀ ਦਰਗਾਹੀ ਕਾਨੂੰਨਾਂ ਦੇ ਅਭਿਆਸ ਤੋਂ ਬਿਨਾਂ ਬੰਦਗੀ ਸੰਭਵ ਨਹੀਂ ਹੈ। ਤੁਹਾਡੇ ਰੂਹਾਨੀ ਲਾਭ ਤੁਹਾਡੇ ਗੁਰੂ ਅਤੇ ਗੁਰਬਾਣੀ ਵਿੱਚ ਭਰੋਸੇ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ ਦੇ ਭਾਗ ਅਨੁਸਾਰ ਹੁੰਦੇ ਹਨ। ਸੱਚੀ ਪ੍ਰੀਤ, ਭਰੋਸਾ ਅਤੇ ਪਿਆਰ ਕੇਵਲ ਸਤੋ ਗੁਣ ਹੀ ਨਹੀਂ ਹਨ, ਇਹ ਬੇਅੰਤ ਇਲਾਹੀ ਸ਼ਕਤੀਆਂ ਹਨ ਜੋ ਕਿ ਆਪ ਨੂੰ ਦਰਗਾਹ ਵਿੱਚ ਮਾਨ ਪ੍ਰਾਪਤ ਕਰਨ ਵਿੱਚ ਸਹਾਇਕ ਸਿੱਧ ਹੁੰਦੀਆਂ ਹਨ। ਇਹਨਾਂ ਇਲਾਹੀ ਸ਼ਕਤੀਆਂ ਤੋਂ ਬਿਨਾਂ ਆਪ ਦੀ ਬੰਦਗੀ ਨੂੰ ਦਰਗਾਹ ਵਿੱਚ ਪ੍ਰਵਾਨਗੀ ਨਹੀਂ ਮਿਲਦੀ ਹੈ। ਇਹਨਾਂ ਰੂਹਾਨੀ ਸ਼ਕਤੀਆਂ ਦੀ, ਇਹਨਾਂ ਇਲਾਹੀ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਸਦਾ ਸੁਹਾਗਣ ਦੇ ਪਰਮ ਲੱਛਣ ਆਪ ਅਕਾਲ ਪੁਰਖ ਦੀ ਤਰ੍ਹਾਂ ਅਸੀਮਤ ਹੁੰਦੇ ਹਨ, ਬੇਅੰਤ ਹੁੰਦੇ ਹਨ। ਜਿਸ ਤਰ੍ਹਾਂ ਪਰਮਾਤਮਾ ਦੀ ਕੋਈ ਸੀਮਾ ਨਹੀਂ ਹੁੰਦੀ, ਪਰਮਾਤਮਾ ਬੇਅੰਤ ਹੈ, ਠੀਕ ਉਸੇ ਤਰ੍ਹਾਂ ਉਸ ਦੀਆਂ ਇਹ ਇਲਾਹੀ ਸ਼ਕਤੀਆਂ ਵੀ ਬੇਅੰਤ ਹਨ। ਇਹ ਗੁਣ ਮਾਪਣ ਅਤੇ ਮਾਤਰਾ ਤੋਂ ਪਰੇ ਹੁੰਦੇ ਹਨ। ਜਿੰਨਾ ਜ਼ਿਆਦਾ ਭਰੋਸਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ ਹੋਵੇਗਾ, ਉਨੀ ਉੱਚੀ ਸੁਹਾਗਣ ਰੂਹ ਦੀ ਰੂਹਾਨੀ ਅਵਸਥਾ ਹੋਵੇਗੀ। ਅਸਲ ਵਿੱਚ ਭਰੋਸਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ ਬੰਦਗੀ ਦਾ ਦੂਸਰਾ ਨਾਮ ਹੈ। ਸ਼ਰਧਾ ਅਤੇ ਪਿਆਰ ਬੰਦਗੀ ਦੇ ਹੀ ਇਲਾਹੀ ਰੂਪ ਹਨ। ਬੰਦਗੀ ਕਰਦੇ ਕਰਦੇ ਜਦ ਭਰੋਸਾ, ਪਿਆਰ ਅਤੇ ਸ਼ਰਧਾ ਸਾਰੀਆਂ ਸੀਮਾਵਾਂ ਲੰਘ ਕੇ ਅਸੀਮਤਾ ਅਤੇ ਬੇਅੰਤਤਾ ਵਿੱਚ ਚਲਾ ਜਾਂਦਾ ਹੈ, ਤਾਂ ਸਦਾ ਸੁਹਾਗਣ ਦਾ ਜਨਮ ਹੁੰਦਾ ਹੈ। ਤਾਂ ਪੂਰਨ ਬ੍ਰਹਮ ਗਿਆਨੀ ਦੇ ਰੂਪ ਵਿੱਚ ਅਕਾਲ ਪੁਰਖ ਦੀ ਮਹਿਮਾ ਪ੍ਰਗਟਿਓ ਜੋਤ ਬਣ ਕੇ ਸੰਸਾਰ ਵਿੱਚ ਪ੍ਰਗਟ ਹੁੰਦੀ ਹੈ। ਨਾਮ ਅੰਮ੍ਰਿਤ ਦੀ ਪ੍ਰਾਪਤੀ। ਇਹ ਅਮੋਲਕ ਹੀਰਾ ਹੈ, ਅਮੋਲਕ ਰਤਨ ਹੈ। ਇਹ ਗੁਰਪ੍ਰਸਾਦ, ਏਕ ਓਂਕਾਰ ਸਤਿਨਾਮ, ਜਿਸ ਤਰ੍ਹਾਂ ਧੰਨ ਧੰਨ ਅਕਾਲ ਪੁਰਖ ਦੇ ਅਵਤਾਰ ਸੱਚੇ ਪਾਤਸ਼ਾਹ ਨਾਨਕ ਪਾਤਸ਼ਾਹ ਜੀ ਨੇ ਮੂਲ ਮੰਤਰ ਵਿੱਚ ਬੇਅੰਤ ਕਿਰਪਾ ਕਰਕੇ ਸਾਡੇ ਵਰਗੇ ਸਾਰੇ ਕਲਯੁਗੀ ਜੀਵਾਂ ਦੀ ਝੋਲੀ ਵਿੱਚ ਪਾਉਣ ਦੀ ਕਿਰਪਾਲਤਾ ਕੀਤੀ ਹੈ। ਸੁਹਾਗਣ ਬਣਨ ਵੱਲ ਯਾਤਰਾ ਨਾਮ ਅੰਮ੍ਰਿਤ ਦੇ ਗੁਰਪ੍ਰਸਾਦ ਤੋਂ ਹੀ ਸ਼ੁਰੂ ਹੁੰਦੀ ਹੈ। ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ, ਮਹਾਪਰਉਪਕਾਰ ਦੇ ਗੁਰਪ੍ਰਸਾਦ ਨਾਲ ਹੀ ਸਦਾ ਸੁਹਾਗਣ ਆਪਣੇ ਆਪ ਨੂੰ ਸ਼ਿੰਗਾਰਦੀ ਹੈ ਅਤੇ ਹਿਰਦੇ ਦੀ ਪੂਰਨ ਸੱਚਾਰੀ ਰਹਿਤ ਦੀ ਕਮਾਈ ਕਰਦੀ ਹੈ। ਮਾਇਆ ਨੂੰ ਜਿੱਤ ਕੇ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੀ ਹੈ। ਇੱਕ ਬੂੰਦ ਅੰਮ੍ਰਿਤ ਦੀ ਪ੍ਰਾਪਤੀ। ਗੁਰਪ੍ਰਸਾਦ ਇੱਕ ਰੂਹ ਦੇ ਅੰਦਰ ਇਹ ਬ੍ਰਹਮ ਅੰਮ੍ਰਿਤ ਲਿਆਉਂਦਾ ਹੈ ਅਤੇ ਰੂਹ ਇਸ ਗਹਿਣੇ ਨੂੰ ਤ੍ਰਿਕੁਟੀ ਵਿੱਚ ਧਾਰਨ ਕਰਕੇ ਸੁਹਾਗਣ ਬਣ ਜਾਂਦੀ ਹੈ। ਨਾਮ ਦੇ ਗੁਰਪ੍ਰਸਾਦ ਨਾਲ ਕੁੰਡਲਨੀ ਸ਼ਕਤੀ ਜਾਗਰਤ ਹੋ ਜਾਂਦੀ ਹੈ
ਅਤੇ ਈੜਾ ਪਿੰਗਲਾ ਅਤੇ ਸੁਸ਼ਮਨਾ ਨੂੰ ਜਾਗਰਤ ਕਰਕੇ ਤ੍ਰਿਕੁਟੀ ਦੇ ਪ੍ਰਕਾਸ਼ਮਾਨ ਹੋ ਜਾਣ ਨਾਲ ਨਾਮ ਸਿਮਰਨ ਮਨ ਅਤੇ ਸੁਰਤ ਵਿੱਚ ਚਲਾ ਜਾਂਦਾ ਹੈ ਅਤੇ ਦੁਹਾਗਣ ਨੂੰ ਸੁਹਾਗਣ ਵਿੱਚ ਬਦਲ ਦਿੰਦਾ ਹੈ। ਇਹ ਗੁਰੂ ਪ੍ਰਸਾਦ ਦੀ ਦੂਸਰੀ ਅਨਾਦ ਦਾਤ ਹੈ ਜੋ ਦੁਹਾਗਣ ਸੁਹਾਗਣ ਬਣਨ ਲਈ ਪ੍ਰਾਪਤ ਕਰਦੀ ਹੈ। ਇਹ ਅਮੋਲਕ ਹੀਰਾ ਹੈ ਜਿਹੜਾ ਅੰਦਰਲੇ 7 ਸਰੋਵਰ ਜਾਗਰਤ ਕਰਕੇ ਸਾਰੀ ਦੇਹੀ ਵਿੱਚ ਅੰਮ੍ਰਿਤ ਦੇ ਪ੍ਰਵਾਹ ਨਾਲ ਤੁਹਾਨੂੰ ਅੰਦਰੋਂ ਬਾਹਰ ਸਾਫ਼ ਕਰਨਾ ਸ਼ੁਰੂ ਕਰਦਾ ਹੈ। ਸਮਾਧੀ ਦੀ ਪ੍ਰਾਪਤੀ ਇਹ ਅਗਲੀ ਗੁਰਪ੍ਰਸਾਦ ਅਨਾਦ ਬਖਸ਼ਿਸ਼ ਦੀ ਦਾਤ ਹੈ ਜੋ ਸੁਹਾਗਣ ਸਰਵ ਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਕੋਲੋਂ ਪ੍ਰਾਪਤ ਕਰਦੀ ਹੈ। ਜਦੋਂ ਨਾਮ ਅੰਮ੍ਰਿਤ ਸੁਰਤ ਵਿੱਚ ਚਲਾ ਜਾਂਦਾ ਹੈ, ਇਸ ਦੇ ਬਾਅਦ ਵਿੱਚ ਹਿਰਦੇ ਵਿੱਚ ਜਾਂਦਾ ਹੈ, ਲਿਵ ਲੱਗ ਜਾਂਦੀ ਹੈ। ਜਦ ਸੁਹਾਗਣ ਧਿਆਨ ਨਾਮ ਵਿੱਚ ਲੈ ਕੇ ਜਾਂਦੀ ਹੈ ਤਾਂ ਉਸੇ ਵੇਲੇ ਹੀ ਸਮਾਧੀ ਲੱਗ ਜਾਂਦੀ ਹੈ। ਦੁਨੀਆ ਦੀ ਸੁੱਧ ਬੁੱਧ ਨਹੀਂ ਰਹਿੰਦੀ ਹੈ। ਜਦ ਗੁਰਬਾਣੀ ਜਾਂ ਕੀਰਤਨ ਸ਼ੁਰੂ ਹੁੰਦਾ ਹੈ ਤਾਂ ਸੁਰਤ ਸ਼ਬਦ ਵਿੱਚ ਖਿੱਚੀ ਜਾਂਦੀ ਹੈ, ਸਮਾਧੀ ਲੱਗ ਜਾਂਦੀ ਹੈ। ਇੱਕ ਸਿਉ ਲਿਵ ਲਾਗੀ ਸਦ ਹੀ ਹਰ ਨਾਮ ਮਨ ਵਸਾਵਣਿਆ। ਅੰਮ੍ਰਿਤ ਅੰਦਰ ਆਉਣਾ ਸ਼ੁਰੂ ਹੁੰਦਾ ਹੈ, ਅੰਦਰੋਂ ਸਾਫ਼ ਹੋਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਅਨਾਦ ਖੁਸ਼ੀ ਅਤੇ ਆਨੰਦ ਰੂਹ ਅਤੇ ਮਨ ਵਿੱਚ ਵਹਿਣਾ ਸ਼ੁਰੂ ਹੁੰਦਾ ਹੈ। ਇਹ ਸੁਹਾਗਣ ਦੇ ਤਾਜ ਵਿੱਚ ਇੱਕ ਹੋਰ ਅਮੋਲਕ ਗਹਿਣਾ ਹੈ ਜਿਸ ਦੀ ਉਸ ਨੂੰ ਬਖਸ਼ਿਸ਼ ਹੋਈ ਹੈ। ਉਸ ਸਮੇਂ ਜਦ ਕੀਰਤਨ ਗੁਰਬਾਣੀ ਜਾਂ ਸਿਮਰਨ ਸ਼ੁਰੂ ਹੁੰਦਾ ਹੈ ਤਾਂ ਸੁਹਾਗਣ ਸਮਾਧੀ ਵਿੱਚ ਚਲੀ ਜਾਂਦੀ ਹੈ। ਬ੍ਰਹਮੰਡ ਦੀ ਊਰਜਾ ਅਤੇ ਰੂਹਾਨੀ ਊਰਜਾ ਸਰੀਰ ਵਿੱਚੋਂ ਬਾਹਰ ਵਗਣੀ ਸ਼ੁਰੂ ਹੋ ਜਾਂਦੀ ਹੈ। ਰੂਹ ਕਰਮਖੰਡ ਵਿੱਚ ਸਥਾਪਿਤ ਹੋ ਜਾਂਦੀ ਹੈ। ਦਰਗਾਹ ਵਿੱਚ ਬੰਦਗੀ ਦਾ ਖਾਤਾ ਖੁੱਲ੍ਹ ਜਾਂਦਾ ਹੈ। ਅਸਲ ਵਿੱਚ ਬੰਦਗੀ ਸੁਹਾਗ ਦੀ ਪ੍ਰਾਪਤੀ ਨਾਲ ਹੀ ਸ਼ੁਰੂ ਹੁੰਦੀ ਹੈ। ਸੁਨ ਸਮਾਧੀ ਦੀ ਪ੍ਰਾਪਤੀ ਇਹ ਅਗਲਾ ਬਹੁਤ ਹੀ ਉੱਚ ਗੁਰਪ੍ਰਸਾਦ ਅਨਾਦ ਬਖਸ਼ਿਸ਼ਾਂ ਦਾ ਗੁਰਪ੍ਰਸਾਦ ਹੁੰਦਾ ਹੈ। ਪੂਰਨ ਸ਼ਾਂਤੀ ਦੀ ਅਵਸਥਾ, ਧਿਆਨ ਦੀ ਡੂੰਘੀ ਅਵਸਥਾ, ਕੋਈ ਵਿਚਾਰ ਨਹੀਂ, ਕੋਈ ਪੁਚਲਾਵਾ ਨਹੀਂ। ਮਨ ਪੂਰਨ ਸ਼ਾਂਤੀ ਵਿੱਚ ਚਲਾ ਜਾਂਦਾ ਹੈ, ਮਨ ਪੂਰਨ ਵਿਸ਼ਰਾਮ ਵਿੱਚ ਚਲਾ ਜਾਂਦਾ ਹੈ। ਇਹ ਨਾਮ ਸਿਮਰਨ ਦੀ ਅਗਲੀ ਸਰਵ ਉੱਚ ਅਵਸਥਾ ਹੁੰਦੀ ਹੈ। ਗੁਰਬਾਣੀ ਵਿੱਚ ਇਸ ਅਵਸਥਾ ਨੂੰ ਮਹਾਂ ਪਰਮਾਰਥ ਕਿਹਾ ਗਿਆ ਹੈ। ਸੁਨ ਸਮਾਧੀ ਦੇ ਅਭਿਆਸ ਨਾਲ ਚਿੰਦਿਆ ਜਾਂਦਾ ਹੈ। ਮਨ ਪਰਮ ਜੋਤ ਪੂਰਨ ਪ੍ਰਕਾਸ਼ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਮਨ ਜੋਤ ਬਣ ਜਾਂਦਾ ਹੈ। ਮਨਮਤ ਸਮਾਪਤ ਹੋ ਜਾਂਦੀ ਹੈ। ਮਨਮਤ ਗੁਰਮਤ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਸੁਨ ਸਮਾਧ ਮਹਾਪਰਮਾਰਥ ਤੀਨ ਭਵਨ ਪਤਨਾਮਮ। ਬਹੁਤੇ ਰੂਹਾਨੀ ਅਨੁਭਵ ਸੁਨ ਸਮਾਧੀ ਦੇ ਲੰਮੇ ਸਮੇਂ ਵਿੱਚ ਹੁੰਦੇ ਹਨ। ਜਦੋਂ ਅਸੀਂ ਨਾਮ ਸਿਮਰਨ ਸਮਾਧੀ ਅਤੇ ਸੁਨ ਸਮਾਧੀ ਵਿੱਚ ਕਰਦੇ ਹਾਂ ਤਾਂ ਰੂਹ ਦਰਗਾਹ ਵਿੱਚ ਚਲੀ ਜਾਂਦੀ ਹੈ। ਸਿਮਰਨ ਦਰਗਾਹ ਵਿੱਚ ਗਿਣਿਆ ਜਾਂਦਾ ਹੈ। ਬਜਰ ਕਪਾਟ ਖੁੱਲ੍ਹਣੇ ਇਹ ਸਾਡੀ ਸੂਖਸ਼ਮ ਦੇਹੀ ਵਿਚਲੇ ਰੂਹਾਨੀ ਦੁਆਰ ਹਨ। ਸੂਖਸ਼ਮ ਦੇਹੀ ਇਹਨਾਂ ਦੁਆਰਾਂ ਰਾਹੀਂ ਰੂਹਾਨੀ ਊਰਜਾ ਪ੍ਰਾਪਤ ਕਰਦੀ ਹੈ। ਇਹਨਾਂ ਰੂਹਾਨੀ ਦੁਆਰਾਂ ਰਾਹੀਂ ਸਾਡਾ ਸੰਬੰਧ ਅਕਾਲ ਪੁਰਖ ਦੇ ਨਿਰਗੁਣ ਸਰੂਪ ਨਾਲ ਬਣ ਜਾਂਦਾ ਹੈ। ਸਿਰ ਵਿੱਚ ਐਸੇ 4 ਦੁਆਰ ਹਨ, ਇੱਕ ਮੱਥੇ ਵਿੱਚ, 2 ਸਾਡੇ ਸਿਰ ਦੇ ਦੋਹਾਂ ਕੰਨਾਂ ਦੇ ਉੱਪਰ ਅਤੇ ਇੱਕ ਪਿਛਲੇ ਪਾਸੇ ਜਿੱਥੇ ਰੀੜ੍ਹ ਦੀ ਹੱਡੀ ਖਤਮ ਹੁੰਦੀ ਹੈ ਅਤੇ ਉਸ ਦੇ ਬਿਲਕੁਲ ਉੱਪਰ ਵਾਲੀ ਥਾਂ। 5ਵਾਂ ਦੁਆਰ ਜਿਸ ਨੂੰ ਗੁਰਬਾਣੀ ਵਿੱਚ 10ਵਾਂ ਦੁਆਰ ਕਿਹਾ ਗਿਆ ਹੈ, ਉਹ ਸਿਰ ਦੇ ਉੱਪਰਲੇ ਹਿੱਸੇ ਵਿੱਚ ਹੁੰਦਾ ਹੈ। ਹਰ ਹੱਥ ਦੀ ਹਥੇਲੀ ਵਿੱਚ 2 ਦਰਵਾਜ਼ੇ ਹਨ। 2 ਦਰਵਾਜ਼ੇ ਸਾਡੇ ਪੈਰਾਂ ਦੀਆਂ ਤਲੀਆਂ ਵਿੱਚ। ਜਦ ਰੂਹ ਸੁਹਾਗਣ ਬਣਦੀ ਹੈ ਤਾਂ ਸਾਡੀ ਰੂਹ ਦੇ ਇਹ ਸਾਰੇ ਰੂਹਾਨੀ ਦੁਆਰ ਖੁੱਲ੍ਹ ਜਾਂਦੇ ਹਨ ਅਤੇ ਉਹ ਇਹਨਾਂ ਦੁਆਰਾਂ ਦੇ ਅੰਦਰੋਂ ਰੂਹਾਨੀ ਪਰਮ ਸ਼ਕਤੀ ਪ੍ਰਾਪਤ ਕਰਨੀ ਸ਼ੁਰੂ ਕਰਦੀ ਹੈ। ਸ਼ੁਰੂ ਵਿੱਚ ਸਮਾਧੀ ਅਤੇ ਸੁਨ ਸਮਾਧੀ ਵਿੱਚ ਸਿਮਰਨ ਕਰਨ ਦੇ ਨਤੀਜੇ ਵਜੋਂ ਇਹ ਰੂਹਾਨੀ ਪਰਮ ਸ਼ਕਤੀ ਅੰਦਰ ਆਉਂਦੀ ਹੈ। ਜਦ ਮਨੁੱਖ ਨਾਮ ਸਿਮਰਨ ਦੀਆਂ ਉੱਚ ਅਵਸਥਾਵਾਂ ਵਿੱਚ ਜਾਂਦਾ ਹੈ ਤਦ ਰੂਹਾਨੀ ਪਰਮ ਸ਼ਕਤੀ ਦਾ ਸਰੀਰ ਵਿੱਚ ਨਿਰੰਤਰ ਵਹਾਅ ਹੁੰਦਾ ਹੈ। ਰੂਹਾਨੀ ਪਰਮ ਸ਼ਕਤੀ ਸਾਨੂੰ ਅੰਦਰੋਂ ਪੂਰੀ ਤਰ੍ਹਾਂ ਸਾਫ਼ ਕਰ ਦਿੰਦੀ ਹੈ ਅਤੇ ਅਸੀਂ ਆਪਣੀ ਅੰਤਿਮ ਪ੍ਰਾਪਤੀ ਵੱਲ ਤੇਜ਼ੀ ਨਾਲ ਅੱਗੇ ਵੱਧਦੇ ਹਾਂ। ਇਹਨਾਂ ਦੁਆਰਾਂ ਦਾ ਖੁੱਲ੍ਹਣਾ
ਪੂਰਨ ਬੰਦਗੀ ਵਿੱਚ ਵੱਡੀ ਪ੍ਰਾਪਤੀ ਹੁੰਦੀ ਹੈ। ਇਸ ਸੁਹਾਗਣ ਦੇ ਤਾਜ ਵਿੱਚ ਇੱਕ ਹੋਰ ਅਮੋਲਕ ਗਹਿਣਾ ਹੁੰਦਾ ਹੈ। ਕੰਚਨ ਸੂਖਸ਼ਮ ਦੇਹੀ ਅਤੇ ਰੂਹ ਦੀ ਸ਼ੁੱਧਤਾ ਦੀ ਪ੍ਰਾਪਤੀ। ਜਦ ਸੁਹਾਗਣਾ ਹਰ ਰੋਜ਼ ਲੰਮੇ ਸਮੇਂ ਲਈ ਡੂੰਘੇ ਧਿਆਨ, ਸਮਾਧੀ ਅਤੇ ਸੁਨ ਸਮਾਧੀ ਵਿੱਚ ਜਾਂਦੀਆਂ ਹਨ ਤਾਂ ਉਹਨਾਂ ਦੀ ਰੂਹ, ਮਨ, ਹਿਰਦਾ ਸਾਫ਼ ਹੋਣੇ ਸ਼ੁਰੂ ਹੋ ਜਾਂਦੇ ਹਨ। ਸਾਰੀਆਂ ਮਾਨਸਿਕ ਬਿਮਾਰੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਡੇ ਦੇਹੀ ਰੂਪੇ ਭਾਂਡੇ ਵਿੱਚ ਸਾਰੇ ਵਿਨਾਸ਼ਕਾਰੀ ਵਿਕਾਰਾਂ ਰੂਪੀ ਛੇਕ, ਜੋ ਇਹਨਾਂ ਗੰਭੀਰ ਮਾਨਸਿਕ ਬਿਮਾਰੀਆਂ ਦਾ ਕਾਰਨ ਹੁੰਦੇ ਹਨ, ਭਰਨੇ ਸ਼ੁਰੂ ਹੋ ਜਾਂਦੇ ਹਨ। ਨਿਰੰਤਰ ਨਾਮ ਦੀ ਕਮਾਈ ਨਾਲ ਇਹਨਾਂ ਵਿਨਾਸ਼ਕਾਰੀ ਵਿਕਾਰਾਂ ਤੋਂ ਹਿਰਦੇ ਨੂੰ ਮੁਕਤੀ ਮਿਲ ਜਾਂਦੀ ਹੈ। ਹਿਰਦਾ ਨਿਰਮਲ ਹੋ ਜਾਂਦਾ ਹੈ, ਹਿਰਦਾ ਪਵਿੱਤਰ ਹੋ ਜਾਂਦਾ ਹੈ। ਸਾਰੀ ਜਨਮ ਦੀ ਮੈਲ ਧੁੱਪ ਜਾਂਦੀ ਹੈ। ਹਿਰਦਾ ਪੂਰਨ ਸੱਚਾਈ ਰਹਿਤ ਵਿੱਚ ਚਲਾ ਜਾਂਦਾ ਹੈ। ਅੰਮ੍ਰਿਤ ਸੂਖਸ਼ਮ ਦੇਹੀ ਵਿੱਚ ਭਰਪੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਸੂਖਸ਼ਮ ਦੇਹੀ 24 ਕੈਰਟ ਸੋਨੇ ਦੀ ਤਰ੍ਹਾਂ ਸ਼ੁੱਧ ਬਣ ਜਾਂਦੀ ਹੈ। ਵਿਨਾਸ਼ਕਾਰੀ ਵਿਕਾਰਾਂ, ਪੰਜ ਦੂਤਾਂ ਅਤੇ ਤ੍ਰਿਸ਼ਨਾ ਦੇ ਬੋਝ ਤੋਂ ਮੁਕਤ ਹੋ ਜਾਂਦੀ ਹੈ। ਸਾਰੇ ਪੂਰਬਲੇ ਜਨਮਾਂਤਰਾਂ ਦੇ ਕਰਮਾਂ ਦੇ ਬੋਝ ਤੋਂ ਮੁਕਤ ਹੋ ਜਾਂਦੀ ਹੈ। ਦੇਹੀ ਪੂਰੀ ਤਰ੍ਹਾਂ ਨਾਮ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ। ਦੇਹੀ ਪੂਰੀ ਤਰ੍ਹਾਂ ਰੂਹਾਨੀਅਤ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਇਸ ਦੇ ਫਲਸਰੂਪ ਅੰਮ੍ਰਿਤ ਸੂਖਸ਼ਮ ਦੇਹੀ ਵਿੱਚੋਂ ਬਾਹਰ ਵਹਿਣਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਦਾ ਵਰਣਨ ਆਸਾ ਦੀ ਵਾਰ ਵਿੱਚ ਕੀਤਾ ਗਿਆ ਹੈ। ਹਰ ਅੰਮ੍ਰਿਤ ਪਿੰਨੇ ਲੋਇਣਾ, ਮਨ ਪ੍ਰੇਮ ਰਤਨ ਰਾਮ ਰਾਜੇ। ਮਨ ਰਾਮ ਕਸਵਟੀ ਲਾਇਆ, ਕੰਚਨ ਸੋਵਿੰਨਾ। ਗੁਰਮੁਖ ਰੰਗ ਚਲੂਲਿਆ, ਮੇਰਾ ਮਨ ਤਨੁ ਪਿੰਨਾ। ਜਨ ਨਾਨਕ ਮਸਕ ਚ ਘੋਲਿਆ, ਸਭ ਜਨਮ ਤਨ ਤੰਨਾ। ਇਹ ਸਮਤ੍ਰਿਪਤੀ ਹੈ। ਸਮਤ੍ਰਿਪਤੀ ਸਰਵੋਤਮ ਸਮਤ੍ਰਿਪਤੀ, ਸਾਰੇ ਸਰੀਰ ਵਿੱਚ ਨਾਮ ਅੰਮ੍ਰਿਤ ਦੀ ਕਦੀ ਨਾ ਖਤਮ ਹੋਣ ਵਾਲੀ ਸਮਤ੍ਰਿਪਤੀ, ਜਿਹੜਾ ਕਿ ਸਦਾ ਸੁਹਾਗਣ ਦੇ ਤਾਜ ਉੱਪਰ ਜੜਿਆ ਸਭ ਤੋਂ ਅਮੋਲਕ ਹੀਰਾ ਹੈ। ਪੰਜ ਦੂਤਾਂ ਉੱਪਰ ਕਾਬੂ। ਜਦ ਸੁਹਾਗਣ ਨਿਰੰਤਰ ਆਧਾਰ 'ਤੇ ਡੂੰਘੇ ਧਿਆਨ ਦੇ ਲੰਬੇ ਅਭਿਆਸ ਵਿੱਚ ਜਾਂਦੀ ਹੈ, ਤਦ ਦਿਨ ਅਤੇ ਰਾਤ ਦੇ ਨਿਰੰਤਰ ਅਜਪਾ ਜਾਪ ਅਤੇ ਰੋਮ ਨਾਮ ਸਿਮਰਨ ਦੇ ਕਾਰਨ ਇਹ ਪੰਜ ਚੋਰ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਸਰੀਰ ਨੂੰ ਛੱਡ ਦਿੰਦੇ ਹਨ। ਤ੍ਰਿਸ਼ਨਾ ਬੁੱਝ ਜਾਂਦੀ ਹੈ, ਮਾਇਆ ਉੱਪਰ ਜਿੱਤ ਪ੍ਰਾਪਤ ਹੋ ਜਾਂਦੀ ਹੈ। ਸੁਹਾਗਣ ਤ੍ਰੈਗੁਣ ਮਾਇਆ ਤੋਂ ਪਰੇ ਚਲੀ ਜਾਂਦੀ ਹੈ ਅਤੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਵਿੱਚ ਲੀਨ ਹੋ ਜਾਂਦੀ ਹੈ ਅਤੇ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦੀ ਹੈ। ਸਦਾ ਸੁਹਾਗਣ ਬਣ ਜਾਂਦੀ ਹੈ। ਸੁਹਾਗਣ ਮਨ ਉੱਪਰ ਜਿੱਤ ਪਾ ਲੈਂਦੀ ਹੈ ਅਤੇ ਆਪਣੇ ਤਾਜ ਵਿੱਚ ਇੱਕ ਹੋਰ ਅਮੋਲਕ ਗਹਿਣੇ ਦੀ ਕਮਾਈ ਕਰ ਲੈਂਦੀ ਹੈ। ਆਸਾ, ਤ੍ਰਿਸ਼ਨਾ ਅਤੇ ਮਨਸਾ ਉੱਪਰ ਕਾਬੂ। ਜਦ ਸੁਹਾਗਣ ਨਿਰੰਤਰ ਆਧਾਰ 'ਤੇ ਡੂੰਘੇ ਧਿਆਨ ਦੇ ਲੰਬੇ ਅਭਿਆਸ ਵਿੱਚ ਸਮਾਧੀ ਅਤੇ ਸੁਨ ਸਮਾਧੀ ਵਿੱਚ ਜਾਂਦੀ ਹੈ, ਤਦ ਇੱਛਾਵਾਂ ਚਲੇ ਜਾਂਦੀਆਂ ਹਨ। ਸੁਹਾਗਣ ਇੱਛਾ ਮੁਕਤ ਹੋ ਜਾਂਦੀ ਹੈ। ਸੁਹਾਗਣ ਸਤ ਸੰਤੋਖ ਵਿੱਚ ਚਲੀ ਜਾਂਦੀ ਹੈ। ਸੁਹਾਗਣ ਆਪਣੇ ਮਨ ਉੱਪਰ ਜਿੱਤ ਪਾ ਲੈਂਦੀ ਹੈ ਅਤੇ ਉਹ ਆਪਣੇ ਤਾਜ ਵਿੱਚ ਇੱਕ ਹੋਰ ਅਮੋਲਕ ਗਹਿਣੇ ਨਾਲ ਸਜਾਈ ਅਤੇ ਨਿਵਾਜੀ ਜਾਂਦੀ ਹੈ। ਤ੍ਰਿਸ਼ਨਾ ਦੇ ਬੁੱਝ ਜਾਣ ਨਾਲ ਹੀ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਹਨ। ਪੂਰਨ ਬ੍ਰਹਮ ਗਿਆਨ, ਪੂਰਨ ਤਤ ਗਿਆਨ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕਰਕੇ ਸੁਹਾਗਣ ਸਦਾ ਸੁਹਾਗਣ ਬਣ ਜਾਂਦੀ ਹੈ। ਪੂਰਨ ਬ੍ਰਹਮ ਗਿਆਨ, ਪੂਰਨ ਤਤ ਗਿਆਨ, ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਹੁੰਦੀ ਹੈ। ਇਸ ਮਹਾਨ ਰੂਹਾਨੀ ਬਖਸ਼ਿਸ਼ ਦੀ ਪ੍ਰਾਪਤੀ ਅਤੇ ਸੇਵਾ ਦੀ ਪ੍ਰਾਪਤੀ ਕੇਵਲ ਅਕਾਲ ਪੁਰਖ ਦੇ ਦਰਸ਼ਨਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਰਾਜ, ਜੋਬਨ, ਧਨ, ਮਾਲ, ਰੂਪ, ਰਸ, ਗੰਧ, ਸ਼ਬਦ ਅਤੇ ਸਪਰਸ਼ ਉੱਪਰ ਕਾਬੂ। ਇਹ ਪੰਜ ਦੂਤਾਂ ਅਤੇ ਇੱਛਾਵਾਂ ਦੇ ਨਾਲ ਹੋਰ ਪੁਚਲਾਵੇ ਵਿੱਚ ਲਿਆਉਣ ਵਾਲੇ, ਭਰਮਾਂ ਭੁਲੇਖਿਆਂ ਵਿੱਚ ਪਾਉਣ ਵਾਲੇ ਤੱਤ ਹਨ, ਜਿਹੜੇ ਆਪ ਮਨੁੱਖ ਨੂੰ
ਮਾਇਆ ਦੀ ਗੁਲਾਮੀ ਵਿੱਚ ਰੱਖਣ ਦਾ ਕਾਰਨ ਹੁੰਦੇ ਹਨ। ਪਰ ਇੱਕ ਸੁਹਾਗਣ ਗੁਰਪ੍ਰਸਾਦ ਦੀ ਬਖਸ਼ਿਸ਼ ਨਾਲ ਸਮਾਧੀ ਅਤੇ ਸੁੰਨ ਸਮਾਧ ਵਿੱਚ ਬੈਠ ਕੇ ਆਪਣੇ ਆਪ ਨੂੰ ਨਾਮ ਅੰਮ੍ਰਿਤ ਨਾਲ ਭਰਪੂਰ ਕਰ ਲੈਂਦੀ ਹੈ ਅਤੇ ਆਪਣੇ ਆਪ ਨੂੰ ਇਹਨਾਂ ਭੁਲਾਵਿਆਂ ਅਤੇ ਪਰਮਾਂ ਦੇ ਪ੍ਰਭਾਵ ਤੋਂ ਮੁਕਤ ਕਰਾ ਲੈਂਦੀ ਹੈ। ਇਸ ਦੇ ਫਲਸਰੂਪ ਉਹ 5 ਦੂਤਾਂ, ਇੱਛਾਵਾਂ ਅਤੇ ਭੁਲਾਵਿਆਂ 'ਤੇ ਜਿੱਤ ਪਾ ਲੈਂਦੀ ਹੈ। ਸੁਹਾਗਣ ਮਾਨਸਿਕ ਬਿਮਾਰੀਆਂ ਤੋਂ ਬਾਹਰ ਆ ਜਾਂਦੀ ਹੈ ਅਤੇ ਮਾਇਆ 'ਤੇ ਪੂਰੀ ਤਰ੍ਹਾਂ ਜਿੱਤ ਪਾ ਲੈਂਦੀ ਹੈ ਅਤੇ ਇਸ ਜਿੱਤ ਦੇ ਗੁਣ ਨਾਲ ਉਹ ਆਪਣੇ ਮਨ ਉੱਪਰ ਪੂਰਨ ਜਿੱਤ ਪਾ ਲੈਂਦੀ ਹੈ ਅਤੇ ਸਰਵ ਸ਼ਕਤੀਮਾਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਨਾਲ ਇੱਕ ਮਿਕ ਹੋ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ। ਦੁਬਿਧਾ ਅਤੇ ਭਰਮਾਂ ਦਾ ਨਾਸ਼ ਹੋ ਜਾਣਾ। ਸਾਰੀਆਂ ਹੀ ਦੁਵਿਧਾਵਾਂ ਭਰਮ, ਭੁਲੇਖੇ ਗੁਰੂ ਅਤੇ ਗੁਰਬਾਣੀ ਵਿੱਚ ਪੂਰਨ ਦ੍ਰਿੜਤਾ, ਵਿਸ਼ਵਾਸ, ਭਰੋਸੇ ਅਤੇ ਯਕੀਨ ਵਿੱਚ ਬਦਲ ਜਾਂਦੇ ਹਨ। ਸੁਹਾਗਣਾ ਅਤੇ ਸਦਾ ਸੁਹਾਗਣਾ ਇਹਨਾਂ ਵਿਚਲਿਤ ਕਰਨ ਵਾਲੇ ਤੱਤਾਂ ਉੱਪਰ ਉੱਠ ਜਾਂਦੀਆਂ ਹਨ ਅਤੇ ਉਹਨਾਂ ਅਤੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿਚਕਾਰ ਬਿਨਾਂ ਸ਼ਰਤ ਬੇਅੰਤ ਪਿਆਰ, ਬੇਅੰਤ ਸ਼ਰਧਾ ਅਤੇ ਬੇਅੰਤ ਭਰੋਸੇ ਦੇ ਬੰਧਨ ਦੇ ਵਿਚਕਾਰ ਕੁਝ ਨਹੀਂ ਆ ਸਕਦਾ। ਐਸੀ ਇੱਕ ਰੂਹ ਜੋ ਗੁਰਪ੍ਰਸਾਦ ਦੀ ਬਖਸ਼ਿਸ਼ ਪ੍ਰਾਪਤ ਕਰਦੀ ਹੈ, ਜੀਵਨ ਮੁਕਤ ਬਣ ਜਾਂਦੀ ਹੈ, ਸਦਾ ਸੁਹਾਗਣ ਬਣ ਜਾਂਦੀ ਹੈ। ਐਸੇ ਗੁਰਪ੍ਰਸਾਦ ਨਾਲ ਸਦਾ ਸੁਹਾਗਣ ਏਕ ਦ੍ਰਿਸ਼ਟ ਬਣ ਜਾਂਦੀ ਹੈ, ਨਿਰਵੈਰ ਬਣ ਜਾਂਦੀ ਹੈ ਅਤੇ ਸਾਰੀ ਸ੍ਰਿਸ਼ਟੀ ਲਈ, ਸਾਰੀ ਲੋਕਾਈ ਲਈ ਬੇਅੰਤ ਇਲਾਹੀ ਪਿਆਰ ਨਾਲ ਭਰਪੂਰ ਹੋ ਜਾਂਦੀ ਹੈ। ਭਰਪੂਰ ਬੇਅੰਤ ਨਿਮਰਤਾ ਨਾਲ ਹਿਰਦਾ ਪ੍ਰਕਾਸ਼ਮਾਨ ਹੋ ਜਾਣਾ। ਭਰਪੂਰ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ। ਹਿਰਦੇ ਵਿੱਚ ਗਰੀਬੀ ਵੇਸ ਦਰਗਾਹ ਦੀ ਕੁੰਜੀ ਹੈ। ਸੁਹਾਗਣਾ ਅਤੇ ਸਦਾ ਸੁਹਾਗਣਾ ਵਿੱਚ ਇਸ ਅਮੋਲਕ ਹੀਰੇ ਦੀ ਆਪਣੇ ਹਿਰਦੇ ਵਿੱਚ ਕਮਾਈ ਕਰਦੀਆਂ ਹਨ। ਉਹਨਾਂ ਦਾ ਹਿਰਦਾ ਗਰੀਬੀ ਵੇਸ ਹਿਰਦਾ ਬਣ ਜਾਂਦਾ ਹੈ। ਉਹ ਭਰਪੂਰ ਨਿਮਰਤਾ ਵਿੱਚ ਵਿਚਰਦੇ ਹੋਏ ਸਾਰੀ ਰਚਨਾ ਦੇ ਚਰਨਾਂ ਵਿੱਚ ਸਦਾ ਸਦਾ ਲਈ ਰਹਿੰਦੇ ਹਨ। ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਖਵਾਉਂਦੇ ਹਨ, ਦਾਸਨ ਦਾਸ ਖਵਾਉਂਦੇ ਹਨ। ਭਰਪੂਰ ਨਿਮਰਤਾ ਉਹਨਾਂ ਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਦੀ ਹੈ। ਸਦਾ ਸੁਹਾਗਣ ਲਈ ਆਦਰ ਅਤੇ ਨਿਰਾਦਰ ਕੁਝ ਨਹੀਂ ਹੁੰਦਾ, ਮਾਨ ਅਪਮਾਨ ਸਮਾਨ ਹੁੰਦਾ ਹੈ। ਸਦਾ ਸੁਹਾਗਣ ਉੱਪਰ ਸਿਰਫ ਸਿਫਤ ਅਤੇ ਨਿੰਦਿਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਭਰਪੂਰ ਬੇਅੰਤ ਦਿਆਲਤਾ ਦਾ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਣਾ। ਬੇਅੰਤ ਦਿਆਲਤਾ ਸੁਹਾਗਣ ਅਤੇ ਸਦਾ ਸੁਹਾਗਣ ਦੇ ਹਿਰਦੇ ਨੂੰ ਬਹੁਤ ਵਿਸ਼ਾਲ ਬਣਾ ਦਿੰਦੀ ਹੈ। ਹਿਰਦੇ ਦੀ ਬੇਅੰਤ ਦਿਆਲਤਾ ਉਹਨਾਂ ਦੀ ਸੇਵਾ ਵਿੱਚ ਲੱਗੀਆਂ ਰੂਹਾਨੀ ਸ਼ਕਤੀਆਂ ਦੀ ਮਦਦ ਨਾਲ ਦੂਸਰਿਆਂ ਦੀ ਮਦਦ ਕਰਨ ਦੀ ਯੋਗ ਬਣਾ ਦਿੰਦੀ ਹੈ। ਸੁਹਾਗਣਾ ਅਤੇ ਸਦਾ ਸੁਹਾਗਣਾ ਦੂਸਰਿਆਂ ਦੀਆਂ ਪੀੜਾਂ ਲੈ ਕੇ ਉਹਨਾਂ ਨੂੰ ਅੰਮ੍ਰਿਤ ਦਿੰਦੀਆਂ ਹਨ। ਸਦਾ ਸੁਹਾਗਣਾ ਆਪਣੇ ਸੰਗਤ ਦੇ ਜ਼ਹਿਰ ਨੂੰ ਪੀ ਲੈਂਦੀਆਂ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਦੇ ਦਿੰਦੀਆਂ ਹਨ। ਬੇਸ਼ਰਤ ਬੇਅੰਤ ਪਿਆਰ, ਬੇਅੰਤ ਸ਼ਰਧਾ ਅਤੇ ਬੇਅੰਤ ਭਰੋਸਾ। ਇੱਥੇ ਸੁਹਾਗਣਾ ਅਤੇ ਸਦਾ ਸੁਹਾਗਣਾ ਦੇ ਮਹੱਤਵਪੂਰਨ ਗੁਣਾਂ ਦੀ ਕੋਈ ਸੀਮਾ ਨਹੀਂ ਹੈ। ਬਲੀਦਾਨ ਸ਼ਾਂਤੀ ਲੈ ਕੇ ਆਉਂਦਾ ਹੈ। ਜਿੱਥੇ ਸ਼ਾਂਤੀ ਹੈ ਉੱਥੇ ਪਰਮਾਤਮਾ ਆਪ ਨਿਰਗੁਣ ਸਰੂਪ ਵਿੱਚ ਹੈ। ਇਹੀ ਕਾਰਨ ਹੈ ਕਿ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਦਾ ਸੁਹਾਗਣਾ ਵਿੱਚ ਹਮੇਸ਼ਾ ਅਤੇ ਸਦਾ ਲਈ ਆਪਣੇ ਨਿਰਗੁਣ ਸਰੂਪ ਵਿੱਚ ਵਾਸ ਕਰਦਾ ਹੈ। ਇਹ ਇੱਕ ਹੋਰ ਗੁਰਪ੍ਰਸਾਦ ਦਾ ਵੱਡਾ ਗੁਣ ਹੈ, ਜਿਸ ਦੀ ਸੁਹਾਗਣਾ ਅਤੇ ਸਦਾ ਸੁਹਾਗਣਾ ਨੂੰ ਬਖਸ਼ਿਸ਼ ਹੁੰਦੀ ਹੈ। ਮੁਆਫ ਕਰ ਦੇਣਾ। ਦੂਸਰਿਆਂ ਦੇ ਗੁਨਾਹ ਮਾਫ ਕਰ ਦੇਣਾ ਬੇਅੰਤ ਦਿਆਲਤਾ ਦੀ ਨਿਸ਼ਾਨੀ ਹੈ। ਗੁਨਾਹਾਂ ਦੀ ਮਾਫੀ ਅਤੇ ਬੇਅੰਤ ਦਿਆਲਤਾ ਇੱਕ ਦੂਸਰੇ ਦੇ ਪੂਰਕ ਹਨ। ਦੂਸਰਿਆਂ ਦੇ ਗੁਨਾਹ ਮਾਫ ਕੇਵਲ ਇੱਕ ਬੇਅੰਤ ਦਿਆਲਤਾ ਵਾਲਾ ਹਿਰਦਾ ਹੀ ਕਰ ਸਕਦਾ ਹੈ। ਦੂਸਰਿਆਂ ਦੇ ਗੁਨਾਹ ਮਾਫ ਕਰ ਦੇਣਾ ਬੇਅੰਤ ਬ੍ਰਹਮ ਗੁਣ ਹਨ, ਜਿਹੜੇ ਸਦਾ ਸੁਹਾਗਣ ਦੇ ਹਿਰਦੇ ਵਿੱਚ ਬੇਅੰਤ ਸਥਾਨ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਦਾ ਹਿਰਦਾ ਵਿਸ਼ਾਲ, ਬੇਅੰਤ ਅਤੇ ਬੰਧਨਾਂ ਤੋਂ ਮੁਕਤ ਬਣ ਜਾਂਦਾ ਹੈ। ਜਿੱਥੇ ਮੁਆਫ਼ੀ ਹੈ ਉੱਥੇ ਗੁੱਸਾ ਕ੍ਰੋਧ ਨਹੀਂ ਹੈ। ਜਿੱਥੇ ਕ੍ਰੋਧ ਨਹੀਂ ਹੈ
ਉੱਥੇ ਹਉਮੈ ਨਹੀਂ ਹੈ। ਜਿੱਥੇ ਹਉਮੈ ਨਹੀਂ ਹੈ ਉੱਥੇ ਪਰਮਾਤਮਾ ਆਪ ਦੇ ਨਿਰਗੁਣ ਸਰੂਪ ਵਿੱਚ ਪ੍ਰਗਟ ਹੁੰਦਾ ਹੈ। ਹਉਮੈ ਦੀ ਮੌਤ ਗੁਰਪ੍ਰਸਾਦ ਹੈ, ਜੋ ਸਦਾ ਸੁਹਾਗਣ ਦੇ ਤਾਜ ਵਿੱਚ ਜੜਿਆ ਜਾਂਦਾ ਹੈ। ਹਉਮੈ ਦੀ ਮੌਤ ਹੀ ਜੀਵਨ ਮੁਕਤੀ ਹੈ। ਹਉਮੈ ਦੀ ਮੌਤ ਹੋਣ ਨਾਲ ਹੀ ਅਕਾਲ ਪੁਰਖ ਦੇ ਦਰਸ਼ਨਾਂ ਦੀ ਕਿਰਪਾ ਹੁੰਦੀ ਹੈ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਨਿਰਭਉ ਹੋ ਜਾਣਾ। ਸਦਾ ਸੁਹਾਗਣ ਦੇ ਤਾਜ ਵਿੱਚ ਨਿਰਭੈਤਾ ਇੱਕ ਹੋਰ ਅਮੋਲਕ ਗਹਿਣਾ ਹੈ। ਉਸ ਦਾ ਕੋਈ ਵੈਰੀ ਨਹੀਂ ਹੁੰਦਾ, ਹਰ ਇੱਕ ਉਸ ਲਈ ਮਿੱਤਰ ਹੁੰਦਾ ਹੈ। ਉਹ ਸਾਰੀ ਰਚਨਾ ਨੂੰ ਉਸ ਤਰ੍ਹਾਂ ਪਿਆਰ ਕਰਦੀ ਹੈ ਜਿਸ ਤਰ੍ਹਾਂ ਆਪ ਸਰਵ ਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਨੂੰ ਪਿਆਰ ਕਰਦੀ ਹੈ। ਨਿਰਭਉ ਹੋਣਾ ਉਸ ਨੂੰ ਪੂਰਨ ਸੱਚਾਰਾ ਮਨੁੱਖ ਬਣਾ ਦਿੰਦਾ ਹੈ। ਉਹ ਅਨਾਦ ਸੱਤ ਨੂੰ ਵਰਤਾਉਣ ਤੋਂ ਕਦੀ ਨਹੀਂ ਡਰਦੀ। ਉਹ ਪੂਰਨ ਸੱਤ ਵੇਖਦੀ ਹੈ, ਉਹ ਪੂਰਨ ਸੱਤ ਸੁਣਦੀ ਹੈ, ਉਹ ਪੂਰਨ ਸੱਤ ਦੀ ਸੇਵਾ ਕਰਦੀ ਹੈ ਅਤੇ ਪੂਰਨ ਸੱਤ ਵਰਤਾਉਂਦੀ ਹੈ। ਉਹ ਸਾਰੇ ਸੰਸਾਰਕ ਮੋਹ ਤੋਂ ਮੁਕਤ ਹੋ ਜਾਂਦੀ ਹੈ। ਸਤ ਸੰਤੋਖ ਦੇ ਗੁਰਪ੍ਰਸਾਦ ਦੀ ਪ੍ਰਾਪਤੀ। ਇਹ ਇੱਕ ਹੋਰ ਬੇਅੰਤ ਬ੍ਰਹਮ ਗੁਣ ਹੈ। ਮਨ ਅਤੇ ਰੂਹ ਦੀ ਇੱਕ ਪੂਰਨ ਸੰਤੁਸ਼ਟੀ ਦੀ ਅਵਸਥਾ। ਹਮੇਸ਼ਾ ਹੁਕਮ ਦੇ ਵਿੱਚ, ਹਮੇਸ਼ਾ ਹੀ ਸਰਵ ਸ਼ਕਤੀਮਾਨ ਦੀ ਹਰ ਹੁਕਮ ਦਾ ਸਵੀਕਾਰ ਕਰਨ। ਕੋਈ ਇੱਛਾਵਾਂ ਨਹੀਂ, ਪੂਰਨ ਤੌਰ 'ਤੇ ਮਨ ਦੀ ਸਥਿਰ ਅਵਸਥਾ। ਕੋਈ ਲਾਭ ਨਹੀਂ, ਕੋਈ ਹਾਨੀ ਨਹੀਂ। ਮਾਟੀ ਕੰਚਨ ਇੱਕ ਬਰਾਬਰ, ਦੁੱਖ ਸੁੱਖ ਇੱਕ ਬਰਾਬਰ, ਅੰਮ੍ਰਿਤ ਅਤੇ ਬਿਖ ਇੱਕ ਬਰਾਬਰ। ਸੰਸਾਰਿਕ ਆਰਾਮਾਂ ਅਤੇ ਪਦਾਰਥਾਂ ਲਈ ਕੋਈ ਲੋਭ ਨਹੀਂ। ਹਮੇਸ਼ਾ ਹੀ ਅਨਾਦ ਅਸੀਸ ਵਿੱਚ ਲੀਨ, ਸ਼ਾਂਤ, ਸਥਿਰ ਅਤੇ ਪੂਰੀ ਤਰ੍ਹਾਂ ਅਨਾਦ ਆਨੰਦ ਅਤੇ ਖੁਸ਼ੀਆਂ ਨਾਲ ਭਰਪੂਰ। ਨਿਰੰਤਰ ਸਿਮਰਨ, ਅਜਪਾ ਜਾਪ, ਰੋਮ ਰੋਮ ਸਿਮਰਨ ਵਿੱਚ ਚਲਾ ਜਾਣਾ। ਇਹ ਨਾਮ ਸਿਮਰਨ ਦੀਆਂ ਉੱਚੀਆਂ ਅਵਸਥਾਵਾਂ ਹਨ ਅਤੇ ਸਦਾ ਸੁਹਾਗਣਾ ਇਹਨਾਂ ਦੀ ਅਨਾਦ ਬਖਸ਼ਿਸ਼ ਨਾਲ ਬਖਸ਼ੀਆਂ ਹੁੰਦੀਆਂ ਹਨ। ਇਹ ਉਹਨਾਂ ਲਈ ਬੜੇ ਹੀ ਉੱਚੇ ਦਰਜੇ ਦੀ ਗੁਰਪ੍ਰਸਾਦ ਉਪਲਬਧ ਹੈ। ਉਹਨਾਂ ਦੀ ਸਾਰੀ ਦੇਹੀ ਵਿੱਚ ਸਿਮਰਨ ਨਿਰੰਤਰ ਚੱਲਦਾ ਹੈ। ਉਹ ਨਿਰੰਤਰ ਆਧਾਰ 'ਤੇ ਨਾਮ ਸਿਮਰਨ ਨਾਲ ਭਰਪੂਰ ਰਹਿੰਦੀਆਂ ਹਨ। ਉਹ ਸਦਾ ਹੀ ਸਮਾਧੀ ਦੀ ਅਵਸਥਾ ਵਿੱਚ ਹੁੰਦੀਆਂ ਹਨ। ਆਤਮ ਰਸ ਅੰਮ੍ਰਿਤ, ਪਰਮ ਜੋਤ, ਪੂਰਨ ਪ੍ਰਕਾਸ਼, ਨਿਰਗੁਣ ਸਰੂਪ ਦਾ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਜਾਣਾ। ਆਤਮ ਰਸ ਸਭ ਤੋਂ ਉੱਚਾ ਅੰਮ੍ਰਿਤ ਹੁੰਦਾ ਹੈ ਜੋ ਸਦਾ ਸੁਹਾਗਣਾ ਨੂੰ ਉਪਲਬਧ ਹੁੰਦਾ ਹੈ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਆਤਮ ਰਸ ਜੋ ਜਾਨ ਹੀ, ਸੋ ਹੈ ਖਾਲਸਾ ਦੇਵ। ਇਹ ਪਰਮਾਤਮਾ ਦੇ ਨਿਰਗੁਣ ਸਰੂਪ ਦਾ ਸਭ ਤੋਂ ਸ਼ੁੱਧ ਰੂਪ ਹੈ, ਜਿਸ ਵਿੱਚ ਸਦਾ ਸੁਹਾਗਣ ਨਿਰੰਤਰ ਆਧਾਰ 'ਤੇ ਸਦਾ ਹੀ ਲੀਨ ਰਹਿੰਦੀ ਹੈ। ਇਸ ਅੰਮ੍ਰਿਤ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਹ ਕੇਵਲ ਰੂਹਾਨੀ ਅੱਖ ਨਾਲ ਵੇਖਿਆ, ਅਨੁਭਵ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਸਭ ਤੋਂ ਉੱਚੇ ਪੱਧਰ ਦਾ ਗੁਰਪ੍ਰਸਾਦ ਹੁੰਦਾ ਹੈ ਜਿਹੜਾ ਸਦਾ ਸੁਹਾਗਣਾ ਲਈ ਉਪਲਬਧ ਹੁੰਦਾ ਹੈ। ਦਸਮ ਦੁਆਰ ਖੁੱਲ੍ਹ ਜਾਣਾ। ਇਹ ਰੂਹਾਨੀ ਦਰਵਾਜ਼ਾ ਹੈ ਜਿਹੜਾ ਮਨੁੱਖੀ ਖੋਪੜੀ ਦੇ ਉੱਪਰਲੇ ਭਾਗ ਵਿੱਚ ਸਥਿਰ ਹੁੰਦਾ ਹੈ। ਜਦ ਇਹ ਖੁੱਲ੍ਹਦਾ ਹੈ, ਇਹ ਸੁਹਾਗਣ ਦਾ ਅਕਾਲ ਪੁਰਖ ਨਾਲ ਨਿਰੰਤਰ ਆਧਾਰ 'ਤੇ ਸੰਬੰਧ ਜੋੜ ਦਿੰਦਾ ਹੈ। ਇਹ ਨਿਰੰਤਰ ਸਰੀਰ ਵਿੱਚ ਅੰਮ੍ਰਿਤ ਦਾ ਸੰਚਾਰ ਕਰਦਾ ਹੈ। ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰਖ ਕੀ ਘਾਟੀ। ਇਹ ਗੁਰਪ੍ਰਸਾਦ ਸੁਹਾਗਣਾ ਅਤੇ ਸਦਾ ਸੁਹਾਗਣਾ ਲਈ ਨਿਰੰਤਰ ਆਧਾਰ 'ਤੇ ਉਪਲਬਧ ਹੁੰਦਾ ਹੈ। ਇੱਕ ਵਾਰ ਜਦ ਦਸਮ ਦੁਆਰ ਖੁੱਲ੍ਹ ਜਾਂਦਾ ਹੈ ਤਾਂ ਬ੍ਰਹਮ ਗਿਆਨ ਅੰਦਰੋਂ ਫੁੱਟ ਪੈਂਦਾ ਹੈ। ਗੁਰਬਾਣੀ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਦਸਮ ਦੁਆਰ ਖੁੱਲ੍ਹ ਜਾਂਦਾ ਹੈ, ਦਿਮਾਗ ਦੀ ਕਰਮ ਕਰਨ ਦੀ ਸਮਰੱਥਾ ਦਸਮ ਦੁਆਰ ਖੁੱਲ੍ਹਣ ਨਾਲੋਂ ਵੱਧ ਜਾਂਦੀ ਹੈ। ਅਨਹਦ ਨਾਦ ਸ਼ਬਦ ਦੀ ਪ੍ਰਾਪਤੀ। ਅਨਹਦ ਸ਼ਬਦ ਦਸਮ ਦੁਆਰ ਵਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ। ਦਸਮ ਦੁਆਰ ਖੁੱਲ੍ਹਣ ਤੋਂ ਬਾਅਦ ਸੁਹਾਗਣ ਅਤੇ ਅਕਾਲ ਪੁਰਖ ਵਿੱਚ
ਨਿਰੰਤਰ ਸੰਬੰਧ ਸਥਾਪਿਤ ਹੋ ਜਾਂਦਾ ਹੈ। ਦਸਮ ਦੁਆਰ ਤੋਂ ਸਰੀਰ ਵਿੱਚ ਨਿਰੰਤਰ ਅੰਮ੍ਰਿਤ ਦਾ ਸੰਚਾਰ ਹੁੰਦਾ ਹੈ ਅਤੇ ਉਸ ਵੇਲੇ ਹੀ ਅਨਹਦ-ਨਾਦ ਬ੍ਰਹਮ ਸੰਗੀਤ ਦਸਮ ਦੁਆਰ ਵਿੱਚ ਵੱਜਣਾ ਸ਼ੁਰੂ ਹੁੰਦਾ ਹੈ। ਇਹ ਬ੍ਰਹਮ ਸੰਗੀਤ ਅੰਮ੍ਰਿਤ ਹੈ ਅਤੇ ਅਕਾਲ ਪੁਰਖ ਤੋਂ ਸਿੱਧਾ ਆਉਂਦਾ ਨਿਰੰਤਰ ਬ੍ਰਹਮਖੰਡ ਕੀਰਤਨ ਹੈ। ਇਹ 5 ਵੱਖ-ਵੱਖ ਸਾਜ਼ਾਂ ਦੁਆਰਾ ਵਜਾਏ ਜਾ ਰਹੇ ਸੰਗੀਤ ਦੇ ਰੂਪ ਵਿੱਚ ਸੁਣਾਈ ਦਿੰਦਾ ਹੈ। ਇਸ ਲਈ ਇਸ ਨੂੰ ਗੁਰਬਾਣੀ ਵਿੱਚ ਪੰਜ ਸ਼ਬਦ ਅਨਹਦ-ਨਾਦ ਵੀ ਕਿਹਾ ਗਿਆ ਹੈ। ਕੁਝ ਸਦਾ ਸੁਹਾਗਣਾਂ ਨੂੰ ਐਸੀ ਬਖਸ਼ਿਸ਼ ਹੁੰਦੀ ਹੈ ਕਿ ਉਹ ਇਸ ਕੀਰਤਨ ਨੂੰ ਸੁਣ ਕੇ ਇਸ ਸੰਸਾਰ ਵਿੱਚ ਇਸ ਨੂੰ ਲਿਖਣ ਅਤੇ ਗਾਉਣ ਦੇ ਯੋਗ ਹੋ ਜਾਂਦੀਆਂ ਹਨ। ਇਹ ਬਖਸ਼ਿਸ਼ 6 ਗੁਰੂ ਸਾਹਿਬਾਨ ਅਤੇ 15 ਭਗਤਾਂ ਨੂੰ ਪ੍ਰਾਪਤ ਸੀ, ਜਿਨ੍ਹਾਂ ਨੇ ਗੁਰਬਾਣੀ ਗਾਈ ਅਤੇ ਉਚਾਰਨ ਕੀਤੀ ਹੈ। ਉਹਨਾਂ ਪਰਮਾਤਮਾ ਦੀ ਧੁਰਕੀ ਬਾਣੀ ਨੂੰ ਗਾਇਆ ਅਤੇ ਲਿਖਿਆ। ਇਹਨਾਂ ਦੀ ਸੰਪਾਦਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ। ਇਹ ਸਦਾ ਸੁਹਾਗਣਾਂ ਨੂੰ ਪ੍ਰਾਪਤ ਇੱਕ ਹੋਰ ਉੱਚ ਪੱਧਰ ਦਾ ਗੁਰਪ੍ਰਸਾਦ ਹੈ। ਸਤ ਸਰੋਵਰ ਅੰਮ੍ਰਿਤ ਦੇ ਸਤ ਸਾਗਰ ਪ੍ਰਕਾਸ਼ਮਾਨ ਹੋ ਜਾਣੇ। ਇਹ ਮਨੁੱਖਾ ਦੇਹੀ ਦੇ ਅੰਦਰਲੇ 7 ਰੂਹਾਨੀ ਸ਼ਕਤੀਆਂ ਦੇ ਸੋਮੇ ਹਨ। ਇਹ ਇਹਨਾਂ ਸਥਾਨਾਂ 'ਤੇ ਹਨ: ਸਿਰ ਦੇ ਬਿਲਕੁਲ ਉੱਪਰ ਦਸਮ ਦੁਆਰ, ਮੱਥਾ ਤੇ ਤ੍ਰਿਕੁਟੀ, ਕੰਠ ਵਿੱਚ, ਛਾਤੀ ਦੇ ਵਿਚਕਾਰ ਹਿਰਦਾ, ਧੁੰਨੀ ਦਾ ਸਥਾਨ ਨਾਭੀ ਵਿੱਚ, ਲਿੰਗ ਇੰਦਰੀਆਂ ਦੇ ਉੱਪਰ, ਰੀੜ੍ਹ ਦੀ ਹੱਡੀ ਦੇ ਆਧਾਰ 'ਤੇ ਕੁੰਡਲਨੀ। ਇਹ ਨਾਮ ਅੰਮ੍ਰਿਤ ਨਾਲ ਪ੍ਰਕਾਸ਼ਮਾਨ ਹੋ ਜਾਂਦੇ ਹਨ। ਇੱਕ ਵਾਰ ਜਦੋਂ ਉਹ ਅਜਿਹਾ ਹੋ ਜਾਂਦਾ ਹੈ ਤਦ ਮਨੁੱਖੀ ਸਰੀਰ ਵਿੱਚ ਰੂਹਾਨੀ ਸ਼ਕਤੀਆਂ ਦੀ ਅੰਦਰੂਨੀ ਉਤਪੱਤੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਸੁਹਾਗਣਾ ਅਤੇ ਸਦਾ ਸੁਹਾਗਣਾ ਲਈ ਉਪਲਬਧ ਗੁਰਪ੍ਰਸਾਦ ਹੈ। ਸਾਡੀ ਦੇਹੀ ਨਿਰਗੁਣ ਸਰੂਪ ਨਾਲ 14 ਲੋਕ, ਪਰਲੋਕ ਅਤੇ ਮਾਨਸਰੋਵਰ ਨਾਲ ਇਹਨਾਂ ਇਲਾਹੀ ਅੰਮ੍ਰਿਤ ਦੇ ਸੋਮਿਆਂ ਰਾਹੀਂ ਸਦਾ ਸਦਾ ਲਈ ਇੱਕ ਮਿਕ ਹੋ ਜਾਂਦੀ ਹੈ। ਪੂਰਨ ਬ੍ਰਹਮ ਗਿਆਨ ਅਤੇ ਤਤ ਗਿਆਨ ਦੀ ਪ੍ਰਾਪਤੀ। ਅਕਾਲ ਪੁਰਖ ਦੇ ਦਰਸ਼ਨਾਂ ਨਾਲ ਪੂਰਨ ਬ੍ਰਹਮ ਗਿਆਨ ਅਤੇ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਗੁਰਪ੍ਰਸਾਦ ਦੀ ਪ੍ਰਾਪਤੀ ਬੰਦਗੀ ਸੰਪੂਰਨ ਹੋਣ 'ਤੇ ਅਤੇ ਦਰਗਾਹ ਵਿੱਚ ਪ੍ਰਵਾਨ ਹੋਣ 'ਤੇ ਹੁੰਦੀ ਹੈ। ਬੰਦਗੀ ਦੀ ਯਾਤਰਾ ਨੂੰ ਸੰਪੂਰਨ ਕਰਨ ਲਈ ਇਸ ਪੂਰਨ ਬ੍ਰਹਮ ਗਿਆਨ ਦੀ ਜ਼ਰੂਰਤ ਹੈ, ਕਿਉਂਕਿ ਇਸ ਗੁਰਪ੍ਰਸਾਦ ਤੋਂ ਬਿਨਾਂ ਬੰਦਗੀ ਪੂਰਨ ਨਹੀਂ ਹੁੰਦੀ ਹੈ। ਬ੍ਰਹਮ ਗਿਆਨ ਨੂੰ ਇਸ ਤਰ੍ਹਾਂ ਵੀ ਜਾਣਿਆ ਜਾਂਦਾ ਹੈ: ਤਤ ਗਿਆਨ, ਅਕਾਲ ਪੁਰਖ ਦੀ ਹੋਂਦ ਬਾਰੇ ਬ੍ਰਹਮ ਗਿਆਨ, ਪਰਮ ਤਤ, ਸਰਵ ਉੱਤਮ ਦੀ ਸਦੀਵੀ ਹੋਂਦ, ਬੇਅੰਤ, ਅਨਾਦ ਸਤ, ਅੰਮ੍ਰਿਤ, ਪਰਮ ਜੋਤ, ਪੂਰਨ ਪ੍ਰਕਾਸ਼, ਨਿਰਗੁਣ ਸਰੂਪ, ਮਾਨ ਸਰੋਵਰ, ਗੁਰਸਾਗਰ। ਇਹ ਸਦਾ ਸੁਹਾਗਣਾਂ ਨੂੰ ਉਪਲਬਧ ਬਹੁਤ ਹੀ ਸਰਵ ਉੱਚ ਪੱਧਰ ਦਾ ਗੁਰਪ੍ਰਸਾਦ ਹੈ। ਸਦਾ ਸੁਹਾਗਣ ਦੇ ਤਾਜ ਵਿੱਚ ਸਾਰੇ ਹੀ ਬ੍ਰਹਮ ਗਿਆਨ ਦੇ ਅਮੋਲਕ ਹੀਰੇ ਅਤੇ ਗਹਿਣੇ ਜੜੇ ਹੁੰਦੇ ਹਨ। ਮਨ ਨੂੰ ਜਿੱਤਣਾ, ਮਾਇਆ ਨੂੰ ਜਿੱਤਣਾ, ਤ੍ਰੈ ਗੁਣ ਤੋਂ ਪਰੇ ਜਾ ਕੇ ਨਿਰਗੁਣ ਸਰੂਪ ਵਿੱਚ ਸਮਾ ਜਾਣਾ। ਮਾਇਆ ਉੱਤੇ ਜਿੱਤ ਪਾਉਣੀ ਬੰਦਗੀ ਦਾ ਸਭ ਤੋਂ ਕਠਿਨ ਭਾਗ ਹੈ। ਬੰਦਗੀ ਅਸਲ ਵਿੱਚ ਮਾਇਆ ਖਿਲਾਫ ਜੰਗ ਹੀ ਹੈ। ਇਸ ਜੰਗ ਵਿੱਚ ਮਾਇਆ ਨੂੰ ਹਰਾ ਕੇ ਇੱਕ ਸੁਹਾਗਣ ਸਦਾ ਸੁਹਾਗਣ ਬਣ ਜਾਂਦੀ ਹੈ। ਜਦੋਂ ਉਹ ਮਾਇਆ ਵਿਰੁੱਧ ਲੜਾਈ ਵਿੱਚ ਜਿੱਤ ਜਾਂਦੀ ਹੈ ਅਤੇ ਮਾਇਆ ਦੇ 3 ਗੁਣਾਂ ਤੋਂ ਪਰੇ ਚਲੇ ਜਾਂਦੀ ਹੈ, ਤਦ ਉਹ ਅਕਾਲ ਪੁਰਖ ਨਾਲ ਇੱਕ ਮਿਕ ਹੋ ਜਾਂਦੀ ਹੈ। ਉਹ ਪਾਰਬ੍ਰਹਮ ਪਰਮੇਸ਼ਰ ਦੇ ਨਿਰਗੁਣ ਸਰੂਪ ਵਿੱਚ ਅਭੇਦ ਹੋ ਜਾਂਦੀ ਹੈ। ਇਹ ਸਰਵ ਉੱਚ ਪੱਧਰ ਦਾ ਗੁਰਪ੍ਰਸਾਦ ਹੈ। ਇਸ ਦੀ ਸਦਾ ਸੁਹਾਗਣਾਂ ਨੂੰ ਬਖਸ਼ਿਸ਼ ਹੁੰਦੀ ਹੈ ਅਤੇ ਗੁਰਪ੍ਰਸਾਦ ਦੇ ਇਸ ਗੁਣ ਨਾਲ ਮਾਇਆ ਸਦਾ ਸੁਹਾਗਣਾਂ ਦੀ ਦਾਸੀ ਬਣ ਜਾਂਦੀ ਹੈ ਅਤੇ ਸਦਾ ਸੁਹਾਗਣਾਂ ਦੀ ਸੇਵਾ ਕਰਦੀ ਹੈ। ਏਕ ਦ੍ਰਿਸ਼ਟ ਹੋ ਜਾਣਾ। ਇੱਕ ਸਦਾ ਸੁਹਾਗਣ ਏਕ ਦ੍ਰਿਸ਼ਟ ਦੇ ਗੁਰਪ੍ਰਸਾਦ ਨਾਲ ਬਖਸ਼ੀ ਹੁੰਦੀ ਹੈ। ਇਸ ਤੋਂ ਭਾਵ ਹੈ ਕਿ ਉਸ ਲਈ ਸਾਰੇ ਹੀ ਬਰਾਬਰ ਹੁੰਦੇ ਹਨ। ਉਸ ਦੀ ਨਜ਼ਰ ਵਿੱਚ ਕੋਈ ਦ્વੈਤ ਭਾਵਨਾ ਨਹੀਂ ਹੁੰਦੀ। ਉਹ ਹਰ ਇੱਕ ਨੂੰ ਇੱਕ ਨਜ਼ਰ ਨਾਲ ਦੇਖਦੀ ਹੈ। ਉਸ ਦੀ ਨਜ਼ਰ ਵਿੱਚ ਕੋਈ ਪੱਖਪਾਤ ਨਹੀਂ ਹੁੰਦਾ। ਸਦਾ ਸੁਹਾਗਣ ਵਾਸਤੇ ਸੰਸਾਰਿਕ ਦੁੱਖਾਂ ਅਤੇ ਖੁਸ਼ੀਆਂ ਵਿੱਚ ਕੋਈ ਅੰਤਰ ਨਹੀਂ ਹੁੰਦਾ। ਉਸ ਲਈ ਸੋਨੇ ਅਤੇ ਰੇਤ ਦਾ ਕੋਈ ਅੰਤਰ ਨਹੀਂ ਹੁੰਦਾ। ਉਸ ਲਈ ਸਾਰੇ ਸੰਸਾਰ ਅਤੇ ਆਪਣੇ ਪਰਿਵਾਰ ਵਿੱਚ
ਕੋਈ ਫਰਕ ਨਹੀਂ ਹੁੰਦਾ। ਉਹ ਸਾਰੀ ਰਚਨਾ ਨਾਲ ਸੰਬੰਧਿਤ ਹੁੰਦਾ ਹੈ। ਸਦਾ ਸੁਹਾਗਣ ਦਾ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਲਈ ਪ੍ਰੇਮ ਬੇਅੰਤਤਾ ਵਿੱਚ ਚਲਾ ਜਾਂਦਾ ਹੈ। ਉਸ ਦੀ ਪ੍ਰੀਤ ਹਰ ਇੱਕ ਪ੍ਰਾਣੀ ਨਾਲ ਉਤਨੀ ਹੀ ਹੁੰਦੀ ਹੈ ਜਿਤਨੀ ਅਕਾਲ ਪੁਰਖ ਲਈ ਹੁੰਦੀ ਹੈ। ਨਿਰਵੈਰ ਹੋ ਜਾਣਾ। ਇੱਕ ਸਦਾ ਸੁਹਾਗਣ ਨੂੰ ਕਿਸੇ ਨਾਲ ਵੀ ਵੈਰ ਨਾ ਹੋਣ ਦੇ ਗੁਰਪ੍ਰਸਾਦ ਦੀ ਬਖਸ਼ਿਸ਼ ਹੁੰਦੀ ਹੈ। ਉਸ ਦੇ ਕੋਈ ਵੈਰੀ ਨਹੀਂ ਹੁੰਦੇ। ਉਸ ਨੂੰ ਕਿਸੇ ਪ੍ਰਤੀ ਕੋਈ ਨਫ਼ਰਤ ਨਹੀਂ ਹੁੰਦੀ, ਬਦਲੇ ਦੀ ਕੋਈ ਭਾਵਨਾ ਨਹੀਂ ਹੁੰਦੀ। ਉਹ ਈਰਖਾ ਅਤੇ ਦਵੇਸ਼ ਦੀ ਭਾਵਨਾ ਤੋਂ ਮੁਕਤ ਹੁੰਦੀ ਹੈ। ਉਹ ਤਿਆਗ, ਪਰਉਪਕਾਰ ਅਤੇ ਮਹਾਂਪਰਉਪਕਾਰ ਦੀ ਭਾਵਨਾ ਨਾਲ ਭਰਪੂਰ ਹੁੰਦੀ ਹੈ। ਉਹ ਸਾਰਿਆਂ ਨੂੰ ਓਨਾ ਹੀ ਪਿਆਰ ਕਰਦੀ ਹੈ ਜਿੰਨਾ ਉਹ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨੂੰ ਕਰਦੀ ਹੈ। ਉਹ ਸਰਬਤ ਦਾ ਭਲਾ ਕਰਦੀ ਹੈ ਅਤੇ ਮੰਗਦੀ ਹੈ। ਪਰਮ ਪਦਵੀ ਦੀ ਪ੍ਰਾਪਤੀ। ਸਦਾ ਸੁਹਾਗਣ ਨੂੰ ਅਕਾਲ ਪੁਰਖ ਦੀ ਦਰਗਾਹ ਵਿੱਚ ਸਰਵ ਉੱਚ ਰੂਹਾਨੀ ਪਦਵੀ ਪਰਮ ਪਦਵੀ ਦੇ ਗੁਰਪ੍ਰਸਾਦ ਦੀ ਅਨਾਦ ਬਖਸ਼ਿਸ਼ ਅਤੇ ਪ੍ਰਾਪਤੀ ਹੁੰਦੀ ਹੈ। ਉਹ ਦਰਗਾਹੀ ਹੁਕਮ ਵਿੱਚ ਰਹਿੰਦੀ ਹੈ ਅਤੇ ਨਿਰੰਤਰ ਹੁਕਮ ਦੀ ਪਾਲਣਾ ਕਰਦੀ ਹੈ। ਉਸ ਦੇ ਸਾਰੇ ਕਾਰਜ ਅਤੇ ਸੇਵਾ ਅਕਾਲ ਪੁਰਖ ਦੇ ਪੂਰਨ ਹੁਕਮ ਅੰਦਰ ਹੁੰਦੇ ਹਨ। ਉਸ ਦੇ ਸਾਰੇ ਕਰਮ ਸਤ ਕਰਮ ਹੁੰਦੇ ਹਨ ਅਤੇ ਸੰਗਤ ਦੇ ਭਲੇ ਲਈ ਹੁੰਦੇ ਹਨ। ਉਹ ਕੇਵਲ ਪਰਉਪਕਾਰ ਅਤੇ ਮਹਾਂਪਰਉਪਕਾਰ ਕਰਦੀ ਹੈ ਅਤੇ ਸੰਗਤਾਂ ਨੂੰ ਨਾਮ ਨਾਲ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਜੋੜਦੀ ਹੈ। ਅਕਾਲ ਪੁਰਖ ਕੋਲੋਂ ਪਰਮ ਪਦਵੀ ਦੀ ਬਖਸ਼ਿਸ਼ ਪ੍ਰਾਪਤ ਕਰਨ ਦੇ ਬਾਅਦ ਉਹ ਅੰਮ੍ਰਿਤ ਦੇ ਦਾਤਾ, ਨਾਮ ਅਤੇ ਗੁਰਪ੍ਰਸਾਦ ਦੀ ਦਾਤ ਦੇਣ ਵਾਲੀ ਬਣ ਜਾਂਦੀ ਹੈ। ਉਹ ਪੂਰਨ ਸੰਤ ਅਤੇ ਇੱਕ ਪੂਰਨ ਗਿਆਨੀ ਬਣ ਜਾਂਦੀ ਹੈ। ਤਦ ਉਸ ਦਾ ਕਰਮ ਬ੍ਰਹਮ ਗਿਆਨ ਵੰਡਣਾ ਬਣ ਜਾਂਦਾ ਹੈ। ਸੰਗਤ ਨੂੰ ਅੰਮ੍ਰਿਤ ਦੀ ਦਾਤ ਵੰਡਣਾ ਅਤੇ ਉਹਨਾਂ ਨੂੰ ਭਗਤੀ ਦੇ ਮਾਰਗ ਸੱਚਖੰਡ ਵੱਲ ਜਾਣ ਵੱਲ ਸੋਧਿਤ ਕਰਨਾ ਹੋ ਜਾਂਦਾ ਹੈ। ਨਰਮ ਅਤੇ ਮਿੱਠਾ ਬੋਲਣਾ, ਮਿੱਠ ਬੋਲਣਾ ਬਣ ਜਾਣਾ। ਸਦਾ ਸੁਹਾਗਣਾ ਬਹੁਤ ਹੀ ਮਿੱਠੇ ਬੋਲਣਾ ਹੁੰਦੀਆਂ ਹਨ। ਉਹਨਾਂ ਦੇ ਸਾਰੇ ਸ਼ਬਦ ਅੰਮ੍ਰਿਤ ਵਚਨ ਹੁੰਦੇ ਹਨ। ਹਰ ਸ਼ਬਦ ਅੰਮ੍ਰਿਤ ਨਾਲ ਭਰਪੂਰ ਹੁੰਦਾ ਹੈ ਅਤੇ ਲੋਕ ਸਿਰਫ ਉਹਨਾਂ ਨੂੰ ਸੁਣਨ ਨਾਲ ਹੀ ਸਮਾਧੀ ਵਿੱਚ ਚਲੇ ਜਾਂਦੇ ਹਨ। ਉਹ ਕਦੀ ਵੀ ਕਿਸੇ ਦਾ ਦਿਲ ਨਹੀਂ ਦਿਖਾਉਂਦੇ। ਉਹ ਹਮੇਸ਼ਾ ਦੂਸਰਿਆਂ ਦੇ ਦੁੱਖਾਂ ਨੂੰ ਜਜ਼ਬ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਅੰਮ੍ਰਿਤ ਬਖਸ਼ਦੇ ਹਨ। ਸਦਾ ਸੁਹਾਗਣ ਦੇ ਬਚਨਾਂ ਵਿੱਚ ਇਲਾਹੀ ਸ਼ਕਤੀ ਆ ਜਾਂਦੀ ਹੈ। ਸਦਾ ਸੁਹਾਗਣ ਦੇ ਬਚਨ ਸਦਾ ਸਤ ਹੁੰਦੇ ਹਨ। ਪਰਉਪਕਾਰੀ ਅਤੇ ਮਹਾਂਪਰਉਪਕਾਰੀ ਹੋ ਜਾਣਾ। ਇੱਕ ਸਦਾ ਸੁਹਾਗਣ ਦਾ ਕੰਮ ਦੂਸਰਿਆਂ ਨੂੰ ਗੁਰਪ੍ਰਸਾਦ ਬਖਸ਼ ਕੇ ਅਤੇ ਉਤਸ਼ਾਹ ਦੇ ਕੇ ਆਪਣੇ ਵਰਗਾ ਬਣਾਉਣਾ ਅਤੇ ਸੱਚਖੰਡ ਵੱਲ ਬੰਦਗੀ ਮਾਰਗ 'ਤੇ ਤੋਰਨਾ ਹੁੰਦਾ ਹੈ। ਉਹ ਇਸ ਤਰ੍ਹਾਂ ਕਰਦੇ ਹਨ। ਦੂਸਰਿਆਂ ਨੂੰ ਏਕ ਓਂਕਾਰ ਸਤਨਾਮ ਦੇ ਗੁਰਪ੍ਰਸਾਦ ਦੀ ਬਖਸ਼ਿਸ਼ ਕਰਕੇ, ਉਹਨਾਂ ਨੂੰ ਅੰਮ੍ਰਿਤ ਬਖਸ਼ ਕੇ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪਰਉਪਕਾਰ ਅਤੇ ਮਹਾਂਪਰਉਪਕਾਰ ਦੇ ਗੁਰਪ੍ਰਸਾਦ ਨਾਲ ਨਿਵਾਜ ਕੇ ਪਹਿਲਾਂ ਵਿਖਿਆਨ ਕੀਤੇ ਗਏ ਗੁਰਪ੍ਰਸਾਦ ਦੀ ਕਮਾਈ ਕਰਨ ਵਿੱਚ ਮਦਦ ਕਰਕੇ ਅਤੇ ਉਹਨਾਂ ਲਈ ਜੀਵਨ ਮੁਕਤੀ ਲਿਆ ਕੇ ਅਤੇ ਉਹਨਾਂ ਨੂੰ ਸੰਤ ਹਿਰਦੇ ਵਿੱਚ ਪਰਿਵਰਤਿਤ ਕਰਕੇ ਇੱਕ ਮਨੁੱਖ ਨੂੰ ਨਾਮ ਨਾਲ ਜੋੜ ਕੇ ਜੀਵਨ ਮੁਕਤੀ ਦੇਣਾ ਸਭ ਤੋਂ ਵੱਡਾ ਨਿਰਸਵਾਰਥ ਕਾਰਜ ਹੈ ਜੋ ਕੋਈ ਕਰ ਸਕਦਾ ਹੈ। ਇਸ ਨੂੰ ਮਹਾਂਪਰਉਪਕਾਰੀ ਕਿਹਾ ਗਿਆ ਹੈ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਮਹਾਂਪਰਉਪਕਾਰ ਹੈ ਦੂਸਰਿਆਂ ਦੇ ਦੁੱਖਾਂ ਦਾ ਅੰਤ ਕਰਨਾ, ਉਹਨਾਂ ਦੀਆਂ ਮਾਨਸਿਕ ਬਿਮਾਰੀਆਂ ਦਾ ਅੰਤ ਕਰਨਾ, ਉਹਨਾਂ ਨੂੰ ਮਨ 'ਤੇ ਜਿੱਤ ਪਾਉਣ ਵਿੱਚ ਮਦਦ ਕਰਨਾ, ਮਾਇਆ ਉੱਪਰ ਜਿੱਤ ਪਾਉਣ ਵਿੱਚ ਸਹਾਇਤਾ ਕਰਨਾ, ਨਾਮ, ਬੰਦਗੀ ਅਤੇ ਸੇਵਾ ਦੇਣ ਅਤੇ ਜੀਵਨ ਮੁਕਤੀ ਮਾਨਵਤੀ ਸਭ ਤੋਂ ਉੱਚਾ ਪੱਧਰ ਸੇਵਾ ਹੈ। ਮਹਾਂਪਰਉਪਕਾਰ ਸਦਾ ਸੁਹਾਗਣ ਦਾ ਕੰਮ ਹੈ। ਪੂਰਨ ਸੱਚਿਆਰਾ ਹਿਰਦਾ ਬਣ ਜਾਣਾ। ਸਦਾ ਸੁਹਾਗਣ ਸਦਾ ਹੀ ਸੱਤ ਵੇਖਦੀਆਂ ਹਨ, ਸਦਾ ਸੱਤ ਸੁਣਦੀਆਂ ਹਨ, ਸਦਾ ਪੂਰਨ ਸੱਤ ਵਰਤਾਉਂਦੀਆਂ ਹਨ ਅਤੇ ਅਨਾਦ ਪੂਰਨ ਸੱਤ ਦੀ ਸੇਵਾ ਕਰਦੀਆਂ ਹਨ। ਉਹ ਸਦਾ ਅਨਾਦ ਸੱਤ ਵਿੱਚ ਲੀਨ ਰਹਿੰਦੀਆਂ ਹਨ। ਅਨਾਦ ਪੂਰਨ ਸੱਤ ਨੂੰ ਵਰਤਾਉਣਾ ਅਤੇ ਪੂਰਨ ਸੱਤ ਦੀ ਸੇਵਾ ਕਰਨਾ
ਮਾਨਵਤਾ ਦੀ ਸਭ ਤੋਂ ਉੱਤਮ ਸੇਵਾ ਹੈ। ਸੱਤ ਹੀ ਸਾਰੀ ਸ੍ਰਿਸ਼ਟੀ ਦਾ ਗਰਭ ਹੈ, ਪਰਬ੍ਰਹਮ ਪਿਤਾ ਪਰਮੇਸ਼ਰ ਦਾ ਸਰੂਪ ਹੈ। ਇਸ ਲਈ ਪੂਰਨ ਸੱਤ ਦੀ ਸੇਵਾ ਸਰਵ ਉੱਤਮ ਸੇਵਾ ਹੈ। ਸਦਾ ਸੁਹਾਗਣ ਦੀ ਮਹਿਮਾ ਬ੍ਰਹਮ ਗੁਣ ਅਤੇ ਰੂਹਾਨੀ ਸ਼ਕਤੀਆਂ ਵਿਆਖਿਆ ਤੋਂ ਪਰੇ ਹਨ। ਇਹ ਕੇਵਲ ਸਦਾ ਸੁਹਾਗਣਾ ਦੇ ਕੁਝ ਬ੍ਰਹਮ ਗੁਣਾਂ 'ਤੇ ਝਾਤੀ ਪਾਉਣ ਦਾ ਯਤਨ ਸੀ। ਇਹ ਗੁਣ ਕੇਵਲ ਮਹਿਸੂਸ ਕੀਤੇ ਜਾ ਸਕਦੇ ਹਨ ਅਤੇ ਅਨੁਭਵ ਕੀਤੇ ਜਾ ਸਕਦੇ ਹਨ। ਜਦੋਂ ਅਸੀਂ ਬੰਦਗੀ ਦੇ ਮਾਰਗ 'ਤੇ ਅੱਗੇ ਵੱਧਦੇ ਹਾਂ ਅਤੇ ਗੁਰਪ੍ਰਸਾਦ ਨਾਲ ਇਹਨਾਂ ਬ੍ਰਹਮ ਗੁਣਾਂ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ। ਜੇਕਰ ਤੁਸੀਂ ਚੰਗੀ ਕਿਸਮਤ ਵਾਲੇ ਹੋ ਅਤੇ ਪਹਿਲਾਂ ਹੀ ਇਹਨਾਂ ਗੁਣਾਂ ਨੂੰ ਪ੍ਰਾਪਤ ਕਰਨ ਲਈ ਥਾਪੇ ਗਏ ਹੋ ਤਾਂ ਤੁਸੀਂ ਇਹ ਯਕੀਨ ਨਾਲ ਪ੍ਰਾਪਤ ਕਰ ਸਕਦੇ ਹੋ। ਪਰ ਵਿਹਲੇ ਨਾ ਬੈਠੋ, ਆਪਣੇ ਯਤਨ ਹੁਣੇ ਹੀ ਸ਼ੁਰੂ ਕਰ ਦਿਓ। ਗੁਰਪ੍ਰਸਾਦ ਲਈ ਬੇਨਤੀ ਸ਼ੁਰੂ ਕਰ ਦਿਓ। ਗੁਰ ਅਤੇ ਗੁਰੂ ਅੱਗੇ ਪੂਰਾ ਸਮਰਪਣ ਸ਼ੁਰੂ ਕਰ ਦਿਓ। ਗੁਰੂ ਅਤੇ ਗੁਰਬਾਣੀ ਵਿੱਚ ਭਰੋਸਾ, ਯਕੀਨ, ਦ੍ਰਿੜਤਾ ਅਤੇ ਵਿਸ਼ਵਾਸ ਵਿਕਸਿਤ ਕਰ ਦਿਓ। ਨਾਮ ਸਿਮਰਨ ਸ਼ੁਰੂ ਕਰ ਦਿਓ ਅਤੇ ਤੁਸੀਂ ਆਪਣੇ ਨਾਲ ਇਹ ਵਾਪਰਨਾ ਬਣਾ ਸਕਦੇ ਹੋ। ਸਦਾ ਸੁਹਾਗ ਦੀ ਪ੍ਰਾਪਤੀ ਕਰ ਸਕਦੇ ਹੋ। ਸ਼ਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੇ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇੱਥੇ ਪੂਰਨ ਬ੍ਰਹਮ ਗਿਆਨੀ ਦੇ ਕੁਝ ਬ੍ਰਹਮ ਗੁਣਾਂ ਨੂੰ ਵਿਖਿਆਨ ਕੀਤਾ ਗਿਆ ਹੈ। ਉਹ ਐਸੀ ਸੁੰਦਰ ਅਤੇ ਮਹਾਨ ਸ਼ਖਸੀਅਤ ਹੈ ਜਿਸ ਦੀ ਰੂਹ, ਹਿਰਦਾ ਅਤੇ ਮਨ ਪੂਰਨ ਸੱਤ ਵਿੱਚ ਰਤੇ ਗਏ ਹਨ, ਜੋ ਹੋਰ ਕੁਝ ਨਹੀਂ ਸਿਰਫ ਪੂਰਨ ਸੱਤ ਦੀ ਸੇਵਾ ਕਰ ਰਿਹਾ ਹੈ, ਜੋ ਸੱਤ ਨੂੰ ਵੇਖ ਰਿਹਾ ਹੈ, ਸੱਤ ਨੂੰ ਸੁਣ ਰਿਹਾ ਹੈ, ਸੱਤ ਬੋਲ ਰਿਹਾ ਹੈ, ਸੱਤ ਵਰਤਾ ਰਿਹਾ ਹੈ ਅਤੇ ਸੱਤ ਦੀ ਸੇਵਾ ਕਰ ਰਿਹਾ ਹੈ, ਜਿਸ ਦੀਆਂ ਸਾਰੀਆਂ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਸੱਚੀਆਂ ਹਨ, ਜਿਹੜਾ ਪੂਰਨ ਸੱਚਾਈ ਰਹਿਤ ਵਿੱਚ ਹੈ, ਮਾਇਆ ਉੱਪਰ ਜਿੱਤ ਦੀ ਅੰਦਰੂਨੀ ਰਹਿਤ ਨੂੰ ਪ੍ਰਾਪਤ ਕਰ ਚੁੱਕਾ ਹੈ, ਜਿਹੜਾ ਮਾਇਆ ਤੋਂ ਪਰੇ ਹੈ ਕਿਉਂਕਿ ਮਾਇਆ ਅਸਤ ਹੈ, ਜਿਹੜਾ ਪੂਰੀ ਸ਼ੁੱਧ ਰੂਹ ਹੈ, ਜਿਸ ਦੇ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੈ। ਕੇਵਲ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨਾਂ ਨਾਲ ਹਿਰਦੇ ਵਿੱਚ ਪੂਰਨ ਪ੍ਰਕਾਸ਼ ਹੋ ਜਾਂਦਾ ਹੈ, ਜੋ ਹਿਰਦੇ ਨੂੰ ਸ਼ੁੱਧ ਕਰਦੇ ਸਦਾ ਸੁਹਾਗਣ ਦੀ ਉਤਪੱਤੀ ਕਰਦਾ ਹੈ। ਕੇਵਲ ਇੱਕ ਅਜਿਹਾ ਹਿਰਦਾ ਜਿਹੜਾ ਪੂਰਨ ਪਰਮਜੋਤ ਪ੍ਰਕਾਸ਼ ਦੀ ਅਨਾਦ ਬਖਸ਼ਿਸ਼ ਹੈ, ਇੱਕ ਖਾਲਸਾ ਬਣ ਸਕਦਾ ਹੈ। ਕੇਵਲ ਇੱਕ ਅਜਿਹੀ ਰੂਹ ਤਤ ਗਿਆਨ ਦਾ ਗੁਰਪ੍ਰਸਾਦ ਪ੍ਰਾਪਤ ਕਰਦੀ ਹੈ, ਬ੍ਰਹਮ ਗਿਆਨੀ ਅਤੇ ਇੱਕ ਪੂਰਨ ਬ੍ਰਹਮ ਗਿਆਨ ਦੀ ਤਣ ਬਣ ਸਕਦੀ ਹੈ। ਜੋ ਅਕਾਲ ਪੁਰਖ ਪਰਬ੍ਰਹਮ ਪਰਮੇਸ਼ਰ ਦੀ ਲਗਾਤਾਰ ਆਧਾਰ 'ਤੇ ਸੇਵਾ ਕਰਦਾ ਹੈ, ਜੋ ਆਪਣੇ ਆਪ ਨੂੰ ਸਰਵ ਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਦੀ ਮਹਿਮਾ ਵਿੱਚ ਰੁਝਾ ਲੈਂਦਾ ਹੈ, ਜੋ ਪੂਰੀ ਤਰ੍ਹਾਂ ਸਰਵ ਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਦੀ ਸੇਵਾ ਵਿੱਚ ਹੈ, ਜੋ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦ ਦੇ ਰਿਹਾ ਹੈ, ਜਿਹੜਾ ਹਰ ਜਗ੍ਹਾ ਅਤੇ ਹਰ ਇੱਕ ਵਿੱਚ ਪਰਮਾਤਮਾ ਨੂੰ ਵੇਖਦਾ ਹੈ, ਜਿਹੜਾ ਨਿਰਵੈਰ ਹੈ, ਜਿਹੜਾ ਏਕ ਦ੍ਰਿਸ਼ਟ ਹੈ, ਜਿਹੜਾ ਨਿਰਭਉ ਹੈ, ਜਿਸ ਨੇ ਬ੍ਰਹਮ ਗਿਆਨ ਅਤੇ ਬ੍ਰਹਮਤਾ ਦਾ ਪੂਰੀ ਤਰ੍ਹਾਂ ਅਨੁਭਵ ਕਰ ਲਿਆ ਹੈ ਅਤੇ ਇਸ ਨੂੰ ਪ੍ਰਾਪਤ ਕਰ ਲਿਆ ਹੈ, ਜਿਸ ਨੇ ਪਰਮ ਪਦਵੀ ਦੀ ਪ੍ਰਾਪਤੀ ਕਰ ਲਈ ਹੈ, ਜਿਸ ਨੇ ਅਟਲ ਅਵਸਥਾ ਪ੍ਰਾਪਤ ਕਰ ਲਈ ਹੈ, ਜੋ ਸਦਾ ਸੁਹਾਗਣ ਹੈ, ਜੋ ਸਦਾ ਲਈ ਮਾਨ ਸਰੋਵਰ ਵਿੱਚ ਨਿਵਾਸ ਕਰਦਾ ਹੈ। ਕੇਵਲ ਇਹ ਪੂਰਨ ਬ੍ਰਹਮ ਗਿਆਨੀ ਹੀ ਪੂਰਨ ਸੱਤ ਹੈ, ਬਾਕੀ ਹਰ ਚੀਜ਼ ਨਾਸਵਾਨ ਹੈ। अष्टपदी। ब्रह्म ज्ञानी सदा निर्लेप, जैसे जल में है कमल अलेप। ब्रह्म ज्ञानी सदा निर्दोख, जैसे सूर सर्व को शोक। ब्रह्म ज्ञानी के दृष्ट समान, जैसे राज रंग को लागे तुल पवान। ब्रह्म ज्ञानी के धीरज एक, ज्यों वसुधा को खोदे को चंदन लेप। ब्रह्म ज्ञानी का यह गुनाहो, नानक ज्यों पावक का सहज सुभाव। ब्रह्म ज्ञानी माया ਦੇ ਤ੍ਰੈ ਗੁਣਾਂ ਰਜੋ, ਤਮੋ ਅਤੇ ਸਤੋ ਤੋਂ ਪਰੇ ਹੈ, ਬਿਲਕੁਲ ਜਿਸ ਤਰ੍ਹਾਂ ਅਕਾਲ ਪੁਰਖ ਪਰਬ੍ਰਹਮ ਪਿਤਾ ਪਰਮੇਸ਼ਰ ਦਾ ਨਿਰਗੁਣ ਸਰੂਪ ਮਾਇਆ ਦੇ ਤ੍ਰੈ ਗੁਣਾਂ ਤੋਂ ਪਰੇ ਹੈ, ਠੀਕ ਇਸੇ ਤਰ੍ਹਾਂ ਬ੍ਰਹਮ ਗਿਆਨੀ ਹੈ ਤ੍ਰੈ ਗੁਣ ਮਾਇਆ ਤੋਂ ਪਰੇ। ਉਸਨੇ ਪੂਰੀ ਤਰ੍ਹਾਂ ਮਾਇਆ 'ਤੇ ਜਿੱਤ ਪਾ ਲਈ ਹੈ।
ਮਾਇਆ ਇੱਕ ਬ੍ਰਹਮ ਗਿਆਨੀ ਦੀ ਸੇਵਾ ਕਰਦੀ ਹੈ, ਜਦ ਕਿ ਸੰਸਾਰ ਦੇ ਦੂਸਰੇ ਸਾਰੇ ਲੋਕ ਮਾਇਆ ਦੀ ਸੇਵਾ ਕਰਦੇ ਹਨ। ਪੂਰਨ ਬ੍ਰਹਮ ਗਿਆਨੀ ਅਕਾਲ ਪੁਰਖ ਦਾ ਗੁਲਾਮ ਹੁੰਦਾ ਹੈ ਅਤੇ ਮਾਇਆ ਉਸ ਦੀ ਗੁਲਾਮੀ ਕਰਦੀ ਹੈ, ਜਿੱਥੇ ਕਿ ਬਾਕੀ ਦੀ ਸਾਰੀ ਲੋਕਾਈ ਮਾਇਆ ਦੀ ਗੁਲਾਮੀ ਕਰਦੀ ਹੈ। ਬ੍ਰਹਮ ਗਿਆਨੀ ਸਦਾ ਤੋਂ ਹਮੇਸ਼ਾ ਹੀ ਅੰਦਰੋਂ ਬਾਹਰੋਂ ਸਾਫ਼ ਹੁੰਦਾ ਹੈ, ਬਿਲਕੁਲ ਜਿਸ ਤਰ੍ਹਾਂ ਕਮਲ ਦਾ ਫੁੱਲ ਚਿੱਕੜ ਵਿੱਚ ਉੱਗਦਾ ਹੈ, ਪਰ ਫਿਰ ਵੀ ਚਿੱਕੜ ਤੋਂ ਉੱਪਰ ਉੱਭਰ ਕੇ ਸਦਾ ਚਮਕੀਲਾ ਅਤੇ ਸਾਫ਼ ਰਹਿੰਦਾ ਹੈ। ਇਸੇ ਤਰ੍ਹਾਂ ਪੂਰਨ ਬ੍ਰਹਮ ਗਿਆਨੀ ਵੀ ਇਸ ਹਨੇਰੇ ਦੇ ਯੁੱਗ ਕਲਯੁੱਗ ਵਿੱਚ ਰਹਿੰਦਿਆਂ ਸਾਰੇ ਸੰਸਾਰ ਵਿੱਚ ਗੰਭੀਰ ਮਾਨਸਿਕ ਬਿਮਾਰੀਆਂ ਦੀ ਧੂੜ ਦੇ ਰਹਿੰਦਿਆਂ ਵੀ ਅੰਦਰੋਂ ਬਾਹਰੋਂ ਸਾਫ਼ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ। ਮਾਇਆ ਜਾਲ ਵਿੱਚ ਭਵ ਸਾਗਰ ਵਿੱਚ ਵਿਚਰਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਰਹਿ ਕੇ ਲੋਕਾਈ ਦੀ ਸੇਵਾ ਕਰਦਾ ਹੈ। ਸਾਰੀ ਲੋਕਾਈ ਦੇ ਪਰਉਪਕਾਰ ਅਤੇ ਮਹਾਂਪਰਉਪਕਾਰ ਵਿੱਚ ਲੀਨ ਰਹਿੰਦਾ ਹੈ। ਬ੍ਰਹਮ ਗਿਆਨੀ ਦਾ ਮਨ ਅਤੇ ਰੂਹ ਹਮੇਸ਼ਾ ਸਥਿਰ ਰਹਿੰਦੇ ਹਨ ਅਤੇ ਕੁਝ ਵੀ ਉਹਨਾਂ ਦੀ ਸੱਤ ਦੀ ਸੇਵਾ ਕਰਨ ਤੋਂ ਵਿਚਲਿਤ ਨਹੀਂ ਕਰ ਸਕਦਾ, ਕਿਉਂਕਿ ਉਹ ਅਟਲ ਅਵਸਥਾ ਦੀ ਪ੍ਰਾਪਤੀ ਕਰ ਚੁੱਕਾ ਹੁੰਦਾ ਹੈ। ਉਹ ਸੂਰਜ ਦੀ ਨਿਆਈ ਹੈ ਜੋ ਸਾਰੇ ਹਨੇਰੇ ਨੂੰ ਆਪਣੇ ਅੰਦਰ ਸੋਖ ਲੈਂਦਾ ਹੈ ਅਤੇ ਸਾਰੇ ਬ੍ਰਹਿਮੰਡ ਨੂੰ ਬੇਅੰਤ ਪ੍ਰਕਾਸ਼ ਨਾਲ ਪ੍ਰਕਾਸ਼ਿਤ ਕਰ ਦਿੰਦਾ ਹੈ। ਬ੍ਰਹਮ ਗਿਆਨੀ ਜਿਸ ਦਾ ਅੰਦਰ ਪੂਰੀ ਤਰ੍ਹਾਂ ਬ੍ਰਹਮ ਪ੍ਰਕਾਸ਼ ਨਾਲ ਭਰਿਆ ਰਹਿੰਦਾ ਹੈ, ਉਹ ਆਪਣੀ ਸੰਗਤ ਵਿੱਚ ਆਉਣ ਵਾਲਿਆਂ ਦੇ ਮਨ ਅਤੇ ਰੂਹ ਦਾ ਸਾਰਾ ਹਨੇਰਾ ਦੂਰ ਕਰ ਦਿੰਦਾ ਹੈ ਅਤੇ ਸਾਰੇ ਪਾਪ ਬ੍ਰਹਮ ਗਿਆਨ ਦੇ ਪ੍ਰਕਾਸ਼ ਨਾਲ ਖਤਮ ਹੋ ਜਾਂਦੇ ਹਨ। ਬ੍ਰਹਮ ਗਿਆਨੀ ਦੀ ਸੰਗਤ ਵਿੱਚ ਮਾਇਆ ਨਹੀਂ ਪਹੁੰਚ ਸਕਦੀ, ਇਸ ਲਈ ਬ੍ਰਹਮ ਗਿਆਨੀ ਸੰਗਤ ਵਿੱਚ ਆਏ ਜਗਿਆਸੂਆਂ ਦਾ ਮਨ ਸ਼ਾਂਤ ਹੋ ਜਾਂਦਾ ਹੈ, ਮਨ ਟਿਕ ਜਾਂਦਾ ਹੈ ਅਤੇ ਸਿਮਰਨ ਵਿੱਚ ਚਲਾ ਜਾਂਦਾ ਹੈ। ਜੋ ਬ੍ਰਹਮ ਗਿਆਨੀ ਨੂੰ ਗੁਰਬਾਣੀ ਅਨੁਸਾਰ ਮਾਨਤਾ ਦੇ ਕੇ ਨਿਰੰਕਾਰ ਰੂਪ ਮੰਨ ਲੈਂਦੇ ਹਨ, ਉਹ ਸਹਿਜ ਹੀ ਗੁਰਪ੍ਰਸਾਦ ਦੀ ਪ੍ਰਾਪਤੀ ਕਰਕੇ ਕਰਮਖੰਡ ਵਿੱਚ ਚਲੇ ਜਾਂਦੇ ਹਨ। ਬ੍ਰਹਮ ਗਿਆਨੀ ਹਵਾ ਦੀ ਨਿਆਈ ਹੈ। ਹਵਾ ਨੂੰ ਅਕਾਲ ਪੁਰਖ ਦੀ ਪਹਿਲੀ ਤੇ ਸਭ ਤੋਂ ਪੁਰਾਣੀ ਰਚਨਾ ਮੰਨਿਆ ਜਾਂਦਾ ਹੈ ਅਤੇ ਗੁਰਬਾਣੀ ਵਿੱਚ ਇਸ ਨੂੰ ਪਵਨ ਗੁਰੂ ਦਾ ਨਾਮਕਰਨ ਦਿੱਤਾ ਗਿਆ ਹੈ। ਇਹ ਧਰਤੀ ਉੱਪਰ ਜੀਵਨ ਦਾ ਸਭ ਤੋਂ ਜ਼ਰੂਰੀ ਤੱਤ ਹੈ। ਅਸੀਂ ਹਵਾ ਤੋਂ ਕੁਝ ਮਿੰਟ ਬਿਨਾਂ ਹੀ ਨਹੀਂ ਜੀ ਸਕਦੇ। ਜ਼ਿੰਦਗੀ ਦੀ ਹੋਂਦ ਹਵਾ ਨਾਲ ਹੈ, ਇਸ ਲਈ ਇਸ ਦਾ ਮਹੱਤਵ ਸਮਝਣਾ ਬਹੁਤ ਜ਼ਰੂਰੀ ਹੈ। ਬ੍ਰਹਮ ਗਿਆਨੀ ਹਵਾ ਦੀ ਨਿਆਈ ਹੈ ਜੋ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਪੱਖਪਾਤ ਨਹੀਂ ਕਰਦੀ। ਹਵਾ ਸਾਡੇ ਤੱਕ ਬਰਾਬਰ ਪਹੁੰਚਦੀ ਹੈ। ਪਵਨ ਗੁਰੂ ਸਾਨੂੰ ਸਾਰਿਆਂ ਨੂੰ ਇੱਕੋ ਜਿਹੀ ਉਪਲਬਧ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਕਰਦਾ ਹੈ। ਉਹ ਇੱਕ ਦ੍ਰਿਸ਼ਟ ਹੈ। ਇਸ ਦਾ ਭਾਵ ਉਸ ਲਈ ਸਾਰੇ ਬਰਾਬਰ ਹਨ। ਉਸ ਲਈ ਰਾਜਾ ਅਤੇ ਭਿਖਾਰੀ ਇੱਕ ਸਮਾਨ ਹਨ। ਉਸ ਲਈ ਦੁੱਖਾਂ ਅਤੇ ਆਨੰਦ ਵਿੱਚ ਕੋਈ ਅੰਤਰ ਨਹੀਂ ਹੈ। ਇਸ ਤੋਂ ਭਾਵ ਹੈ ਕਿ ਉਹ ਹਮੇਸ਼ਾ ਸਥਿਰ ਰਹਿੰਦਾ ਹੈ ਅਤੇ ਕੋਈ ਵੀ ਚੀਜ਼ ਉਸ ਨੂੰ ਸੱਤ ਦੇ ਰਸਤੇ ਉੱਪਰ ਵਧਣ ਤੋਂ ਵਿਚਲਿਤ ਨਹੀਂ ਕਰ ਸਕਦੀ। ਮਾਇਆ ਬ੍ਰਹਮ ਗਿਆਨੀ ਦੀ ਸੇਵਾ ਕਰਦੀ ਹੈ। ਬ੍ਰਹਮ ਗਿਆਨੀ ਹਮੇਸ਼ਾ ਪੂਰਨ ਸੰਤੁਸ਼ਟੀ ਵਿੱਚ, ਪੂਰਨ ਸਤ ਸੰਤੋਖ ਵਿੱਚ ਰਹਿੰਦਾ ਹੈ। ਉਹ ਆਪਣੇ ਆਲੇ ਦੁਆਲੇ ਦੇ ਪੁਚਲਾਵਿਆਂ ਤੋਂ ਹਿਲਦਾ ਨਹੀਂ ਹੈ। ਉਹ ਸੰਸਾਰਕ ਮੇਲਿਆਂ ਤੋਂ ਬਿਲਕੁਲ ਪ੍ਰਭਾਵਿਤ ਨਹੀਂ ਹੁੰਦਾ। ਜਿਸ ਤਰ੍ਹਾਂ ਇਸ ਬ੍ਰਹਿਮੰਡ ਵਿੱਚ ਧਰਤੀ ਹੈ, ਇਸ ਤੋਂ ਭਾਵ ਹੈ ਕਿ ਉਸ ਦਾ ਪੂਰਨ ਸੱਚਾਰਾ ਹਿਰਦਾ ਇੰਨਾ ਵੱਡਾ ਬੇਅੰਤ ਅਤੇ ਦਾਨਾ ਬੀਨਾ ਹੋ ਜਾਂਦਾ ਹੈ ਕਿ ਉਹ ਹਰ ਹਾਲਤ ਵਿੱਚ ਸ਼ਾਂਤ ਰਹਿਣ ਦੀ ਰੂਹਾਨੀ ਸ਼ਕਤੀ ਰੱਖਦਾ ਹੈ। ਬ੍ਰਹਮ ਗਿਆਨੀ ਅੱਗ ਦੀ ਨਿਆਈ ਹੈ ਜੋ ਆਪਣੇ ਸੁਭਾਅ ਕਾਰਨ ਹਰ ਇੱਕ ਚੀਜ਼ ਨੂੰ ਸਾੜ ਦਿੰਦੀ ਹੈ। ਐਸੀ ਪ੍ਰਕਾਸ਼ਿਤ ਰੂਹ ਦੀ ਹਾਜ਼ਰੀ ਵਿੱਚ ਅਤੇ ਉਸ ਦੇ ਗੁਰਪ੍ਰਸਾਦ ਦੇ ਸਦਕੇ ਸਾਰੇ ਹੀ ਪਾਪ, ਪੂਰਨ ਵਿਚਾਰ, ਸਾਰੇ ਭੁਲੇਖੇ, ਦੁਬਿਧਾ, ਭਰਮ ਅਤੇ ਸਾਰੇ ਪੰਜ ਦੂਤ ਹੋਰ ਮਾਨਸਿਕ ਬਿਮਾਰੀਆਂ ਸੜ ਜਾਂਦੀਆਂ ਹਨ। ਜਿੱਥੇ ਕਿਤੇ ਵੀ ਬ੍ਰਹਮ ਗਿਆਨੀ ਮੌਜੂਦ ਹੁੰਦਾ ਹੈ, ਉੱਥੇ ਮਾਇਆ ਦਾ ਬਿਲਕੁਲ ਕੋਈ ਪ੍ਰਭਾਵ ਨਹੀਂ ਰਹਿੰਦਾ। ਬ੍ਰਹਮ ਗਿਆਨੀ ਦੀ ਸੰਗਤ ਅਤੇ ਉਹ ਸਥਾਨ ਮਾਇਆ ਦੇ ਪ੍ਰਭਾਵ ਤੋਂ ਰਹਿਤ ਰਹਿੰਦਾ ਹੈ। ਬ੍ਰਹਮ ਗਿਆਨੀ ਦੀ ਸੰਗਤ ਐਸਾ ਸਥਾਨ ਹੈ ਜਿੱਥੇ ਅਸੀਂ ਇਸ ਧਰਤੀ ਉੱਪਰ ਅਕਾਲ ਪੁਰਖ ਦਾ ਅਨੁਭਵ ਕਰਦੇ ਹਾਂ ਅਤੇ ਜਿੱਥੇ ਦਰਗਾਹ ਪ੍ਰਗਟ ਹੁੰਦੀ ਹੈ। ਜੋ ਜਗਿਆਸੂ ਬ੍ਰਹਮ ਗਿਆਨੀ ਤੋਂ ਗੁਰਪ੍ਰਸਾਦ ਦੀ ਪ੍ਰਾਪਤੀ ਕਰਦੇ ਹਨ,
ਉਹ ਬ੍ਰਹਮ ਗਿਆਨੀ ਦੇ ਛਤਰ ਹੇਠ ਪ੍ਰਵਾਨ ਹੋ ਕੇ ਆਪਣੀ ਬੰਦਗੀ ਸਹਿਜ ਹੀ ਪੂਰਨ ਕਰ ਲੈਂਦੇ ਹਨ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ब्रह्म ज्ञानी के मन होए प्रकाश, जैसे धर ऊपर आकाश। ब्रह्म ज्ञानी के मित्र शत्रु समान, ब्रह्म ज्ञानी के नाही अभिमान। ब्रह्म ज्ञानी ऊंच ते ऊंचा, मन अपने है सब ते नीचा। ब्रह्म ज्ञानी से जन भय, नानक जिन प्रभ आप करे। ब्रह्म ज्ञानी अंदरों बाहरों पूरी तरह निर्मल, शुद्ध ਅਤੇ ਪਵਿੱਤਰ ਹੁੰਦਾ ਹੈ। ਉਹ ਅੰਦਰੋਂ ਬਾਹਰੋਂ ਇੱਕ ਪੂਰਨ ਸਚਿਆਰਾ ਹੁੰਦਾ ਹੈ। ਉਸ ਦਾ ਹਿਰਦਾ ਪੂਰਨ ਸਚਿਆਰਾ ਹਿਰਦਾ ਹੁੰਦਾ ਹੈ, ਜਿਹੜਾ ਸਦਾ ਸੁਹਾਗਣ ਦੇ ਸਾਰੇ ਬ੍ਰਹਮ ਗੁਣਾਂ ਨਾਲ ਭਰਪੂਰ ਹੁੰਦਾ ਹੈ। ਗੁਰਪ੍ਰਸਾਦ ਉਸ ਦੇ ਹਿਰਦੇ ਨੂੰ ਆਪ ਅਕਾਲ ਪੁਰਖ ਦੀ ਤਰ੍ਹਾਂ ਬੇਅੰਤ ਬਣਾ ਦਿੰਦਾ ਹੈ। ਇੱਕ ਬ੍ਰਹਮ ਗਿਆਨੀ ਜਲ ਦੀ ਨਿਆਈ ਹੈ, ਜਿਹੜਾ ਮੈਲ ਨੂੰ ਧੋ ਦਿੰਦਾ ਹੈ ਅਤੇ ਫਿਰ ਪਾਪ ਬਣ ਕੇ ਆਪਣੇ ਸ਼ੁੱਧ ਰੂਪ ਵਿੱਚ ਆ ਜਾਂਦਾ ਹੈ। ਇਸੇ ਤਰ੍ਹਾਂ ਬ੍ਰਹਮ ਗਿਆਨੀ ਸਾਡੇ ਮਨ ਅਤੇ ਰੂਹ ਦੀ ਸਾਰੀ ਮੈਲ ਧੋ ਦਿੰਦਾ ਹੈ। ਮੈਲ ਜਿਹੜੀ ਸਾਡੀ ਰੂਹ ਅਤੇ ਮਨ ਉੱਪਰ ਪੂਰਬਲੇ ਜਨਮਾਂ ਦੇ ਪ੍ਰਭਾਵ ਕਾਰਨ ਇਕੱਠੀ ਹੋਈ ਹੈ, ਬ੍ਰਹਮ ਗਿਆਨੀ ਸਾਡੇ ਮਨ ਅਤੇ ਰੂਹ ਦੀ ਸਾਰੀ ਮੈਲ ਧੋ ਦਿੰਦਾ ਹੈ ਅਤੇ ਫਿਰ ਵੀ ਪੂਰੀ ਤਰ੍ਹਾਂ ਸਾਫ਼, ਸ਼ੁੱਧ ਅਤੇ ਪਵਿੱਤਰ ਰਹਿੰਦਾ ਹੈ। ਉਹ ਆਪਣੇ ਮੂਲ ਰੂਪ ਵਿੱਚ ਫਿਰ ਮੁੜ ਜਾ ਰਹਿੰਦਾ ਹੈ, ਪੂਰੀ ਤਰ੍ਹਾਂ ਬ੍ਰਹਮ ਗਿਆਨ ਨਾਲ ਚਾਨਣ ਅਤੇ ਪੂਰਨ ਪ੍ਰਕਾਸ਼ ਬਣ ਕੇ। ਜਿਵੇਂ ਕਿ ਜਲ ਨੂੰ ਗੁਰਬਾਣੀ ਵਿੱਚ ਜਗਤ ਦਾ ਪਿਤਾ ਕਿਹਾ ਗਿਆ ਹੈ, ਠੀਕ ਉਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਵੀ ਸਾਰੀ ਸ੍ਰਿਸ਼ਟੀ ਦਾ ਕਰਤਾ ਕਿਹਾ ਗਿਆ ਹੈ। ਜਿਵੇਂ ਜਲ ਸਾਰੀ ਸ੍ਰਿਸ਼ਟੀ ਦੇ ਪ੍ਰਾਣੀਆਂ ਅਤੇ ਬਨਸਪਤ ਨੂੰ ਜੀਵਨ ਦਾਨ ਦਿੰਦਾ ਹੈ, ਠੀਕ ਉਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਮਹਾਂਪੁਰਖ ਵੀ ਸਾਰੇ ਸੰਸਾਰ ਦੇ ਲੋਕਾਂ ਨੂੰ ਰੂਹਾਨੀ ਜੀਵਨ ਦਾ ਦਾਨ ਦਿੰਦਾ ਹੈ। ਜਿਵੇਂ ਜਲ ਸਾਰੀ ਬਨਸਪਤ ਅਤੇ ਪ੍ਰਾਣੀ ਮਾਤਰ ਨਾਲ ਕੋਈ ਵਿਤਕਰਾ ਨਹੀਂ ਕਰਦਾ ਹੈ, ਠੀਕ ਉਸੇ ਤਰ੍ਹਾਂ ਹੀ ਬ੍ਰਹਮ ਗਿਆਨੀ ਮਹਾਂਪੁਰਖ ਵੀ ਏਕ ਦ੍ਰਿਸ਼ਟ ਹੁੰਦਾ ਹੈ ਅਤੇ ਉਹ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦਾ ਅਤੇ ਸਾਰੀ ਲੋਕਾਈ ਨੂੰ ਇਕਸਾਰ ਅੰਮ੍ਰਿਤ ਦੇਣ ਦੀ ਸਮਰੱਥਾ ਮਾਲਕ ਹੁੰਦਾ ਹੈ। ਬ੍ਰਹਮ ਗਿਆਨੀ ਨਿਰਗੁਣ ਸਰੂਪ, ਪੂਰਨ ਪ੍ਰਕਾਸ਼, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ, ਸੇਵਾ, ਪਰਉਪਕਾਰ, ਮਹਾਂਪਰਉਪਕਾਰ ਦੇ ਗੁਰਪ੍ਰਸਾਦ ਦਾ ਸੋਮਾ ਹੈ। ਬ੍ਰਹਮ ਗਿਆਨੀ ਦੇ ਕੋਲ ਬੇਅੰਤ ਰੂਹਾਨੀ ਸ਼ਕਤੀਆਂ ਅਤੇ ਯੋਗਤਾ ਹੈ, ਜਿਸ ਨਾਲ ਉਹਨੂੰ ਸਾਰੇ ਲੋਕਾਂ ਦੇ ਮਨ ਅਤੇ ਹਿਰਦੇ ਨੂੰ ਸਾਫ਼ ਕਰਨ, ਪਾਵਨ ਪਵਿੱਤਰ ਬਣਾ ਦਿੰਦਾ ਹੈ। ਜੋ ਉਸ ਦੀ ਸੰਗਤ ਵਿੱਚ ਪੂਰਨ ਵਿਸ਼ਵਾਸ ਅਤੇ ਦ੍ਰਿੜਤਾ, ਭਰੋਸੇ ਅਤੇ ਯਕੀਨ, ਸ਼ਰਧਾ ਅਤੇ ਪਿਆਰ ਨਾਲ ਜਾਂਦੇ ਹਨ। ਉਸ ਦਾ ਹਿਰਦਾ ਅਤੇ ਰੂਹ ਹਮੇਸ਼ਾ ਸਰਵ ਸ਼ਕਤੀਮਾਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੁਆਰਾ ਪ੍ਰਕਾਸ਼ਿਤ ਰਹਿੰਦਾ ਹੈ। ਜਿਸ ਤਰ੍ਹਾਂ ਸੂਰਜ ਸਾਰੇ ਬ੍ਰਹਿਮੰਡ ਨੂੰ ਪ੍ਰਕਾਸ਼ਿਤ ਕਰਦਾ ਹੈ, ਅਸਲ ਵਿੱਚ ਇੱਕ ਪੂਰਨ ਬ੍ਰਹਮ ਗਿਆਨੀ ਦੇ ਪਾਰ ਬ੍ਰਹਮ ਖੰਡ, ਸੱਚਖੰਡ ਦਾ ਭਾਗ, ਜਿੱਥੇ ਪੂਰਨ ਸ਼ਾਂਤੀ ਹੈ, ਵਿੱਚ ਰਹਿੰਦਾ ਹੈ। ਦਾ ਹਿਰਦਾ ਰੂਹਾਨੀ ਪ੍ਰਕਾਸ਼ ਨਾਲ ਇੰਨਾ ਪ੍ਰਕਾਸ਼ ਕਰਦਾ ਹੈ, ਜਿਸ ਤਰ੍ਹਾਂ 21 ਰੂਹਾਨੀ ਸੂਰਜਾਂ ਦਾ ਪ੍ਰਕਾਸ਼ ਹੁੰਦਾ ਹੈ। ਬ੍ਰਹਮ ਗਿਆਨੀ ਕਿਸੇ ਨੂੰ ਵੀ ਵੈਰੀ ਨਹੀਂ ਮੰਨਦਾ। ਉਸ ਦੇ ਹਿਰਦੇ ਵਿੱਚ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵੈਰ ਭਾਵ ਨਹੀਂ ਹੁੰਦਾ। ਉਸ ਲਈ ਸਾਰੇ ਬਰਾਬਰ ਹਨ। ਉਹ ਹਰ ਇੱਕ ਨੂੰ ਇੱਕ ਦ੍ਰਿਸ਼ ਨਾਲ ਵੇਖਦਾ ਹੈ। ਉਹ ਸਦਾ ਭਰਪੂਰ ਨਿਮਰਤਾ ਨਾਲ ਭਰਿਆ ਰਹਿੰਦਾ ਹੈ। ਉਸ ਦਾ ਮਨ, ਹਿਰਦਾ ਅਤੇ ਰੂਹ ਹਮੇਸ਼ਾ ਗਰੀਬੀ ਵੇਸ ਵਿੱਚ ਰਹਿੰਦੇ ਹਨ। ਉਹ ਆਪਣੇ ਆਪ ਨੂੰ ਸਾਰੇ ਬ੍ਰਹਮੰਡ, ਕੋਟ ਬ੍ਰਹਮੰਡ ਦੇ ਚਰਨਾਂ ਦੀ ਧੂੜ ਸਮਝਦਾ ਹੈ। ਅਤ ਨਿਮਰਤਾ ਦਾ ਗੁਣ ਉਸ ਨੂੰ ਰੂਹਾਨੀ ਤੌਰ 'ਤੇ ਪਾਰ ਬ੍ਰਹਮ ਪਰਮੇਸ਼ਰ ਦੀ ਦਰਗਾਹ ਵਿੱਚ ਬਹੁਤ ਉੱਚਾ ਬਣਾ ਦਿੰਦਾ ਹੈ। ਨਿਮਰਤਾ ਸਿੱਖ ਦੀ ਜ਼ਿੰਦਗੀ ਦਾ ਇੱਕ ਪਰਮ ਤੱਤ ਹੈ। ਇੱਕ ਵਿਅਕਤੀ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਹੈ ਜੇਕਰ ਉਹ ਪੂਰੀ ਤਰ੍ਹਾਂ ਨਾਲ ਨਿਮਰਤਾ ਅਤੇ ਅਤ ਨਿਮਾਣਾ ਨਹੀਂ ਹੈ। ਗਰੀਬੀ ਵੇਸ ਹਿਰਦਾ ਇੱਕ ਸਿੱਖ, ਇੱਕ ਗੁਰਸਿੱਖ ਅਤੇ ਇੱਕ ਗੁਰਮੁਖ ਦਾ ਲਾਜ਼ਮੀ ਬ੍ਰਹਮ ਗੁਣ ਹੈ। ਰੂਹ ਅਤੇ ਮਨ ਦੀ ਨਿਮਰਤਾ ਅਤੇ ਨਿਮਾਣਾਪਨ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ। ਗੁਰਬਾਣੀ ਵਿੱਚ ਬਹੁਤ ਜਗ੍ਹਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਨੀਚ ਕਿਹਾ ਹੈ। ਨਾਨਕ ਨੀਚ ਕਹੇ ਵਿਚਾਰ।
ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੇ ਆਪ ਨੂੰ ਦਾਸਨ ਦਾਸ ਵੀ ਕਿਹਾ ਹੈ। ਇਸ ਦਾ ਭਾਵ ਹੈ ਗੁਲਾਮਾਂ ਦਾ ਗੁਲਾਮ। ਇਸ ਤਰ੍ਹਾਂ ਦੀ ਨਿਮਰਤਾ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਸਿਖਾ ਰਹੇ ਹਨ, ਜਿਨ੍ਹਾਂ ਦੀ ਸਾਡੀ ਰੂਹ ਅਤੇ ਮਨ ਨੂੰ ਕਮਾਈ ਕਰਨ ਪਵੇਗੀ ਤਾਂ ਅਸੀਂ ਜੀਵਨ ਦੀ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਗੁਰੂ ਜੀ ਨੇ ਗੁਰਸਿੱਖੀ ਨੂੰ ਇੱਕ ਹਲੀਮੀ ਰਾਜ ਦੀ ਤਰ੍ਹਾਂ ਦ੍ਰਿਸ਼ਟਮਾਨ ਕੀਤਾ ਹੈ। ਇੱਕ ਇਹੋ ਜਿਹਾ ਸਮਾਜ ਜਿਸ ਵਿੱਚ ਸਾਰਿਆਂ ਨਾਲ ਪਿਆਰ ਅਤੇ ਇੱਕ ਦੂਜੇ ਨੂੰ ਪ੍ਰਤੀ ਸਤਿਕਾਰ ਹੋਵੇ। ਅਤ ਨਿਮਰਤਾ ਅਤੇ ਨਿਰਮਾਣਤਾ ਸਮਾਜ ਵਿੱਚ ਹਰੇਕ ਪ੍ਰਤੀ ਪਿਆਰ ਅਤੇ ਸਤਿਕਾਰ ਦੀ ਭਾਵਨਾ ਨੂੰ ਲੈ ਕੇ ਆਉਂਦੀ ਹੈ ਅਤੇ ਵੈਰ ਭਾਵ ਨਫ਼ਰਤ ਖਤਮ ਹੋ ਜਾਂਦੀ ਹੈ। ਹਉਮੈ ਇੱਕ ਮਨੁੱਖ ਦਾ ਸਭ ਤੋਂ ਅਤੇ ਭੈੜਾ ਦੁਸ਼ਮਣ ਹੈ। ਇਸ ਨੂੰ ਗੁਰਬਾਣੀ ਵਿੱਚ ਹਉਮੈ ਜਾਂ ਅਹੰਕਾਰ ਕਿਹਾ ਗਿਆ ਹੈ। ਇਹ ਇੱਕ ਗੰਭੀਰ ਮਾਨਸਿਕ ਬਿਮਾਰੀ ਹੈ ਜਿਸ ਨੂੰ ਗੁਰਬਾਣੀ ਵਿੱਚ ਦੀਰਘ ਮਾਨਸਿਕ ਰੋਗ ਵਿਖਿਆਨ ਕੀਤਾ ਗਿਆ ਹੈ। ਭਰਪੂਰ ਨਿਮਰਤਾ ਹਉਮੈ ਦੀ ਮੌਤ ਲੈ ਕੇ ਆਉਂਦੀ ਹੈ। ਜੀਵਨ ਮੁਕਤੀ ਹਉਮੈ ਦੀ ਹੀ ਮੌਤ ਹੈ। ਹਉਮੈ ਦੀਰਘ ਰੋਗ ਹੈ। ਹਉਮੈ ਸਾਡੇ ਮਨ ਅਤੇ ਸਰੀਰ ਵਿੱਚ ਕ੍ਰੋਧ ਲਿਆਉਂਦੀ ਹੈ ਅਤੇ ਇਸ ਨੂੰ ਵਧਾਵਾ ਦਿੰਦੀ ਹੈ, ਜਿਹੜਾ ਸਾਡਾ ਸਭ ਤੋਂ ਵੱਡਾ ਭੈੜਾ ਦੁਸ਼ਮਣ ਹੈ। ਗੁੱਸਾ, ਨਫ਼ਰਤ, ਲੜਾਈ, ਜੰਗ, ਬਦਲੇ ਦੀ ਭਾਵਨਾ ਅਤੇ ਸਵਾਰਥ ਵੱਲ ਖੜਦਾ ਹੈ। ਕ੍ਰੋਧ ਵੀ ਇੱਕ ਡੂੰਘਾ ਮਾਨਸਿਕ ਰੋਗ ਹੈ। ਹਉਮੈ ਇੱਕ ਮਨੁੱਖ ਦੇ ਸਿਰ ਵਿੱਚ ਰਹਿੰਦੀ ਹੈ। ਇਹ ਸਾਨੂੰ ਸਰਵ ਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ, ਜਦ ਕਿ ਨਿਮਰਤਾ ਅਤੇ ਨਿਰਮਾਣਤਾ ਸਾਨੂੰ ਸਰਵ ਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਦੇ ਨੇੜੇ ਖੜਦੇ ਹਨ। ਬੇਅੰਤ ਅਤੇ ਬਿਨਾਂ ਸ਼ਰਤ ਪਿਆਰ ਰੂਹਾਨੀਅਤ ਅਤੇ ਬ੍ਰਹਮਤਾ ਦਾ ਤੱਤ ਹੈ। ਪਿਆਰ ਸੱਤ ਹੈ। ਸੱਤ ਪਿਆਰ ਦਾ ਗਰਭ ਹੈ। ਪਿਆਰ ਸੱਤ ਵਿੱਚੋਂ ਉਪਜਦਾ ਹੈ। ਸੱਤ ਸਾਰੀ ਸ੍ਰਿਸ਼ਟੀ ਦਾ ਗਰਭ ਹੈ। ਪਿਆਰ ਸਦਾ ਸਦਾ ਰਹਿੰਦਾ ਹੈ। ਪਿਆਰ ਸਦੀਵੀ ਹੈ। ਪਿਆਰ ਅਕਾਲ ਪੁਰਖ ਦੀ ਭਾਸ਼ਾ ਹੈ। ਭਾਖਿਆ ਪਾਉ ਅਪਾਰ। ਇਸ ਦਾ ਭਾਵ ਹੈ ਭਾਖਿਆ ਭਾਸ਼ਾ, ਸੰਚਾਰ ਦਾ ਤਰੀਕਾ, ਦੂਸਰਿਆਂ ਨਾਲ ਗੱਲਬਾਤ ਦਾ ਤਰੀਕਾ। ਪਾਉ ਬੇਸ਼ਰਤ ਪਿਆਰ, ਬਲੀਦਾਨ ਨਾਲ ਪਿਆਰ, ਦੇਣ ਨਾਲ ਪਿਆਰ, ਦੂਸਰਿਆਂ ਦੇ ਦੁੱਖ ਅਤੇ ਪੀੜਾ ਹਟਾਉਣ ਨਾਲ ਪਿਆਰ। ਅਪਾਰ ਜਿਹੜਾ ਸੀਮਾ ਰਹਿਤ ਹੈ, ਜਿਹੜਾ ਬੇਅੰਤ ਹੈ, ਜਿਹੜਾ ਅਨੰਤ ਹੈ। ਪਿਆਰ ਅਪਾਰ ਹੈ। ਪਿਆਰ ਅਨੰਤ ਹੈ। ਪਿਆਰ ਦੀ ਕੋਈ ਹੱਦ ਨਹੀਂ। ਪਿਆਰ ਦੀ ਕੋਈ ਸੀਮਾ ਨਹੀਂ। ਪਿਆਰ ਬਲੀਦਾਨ ਹੈ। ਪਿਆਰ ਦੇਣਾ ਹੈ, ਮੰਗਣਾ ਨਹੀਂ। ਪਿਆਰ ਨਿਰਸਵਾਰਥ ਜਿਉਣਾ ਹੈ। ਪਿਆਰ ਸੌਂਪ ਦੇਣਾ ਹੈ। ਪਿਆਰ ਅਕਾਲ ਪੁਰਖ ਨੂੰ ਸਭ ਕੁਝ ਸੌਂਪ ਦੇਣਾ ਹੈ। ਪਿਆਰ ਦੂਸਰਿਆਂ ਦੀ ਸੇਵਾ ਕਰਨਾ ਹੈ। ਪਿਆਰ ਦੂਸਰਿਆਂ ਦੇ ਦੁੱਖ ਦਰਦ ਨੂੰ ਘਟਾਉਣਾ ਹੈ। ਪਿਆਰ ਕਿਸੇ ਵਿਅਕਤੀ ਨੂੰ ਅੰਮ੍ਰਿਤ ਦੇ ਕੇ ਜ਼ਹਿਰ ਨੂੰ ਬਾਹਰ ਕੱਢਣਾ ਹੈ। ਪਿਆਰ ਆਪਣਾ ਦਿਲ ਗੁਰੂ ਅਤੇ ਗੁਰਸੰਗਤ ਨੂੰ ਦੇਣਾ ਹੈ। ਪਿਆਰ ਵਿੱਚ ਨਿਮਰਤਾ ਅਤੇ ਨਿਰਮਾਣਤਾ ਹਉਮੈ, ਕ੍ਰੋਧ, ਬਦਲੇ ਦੀ ਭਾਵਨਾ, ਨਫ਼ਰਤ ਨੂੰ ਦੂਰ ਕਰਦੀ ਹੈ। ਵੈਰ ਭਾਵ ਅਤੇ ਬੁਰੀ ਭਾਵਨਾ ਦੂਰ ਕਰਦੀ ਹੈ ਅਤੇ ਪਿਆਰ ਲੈ ਕੇ ਆਉਂਦਾ ਹੈ, ਪਰਮਾਤਮਾ ਨੂੰ ਸਾਡੇ ਅੰਦਰ ਲੈ ਕੇ ਆਉਂਦਾ ਹੈ। ਗੁਰਬਾਣੀ ਕਹਿੰਦੀ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਭਾਵ ਕੇਵਲ ਪਿਆਰ ਪਰਮਾਤਮਾ ਦਾ ਅਹਿਸਾਸ ਕਰ ਸਕਦਾ ਹੈ। ਸਾਡਾ ਪਰਮਾਤਮਾ ਨਾਲ ਪਿਆਰ ਪੂਰਨ ਨਹੀਂ ਹੈ ਜੇਕਰ ਅਸੀਂ ਉਸ ਦੀ ਸਾਰੀ ਰਚਨਾ ਨੂੰ ਉਸ ਜਿੰਨਾ ਪਿਆਰ ਨਹੀਂ ਕਰਦੇ। ਕੇਵਲ ਪਿਆਰ ਸਾਨੂੰ ਮਾਇਆ ਦੇ ਸੰਗਲਾਂ ਤੋਂ ਬਾਹਰ ਕੱਢ ਸਕਦਾ ਹੈ ਅਤੇ ਪਰਮਾਤਮਾ ਨਾਲ ਜੋੜ ਸਕਦਾ ਹੈ ਅਤੇ ਇਹੀ ਇੱਕ ਸਿੱਖ ਦੀ ਜ਼ਿੰਦਗੀ ਦਾ ਮੰਤਵ ਹੈ। ਜਿਸ ਦੇ ਹਿਰਦੇ ਵਿੱਚ ਨਫ਼ਰਤ, ਈਰਖਾ ਅਤੇ ਦਵੈਸ਼ ਦੀ ਭਾਵਨਾ ਹੈ, ਉਹ ਸਿੱਖ ਨਹੀਂ ਹੈ। ਸਾਨੂੰ ਸਾਰਿਆਂ ਨੂੰ ਆਪਣੇ ਕਰਮਾਂ, ਕਿਰਿਆਵਾਂ, ਪ੍ਰਤੀਕਿਰਿਆਵਾਂ, ਸੰਚਾਰ ਲਿਖ ਕੇ ਜਾਂ ਜ਼ਬਾਨੀ ਵਿੱਚ ਅਤ ਨਿਮਰਤਾ ਅਤੇ ਨਿਰਮਾਣਤਾ ਦਾ ਅਭਿਆਸ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਗੁਰੂ ਅਤੇ ਗੁਰਬਾਣੀ ਵਿੱਚ ਪਿਆਰ, ਬਲੀਦਾਨ, ਭਰੋਸਾ ਅਤੇ ਯਕੀਨ ਦੀ ਭਾਸ਼ਾ ਸਿੱਖਾਂਗੇ ਅਤੇ ਆਪਣੇ ਹਉਮੈ ਅਤੇ ਕ੍ਰੋਧ ਨੂੰ ਆਪਣੀ ਰੂਹ, ਮਨ ਅਤੇ ਸਰੀਰ ਵਿੱਚੋਂ ਖਤਮ ਕਰਕੇ ਸਰਵ ਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਦੇ ਹੋਰ ਨੇੜੇ ਹੋਈ ਜਾਵਾਂਗੇ। ਇਹ ਗੁਰਪ੍ਰਸਾਦੀ ਖੇਡ ਹੈ। ਕੇਵਲ ਇੱਕ ਇਹੋ ਜਿਹਾ ਵਿਅਕਤੀ ਰੂਹਾਨੀਅਤ ਦੀ ਐਸੀ ਅਵਸਥਾ ਵਿੱਚ
ਪਹੁੰਚ ਸਕਦਾ ਹੈ ਅਤੇ ਬ੍ਰਹਮ ਗਿਆਨੀ ਬਣ ਸਕਦਾ ਹੈ, ਜਿਸ ਨੂੰ ਨਾਮ ਸਿਮਰਨ, ਨਾਮ ਦੀ ਕਮਾਈ, ਬੰਦਗੀ, ਸੇਵਾ, ਪਰਉਪਕਾਰ ਅਤੇ ਮਹਾਪਰਉਪਕਾਰ ਦੇ ਗੁਰਪ੍ਰਸਾਦ ਦੀ ਅਨਾਦ ਬਖਸ਼ਿਸ਼ ਹੁੰਦੀ ਹੈ। ਦੂਸਰਿਆਂ ਸ਼ਬਦਾਂ ਵਿੱਚ ਸਰਵ ਸ਼ਕਤੀਮਾਨ ਪਰਮਾਤਮਾ ਪਰਮੇਸ਼ਰ ਆਪ ਸੰਗਤ ਦੇ ਲਾਭ ਲਈ ਬ੍ਰਹਮ ਗਿਆਨੀ ਦੀ ਰਚਨਾ ਕਰਦਾ ਹੈ। ਇੱਕ ਬ੍ਰਹਮ ਗਿਆਨੀ ਅਕਾਲ ਪੁਰਖ ਦੀ ਆਪਣੀ ਮਹਿਮਾ ਹੈ। ब्रह्म ज्ञानी सगल कीरीना, आत्म रस ब्रह्म ज्ञानी चीना। ब्रह्म ज्ञानी की सब ऊपर माया, ब्रह्म ज्ञानी ते कछु बुरा न भया। ब्रह्म ज्ञानी सदा समदर्शी, ब्रह्म ज्ञानी की दृष्ट अमृत बरसी। ब्रह्म ज्ञानी बंधन ते मुक्ता, ब्रह्म ज्ञानी की निर्मल जुक्ता। ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान। ब्रह्म ज्ञानी सदा ही बहुत निमाणा रहिंदा है। वो इन्ना निमाणा हुंदा है कि वो सारी रचना के चरणों की धूड़ बना रहिंदा है। वो सारे कोट ब्रह्मंडा के चरणों की धूड़ बन के गरीबी वेस हिरदे की कमाई करता है। उसलिए दूसरा हर कोई उस नालों उच्चा हुंदा है। उसका हिरदा गरीबी नाल भरिया रहिंदा है, अत निमरता नाल भरपूर रहिंदा है। यह जी निमरता की अवस्था गुण केवल हौमे हंकार ते पूरी तरह नाल खत्म होने ते ही आउंदा है। भरपूर अते बेअंत निमरता ब्रह्मंड की चाबी है, जिथे पूर्ण ब्रह्म ज्ञानी अकाल पुरख के चरणों विच रहिंदा है। सगल कीरीना बन के ब्रह्म ज्ञानी आत्म रस नूं पहचानदा है अते आत्म रस अमृत की प्राप्ति करता है। आत्म रस अमृत सब तो उच्चे अमृत नाम नालों उच्चा है। सर्व उच्च अमृत है जो पूर्ण ब्रह्म ज्ञान नाल ही प्राप्त हुंदा है, जो अकाल पुरख के दर्शनां नाल ही प्राप्त हुंदा है। आत्म रस अकाल पुरख का निर्गुण स्वरूप परम जोतपूर्ण प्रकाश है अते केवल एक ब्रह्म ज्ञानी ही इसनूं लगातार आधार ते देख अते महसूस कर सकता है अते इसका आनंद माण सकता है। ताही खालसा केवल एक पूर्ण ब्रह्म ज्ञानी है, क्योंकि दसम पातशाह जी अनुसार आत्म रस जो जान ही सो है खालसा देव, प्रभ में है सो मैं तास माहे, रंचक नाहन भेद। आत्म रस अमृत असली अंदरूनी रूहानी रहत है। हिरदे विच पूर्ण जोत प्रकाश असली रहत है। अंदरूनी रहत एक आदमी नूं एक पूर्ण खालसा ਜਾਂ पूर्ण ब्रह्म ਗਿਆਨੀ ਬਣਾਉਂਦੀ ਹੈ। ब्रह्म ਗਿਆਨੀ हर एक ਉੱਪਰ संपूर्ण खुशियां ਦੀ ਬੌਛਾਰ ਕਰਦਾ ਹੈ। उसका चेहरा, मन, ਹਿਰਦਾ ਅਤੇ रूह सदा संपूर्ण सत चित आनंद ਵਿੱਚ ਰਹਿੰਦਾ ਹੈ ਅਤੇ ਜੋ ਵੀ ਉਹਨਾਂ ਦੇ ਸੰਬੰਧ ਵਿੱਚ ਆਉਂਦਾ ਹੈ, ਸੰਗਤ ਵਿੱਚ ਆਉਂਦਾ ਹੈ, ਉਸ ਉੱਪਰ ਉਹ ਪਰਮ ਆਨੰਦ ਦੀ ਬੌਛਾਰ ਕਰਦਾ ਹੈ। ਅਸਲੀ ਇਲਾਹੀ ਆਨੰਦ ਮਾਇਆ ਅਤੇ ਇੱਛਾਵਾਂ ਉੱਪਰ ਜਿੱਤ ਪਾਉਣੀ ਹੈ। ਅਜਿਹਾ ਪੂर्ण ਬ੍ਰਹਮ ਗਿਆਨੀ ਦੀ ਸੰਗਤ ਵਿੱਚ ਵਾਪਰਦਾ ਹੈ। ਉਹਨਾਂ ਦੀ ਸੰਗਤ ਵਿੱਚ ਤੁਸੀਂ ਨਾਮ ਸਿਮਰਨ, ਨਾਮ ਦੀ ਕਮਾਈ, ਪੂर्ण ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦ ਪ੍ਰਾਪਤ ਕਰ ਸਕਦੇ ਹੋ ਅਤੇ ਇਸ ਦੇ ਫਲਸਰੂਪ ਉਸ ਵਰਗੇ ਹੋ ਕੇ ਕਦੇ ਨਾ ਖਤਮ ਹੋਣ ਵਾਲੀ ਅਨਾਦ ਪਰਮ ਆਨੰਦ ਦੀ ਅਵਸਥਾ, ਸਤਚਿਤ ਆਨੰਦ ਦੀ ਅਵਸਥਾ ਪ੍ਰਾਪਤ ਕਰ ਸਕਦੇ ਹੋ। ਬ੍ਰਹਮ ਗਿਆਨੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਦਾ ਹੈ ਅਤੇ ਕਿਸੇ ਦਾ ਬੁਰਾ नहीं करता है। उसका हिरदा दूसरों प्रति बेअंत ब्रह्म प्यार नाल भरिया रहिंदा है। वो किसी नूं भी कदी भी नफरत नाल नहीं देखता। उसके हिरदे विच कोई भी नफरत नहीं हुंदी। वो हर एक नाल उन्ना ही प्यार करता है जिन्ना कि वो रचनहारे नाल करता है। वो सारे ब्रह्मंड नूं एक दृष्टि नाल वेखण वाले उच्च गुण कारण वो हर एक प्रति बड़ा ही दयाल अते दाना बीना बन जाता है। ਉਹ ਸਾਰੇ ਹੀ ਬ੍ਰਹਮੰਡ ਨੂੰ ਇੱਕ ਦ੍ਰਿਸ਼ ਨਾਲ ਵੇਖਦਾ ਹੈ। ਉਸ ਦਾ ਕੇਵਲ ਸ਼ੁੱਧ ਅਤੇ ਪਵਿੱਤਰ ਵਿਚਾਰ ਹੁੰਦਾ ਹੈ, ਕੇਵਲ ਅਤੇ ਕੇਵਲ ਇੱਕੋ ਇੱਕ ਸੱਚਾ ਵਿਚਾਰ, ਅਤੇ ਉਹ ਹੈ ਹਮੇਸ਼ਾ ਦੂਸਰਿਆਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਦਾ ਮੰਤਵ। ਉਹ ਸੰਗਤ ਨੂੰ ਆਪਣੀ ਅਸੀਸਾਂ ਪ੍ਰਦਾਨ ਕਰਦਾ ਹੈ ਅਤੇ ਉਹਨਾਂ ਦੀ ਮੁਕਤੀ ਦੇ ਰਾਹ ਤੋਂ ਅੱਗੇ ਵਧਣ ਵਿੱਚ ਮਦਦ ਕਰਦਾ ਹੈ। ਉਸ ਦੀਆਂ ਅੱਖਾਂ ਹਮੇਸ਼ਾ ਅੰਮ੍ਰਿਤ ਪੂਰਨ ਪ੍ਰਕਾਸ਼ ਨਾਲ ਭਰੀਆਂ ਰਹਿੰਦੀਆਂ ਹਨ ਅਤੇ ਜੋ ਵੀ ਉਹਨਾਂ ਦੀ ਸੰਗਤ ਵਿੱਚ ਆਉਂਦਾ ਹੈ, ਉਹਨਾਂ ਉੱਪਰ
ਉਹ ਅੰਮ੍ਰਿਤ ਦੀ ਵਰਖਾ ਕਰਦਾ ਹੈ। ਬ੍ਰਹਮ ਗਿਆਨੀ ਮਾਇਆ ਦੇ ਸਭ ਬੰਧਨਾਂ ਤੋਂ ਮੁਕਤ ਹੁੰਦਾ ਹੈ। ਉਹ ਆਪਣੇ ਆਲੇ ਦੁਆਲੇ ਵਾਪਰਨ ਵਾਲੀ ਕਿਸੇ ਵੀ ਗੱਲ ਤੋਂ ਪ੍ਰਭਾਵਿਤ ਨਹੀਂ ਹੁੰਦਾ। ਉਹ ਸਾਰੇ ਸੰਸਾਰਕ ਬੰਧਨਾਂ ਤੋਂ ਉੱਪਰ ਹੁੰਦਾ ਹੈ, ਭਾਵੇਂ ਪਰਿਵਾਰ ਬੰਧਨ ਹੋ, ਸਮਾਜਿਕ ਬੰਧਨ ਜਾਂ ਹੋਰ ਦੂਸਰੇ ਰਿਸ਼ਤਿਆਂ ਦੇ ਬੰਧਨ, ਜਾਤ ਅਤੇ ਜਾਤੀ, ਧਰਮ ਅਤੇ ਕਰਮ, ਸਭ ਬੰਧਨਾਂ ਤੋਂ ਉੱਪਰ। ਕੁਝ ਵੀ ਉਸਦੇ ਅਤੇ ਰਚਨਹਾਰੇ ਦੇ ਵਿਚਕਾਰ ਨਹੀਂ ਆ ਸਕਦਾ। ਕੋਈ ਚੀਜ਼ ਵੀ ਉਸਦੀ ਇਲਾਹੀ ਇਸ਼ਕ ਨੂੰ ਡੁਲਾ ਨਹੀਂ ਸਕਦੀ। ਉਹ ਹਮੇਸ਼ਾ ਰੂਹ ਅਤੇ ਮਨ ਦੀ ਸਥਿਰਤਾ ਵਾਲੀ ਹਾਲਤ ਵਿੱਚ ਰਹਿੰਦਾ ਹੈ ਅਤੇ ਕੁਝ ਵੀ ਉਸ ਨੂੰ ਵਿਚਲਿਤ ਨਹੀਂ ਕਰ ਸਕਦਾ। ਉਸ ਦੀਆਂ ਸਾਰੀਆਂ ਕਿਰਿਆਵਾਂ, ਪ੍ਰਤੀਕਿਰਿਆਵਾਂ, ਕਾਰਜ ਅਤੇ ਉਸ ਦਾ ਜੀਵਨ ਢੰਗ ਸ਼ੁੱਧ ਅਤੇ ਪਵਿੱਤਰ ਹੁੰਦਾ ਹੈ। ਉਸ ਦੇ ਸਾਰੇ ਕਰਮ ਸਤ ਹੁੰਦੇ ਹਨ। ਉਹ ਹਮੇਸ਼ਾ ਸਤ ਦੀ ਸੇਵਾ ਕਰਦਾ ਹੈ ਅਤੇ ਪੂਰਨ ਸਤ ਵਰਤਾਉਂਦਾ ਹੈ। ਉਸ ਦੀ ਰੂਹ ਅਤੇ ਮਨ ਦਾ ਭੋਜਨ ਬ੍ਰਹਮ ਗਿਆਨ ਹੁੰਦਾ ਹੈ। ਉਹ ਹਮੇਸ਼ਾ ਇਸ ਬ੍ਰਹਮ ਗਿਆਨ ਨੂੰ ਵੰਡਣ ਵਿੱਚ ਰੁੱਝਿਆ ਰਹਿੰਦਾ ਹੈ। ਬ੍ਰਹਮ ਗਿਆਨ ਜਿਹੜਾ ਕਿ ਉਸ ਵਿੱਚ ਨਿਰੰਤਰ ਸਰਵਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਕੋਲੋਂ ਵਹਿੰਦਾ ਹੈ, ਉਸ ਬ੍ਰਹਮ ਗਿਆਨ ਦੇ ਵੰਡਣ ਵਿੱਚ ਰੁੱਝਿਆ ਰਹਿੰਦਾ ਹੈ। ਅਸਲ ਵਿੱਚ ਉਸ ਦੀਆਂ ਸਾਰੀਆਂ ਪੰਜ ਇੰਦਰੀਆਂ ਦਾ ਸਿੱਧਾ ਸੰਬੰਧ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈ। ਉਸ ਦੀਆਂ ਪੰਜ ਇੰਦਰੀਆਂ ਪੂਰਨ ਹੁਕਮ ਵਿੱਚ ਹੁੰਦੀਆਂ ਹਨ। ਉਹ ਜੋ ਵੀ ਬੋਲਦਾ ਹੈ ਪੂਰਨ ਸਤ ਹੁੰਦਾ ਹੈ ਅਤੇ ਇਹ ਅਕਾਲ ਪੁਰਖ ਦੇ ਆਪਣੇ ਬਚਨ ਹੁੰਦੇ ਹਨ। ਇਸ ਬ੍ਰਹਮ ਪ੍ਰਕਾਸ਼ਿਸ਼ ਦੇ ਗੁਣ ਕਾਰਨ ਉਹ ਹਮੇਸ਼ਾ ਪਰਬ੍ਰਹਮ ਪਰਮੇਸ਼ਰ ਨਾਲ ਇੱਕ ਮਿਕ ਰਹਿੰਦਾ ਹੈ। ਉਸ ਦੀ ਰੂਹ, ਹਿਰਦਾ, ਮਨ ਅਤੇ ਰੋਮ ਰੋਮ ਸਦਾ ਸਦਾ ਰਚਨਹਾਰੇ ਨਾਲ ਜੁੜੇ ਰਹਿੰਦੇ ਹਨ। ब्रह्म ज्ञानी एक ऊपर आस, ब्रह्म ज्ञानी का नहीं विनाश। ब्रह्म ज्ञानी के गरीबी समाहा, ब्रह्म ज्ञानी पर उपकार उमाहा। ब्रह्म ज्ञानी के नाही धंधा, ब्रह्म ज्ञानी के दावत बंदा। ब्रह्म ज्ञानी के होए सुपला, ब्रह्म ज्ञानी सफल फला। ब्रह्म ज्ञानी संग सगल उधार, नानक ब्रह्म ज्ञानी जपै सगल संसार। ब्रह्म ज्ञानी सदा सदा ਲਈ ਪਰਮਾਤਮਾ ਨਾਲ ਇੱਕਮਿਕ ਹੋ ਜਾਂਦਾ ਹੈ। ਪਰਿਪੂਰਨ ਪਰਬ੍ਰਹਮ ਪਿਤਾ ਪਰਮੇਸ਼ਵਰ ਉਸ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਸ ਨੂੰ ਕਦੀ ਵੀ ਵਿਨਾਸ਼ ਨਾ ਹੋਣ ਦੀ ਅਸੀਸ ਦਿੰਦਾ ਹੈ। ਉਹ ਜਿਹੜਾ ਤੱਤ ਗਿਆਨ ਨਾਲ ਪ੍ਰਕਾਸ਼ਮਾਨ ਹੋ ਜਾਂਦਾ ਹੈ, ਉਸ ਦਾ ਕਦੀ ਵਿਨਾਸ਼ ਨਹੀਂ ਹੁੰਦਾ। ਕੋਈ ਬੁਰੀ ਸ਼ਕਤੀ ਐਸੀ ਰੂਹ ਨੂੰ ਦੁੱਖ ਤੇ ਨੁਕਸਾਨ ਨਹੀਂ ਪਹੁੰਚਾ ਸਕਦੀ ਜਾਂ ਵਿਨਾਸ਼ ਨਹੀਂ ਕਰ ਸਕਦੀ। ਬ੍ਰਹਮ ਗਿਆਨੀ ਦਾ ਹਿਰਦਾ ਪੂਰਨ ਨਿਮਰ ਹੁੰਦਾ ਹੈ। ਉਸਦੇ ਹਿਰਦੇ ਵਿੱਚ ਡੂੰਘੀ ਨਿਮਰਤਾ ਅਤੇ ਗਰੀਬੀ ਵੇਸ ਸਮਾਇਆ ਰਹਿੰਦਾ ਹੈ। ਅਜਿਹੀਆਂ ਬ੍ਰਹਮ ਬਖਸ਼ਿਸ਼ਾਂ ਨਾਲ ਇਲਾਹੀ ਗੁਣ ਅਤੇ ਸ਼ਕਤੀਆਂ ਉਸ ਨੂੰ ਦੂਸਰਿਆਂ ਦਾ ਚੰਗਾ ਸੋਚਣ ਅਤੇ ਕਰਨ ਵਾਲਾ ਬਣਾਉਂਦੇ ਹਨ। ਪਰਉਪਕਾਰੀ ਅਤੇ ਮਹਾਪਰਉਪਕਾਰੀ ਹਿਰਦਾ ਬਣਾ ਦਿੰਦੇ ਹਨ। ਉਹ ਪਰਉਪਕਾਰ ਅਤੇ ਮਹਾਪਰਉਪਕਾਰ ਵਿੱਚ ਸਦਾ ਸਦਾ ਲਈ ਪੂਰਨ ਆਨੰਦ ਮਾਣਦਾ ਹੈ। ਉਸ ਦਾ ਕਰਮ ਸੰਗਤ ਨੂੰ ਨਾਮ ਜਪਾਉਣਾ ਹੁੰਦਾ ਹੈ, ਬੰਦਗੀ ਦੁਆਰਾ ਅਕਾਲ ਪੁਰਖ ਦੇ ਨੇੜੇ ਲੈ ਜਾਣਾ ਹੁੰਦਾ ਹੈ, ਸੰਗਤ ਨੂੰ ਮੁਕਤੀ ਦੇ ਮਾਰਗ ਤੋਂ ਤੋਰਨ ਤੋਂ ਮੁਕਤੀ ਪ੍ਰਾਪਤ ਕਰਵਾਉਣਾ ਹੁੰਦਾ ਹੈ। ਉਹ ਸੰਗਤ ਦੀ ਹਰ ਸਹਾਇਤਾ ਕਰਦਾ ਹੈ ਅਤੇ ਉਹਨਾਂ ਨੂੰ ਬੰਦਗੀ ਦੇ ਕੇ ਅਤੇ ਬੰਦਗੀ ਕਰਵਾ ਕੇ ਮੁਕਤੀ ਨਾਲ ਬਖਸ਼ਿਸ਼ ਕਰਦਾ ਹੈ। ਜੀ ਦਾਨ ਦੇਣਾ ਅਤੇ ਮੁਕਤੀ ਦੇ ਮਾਰਗ ਉੱਪਰ ਅਕਾਲ ਪੁਰਖ ਨਾਲ ਜੋੜਨਾ ਪਰਿਪੂਰਨ ਪਰਬ੍ਰਹਮ ਪਿਤਾ ਪਰਮੇਸ਼ਵਰ ਪਰਮਾਤਮਾ ਦੀ ਸਭ ਤੋਂ ਉੱਚੀ ਦੀ ਸੇਵਾ ਹੈ। ਇਹ ਇੱਕ ਓਂਕਾਰ ਦੀ ਅਤੇ ਇਸ ਧਰਤੀ ਉੱਪਰ ਮਾਨਵਤਾ ਦੀ ਸਭ ਤੋਂ ਉੱਚੀ ਸੇਵਾ ਹੈ ਜੋ ਇੱਕ ਬ੍ਰਹਮ ਗਿਆਨੀ ਕਰਦਾ ਹੈ। ਜੀ ਦਾਨ ਦੇ ਕੇ ਬੰਦਗੀ ਵਿੱਚ ਲੈ ਕੇ ਜਾਣਾ ਅਤੇ ਅਕਾਲ ਪੁਰਖ ਨਾਲ ਜੋੜਨਾ ਮਹਾਪਰਉਪਕਾਰ ਹੈ ਅਤੇ ਇਸ ਤੋਂ ਵੱਡਾ ਹੋਰ ਕੋਈ ਪਰਉਪਕਾਰ ਨਹੀਂ ਹੈ। ਬ੍ਰਹਮ ਗਿਆਨੀ ਦਾ ਮਨ, ਹਿਰਦਾ ਅਤੇ ਰੂਹ ਸਦਾ ਸਦਾ ਲਈ ਪੂਰਨ ਸ਼ਾਂਤੀ ਵਿੱਚ ਹੁੰਦੇ ਹਨ ਅਤੇ ਪੂਰੀ ਤਰ੍ਹਾਂ ਸਰਵਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮ ਅਧੀਨ ਹੁੰਦੇ ਹਨ। ਬ੍ਰਹਮ ਗਿਆਨੀ ਸਰਵਸ਼ਕਤੀਮਾਨ ਪਰਬ੍ਰਹਮ ਪਿਤਾ ਪਰਮੇਸ਼ਰ ਦੇ ਹੁਕਮਾਂ ਨੂੰ ਮੰਨ ਕੇ ਪਰਮ ਆਨੰਦ ਦਾ ਸਰਵਉੱਚ ਪੱਧਰ ਪ੍ਰਾਪਤ ਕਰਦਾ ਹੈ। ਕੁਝ ਵੀ ਹੋਰ ਉਸ ਦੇ ਮਨ ਨੂੰ ਵਿਚਲਿਤ ਨਹੀਂ ਕਰ ਸਕਦਾ। ਉਹ ਹਮੇਸ਼ਾ ਇੱਕ ਸਥਿਰ ਮਨ ਅਤੇ ਰੂਹ ਵਾਲਾ ਹੁੰਦਾ ਹੈ। ਪੰਜ ਦੂਤ ਸਾਰੇ ਹੀ ਉਸ ਦੀ ਸੇਵਾ ਕਰਦੇ ਹਨ ਅਤੇ ਉਸ ਨੂੰ ਵਿਚਲਿਤ ਨਹੀਂ ਕਰ ਸਕਦੇ। ਪੰਜ ਦੂਤ ਬ੍ਰਹਮ ਗਿਆਨੀ ਦੇ ਅਧੀਨ ਹੁੰਦੇ ਹਨ। ਹੁਕਮ ਵਿੱਚ ਰਹਿਣ ਵਾਲਿਆਂ ਦੀ ਸਦਾ ਚੜ੍ਹਦੀ ਕਲਾ ਹੁੰਦੀ ਹੈ। ਜਦ ਅਸੀਂ ਹੁਕਮ ਦੀ
ਹਦੂਲੀ ਕਰਦੇ ਹਾਂ ਤਾਂ ਅਸੀਂ ਮੁਸੀਬਤ ਵਿੱਚ ਪੈਂਦੇ ਹਾਂ। ਇੱਕ ਆਮ ਮਨੁੱਖ ਦੇ ਜੀਵਨ ਵਿੱਚ ਇਲਾਹੀ ਸੁੱਖ ਦਾ ਅਭਾਵ ਦਾ ਕਾਰਨ ਕੇਵਲ ਹੁਕਮ ਨਾ ਮੰਨਣਾ ਹੈ ਅਤੇ ਸਾਰੇ ਦੁੱਖਾਂ ਦਾ ਕਾਰਨ ਵੀ ਹੁਕਮ ਦਾ ਵਿਰੋਧ ਕਰਨਾ ਹੈ। ਜਦ ਅਸੀਂ ਹੁਕਮ ਵਿੱਚ ਰਹਿੰਦੇ ਹਾਂ ਤਾਂ ਸਾਡਾ ਕਰਮ ਨਹੀਂ ਬਚਦਾ, ਪਰੰਤੂ ਜਦ ਅਸੀਂ ਹੁਕਮ ਦੇ ਵਿਰੋਧ ਕਰਦੇ ਹਾਂ ਤਾਂ ਸਾਡਾ ਕਰਮ ਬਚ ਜਾਂਦਾ ਹੈ, ਜਿਸ ਦਾ ਭੁਗਤਾਨ ਸਾਨੂੰ ਆਉਣ ਵਾਲੇ ਸਮੇਂ ਵਿੱਚ ਕਰਨਾ ਪੈਂਦਾ ਹੈ। ਬਸ ਇਹੀ ਕਾਰਨ ਹੈ ਸਾਡੇ ਜਨਮ ਮਰਨ ਦੇ ਬੰਧਨ ਵਿੱਚ ਉਲਝੇ ਰਹਿਣ ਦਾ। ਬ੍ਰਹਮ ਗਿਆਨੀ ਕਰਮ ਦੇ ਇਹਨਾਂ ਬੰਧਨਾਂ ਤੋਂ ਮੁਕਤ ਹੁੰਦਾ ਹੈ ਅਤੇ ਸਦੀਵੀ ਹੁਕਮ ਵਿੱਚ ਵਿਚਰਦਾ ਹੈ। ਆਪਣੇ ਬ੍ਰਹਮ ਕਾਰਜਾਂ ਅਤੇ ਕੰਮਾਂ ਨਾਲ ਦੂਸਰਿਆਂ ਦਾ ਚੰਗਾ ਕਰਨ ਨਾਲ ਪਰਉਪਕਾਰ ਅਤੇ ਮਹਾਪਰਉਪਕਾਰ ਕਰਦੇ ਹੋਏ ਉਹ ਆਪਣੇ ਜੀਵਨ ਨੂੰ ਸਫਲਾ ਬਣਾ ਲੈਂਦਾ ਹੈ। ਕੋਈ ਵੀ ਵਿਅਕਤੀ ਜੋ ਇੱਕ ਬ੍ਰਹਮ ਗਿਆਨੀ ਦੇ ਸੰਪਰਕ ਵਿੱਚ ਆਉਂਦਾ ਹੈ ਅਤੇ ਯਕੀਨ, ਭਰੋਸੇ, ਪਿਆਰ ਅਤੇ ਸ਼ਰਧਾ ਨਾਲ ਉਸਦੀ ਸੰਗਤ ਦਾ ਹਿੱਸਾ ਬਣਦਾ ਹੈ ਅਤੇ ਉਸ ਦੀ ਸੇਵਾ ਕਰਦਾ ਹੈ, ਉਹ ਮਨੁੱਖ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਅਕਾਲ ਪੁਰਖ ਜੀ ਧੰਨ ਧੰਨ ਸਤਿਗੁਰ ਨਿਰੰਕਾਰ ਦੇ ਅਵਤਾਰ ਸੱਚੇ ਪਾਤਸ਼ਾਹ ਗੁਰੂ ਨਾਨਕ ਜੀ ਨੂੰ ਸੰਬੋਧਿਤ ਹੋ ਰਹੇ ਹਨ ਅਤੇ ਦੱਸ ਰਹੇ ਹਨ ਕਿ ਐਸੇ ਬ੍ਰਹਮ ਗਿਆਨੀ ਦੀਆਂ ਬਖਸ਼ਿਸ਼ਾਂ ਨਾਲ ਸਾਰਾ ਸੰਸਾਰ ਨਾਮ ਅਤੇ ਧਿਆਨ ਨਾਲ ਜੁੜਦਾ ਹੈ। ਗੁਰਪ੍ਰਸਾਦ ਦੀ ਪ੍ਰਾਪਤੀ ਕਰਕੇ ਜੀਵਨ ਮੁਕਤੀ ਪ੍ਰਾਪਤ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰਦਾ ਹੈ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਾਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹਮ ਬੁੱਧ त्यागत। ब्रह्म ज्ञानी के मन परमानंद, ब्रह्म ज्ञानी के घर सदा आनंद। ब्रह्म ज्ञानी सुख सहज निवास, नानक ब्रह्म ज्ञानी का नहीं विनाश। ब्रह्म ज्ञानी सदा सदा ਲਈ ਸਰਵਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਮਾਨ ਸਰੋਵਰ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਗੁਰਸਾਗਰ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਦਰਗਾਹ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਲਈ ਪੂਰਨ ਬ੍ਰਹਮ ਗਿਆਨ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਲਈ ਪੂਰਨ ਤਤ ਗਿਆਨ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਸਦਾ ਸਦਾ ਆਤਮ ਰਸ ਅੰਮ੍ਰਿਤ ਵਿੱਚ ਰਹਿੰਦਾ ਹੈ। ਇਸ ਤੋਂ ਭਾਵ ਹੈ ਕਿ ਉਸ ਦੀ ਰਾਹ, ਉਸ ਦੀ ਰੂਹ, ਹਿਰਦਾ ਅਤੇ ਮਨ ਸਦਾ ਸਦਾ ਲਈ ਆਤਮ ਰਸ ਨਾਲ ਸਹਿ ਤ੍ਰਿਪਤ ਰਹਿੰਦੇ ਹਨ ਅਤੇ ਪ੍ਰਮਾਤਮਾ ਸਦਾ ਸਦਾ ਉਸ ਦੇ ਅੰਦਰ ਵਸਦਾ ਹੈ ਅਤੇ ਉਸ ਵਿੱਚ ਪ੍ਰਗਟ ਹੁੰਦਾ ਹੈ। ਪਰਿਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਵਰ ਆਪ ਅਤੇ ਬ੍ਰਹਮ ਗਿਆਨੀ ਇੱਕ ਹੀ ਹਨ। ਇਹ ਸੁਖਮਨੀ ਸਾਹਿਬ ਦੇ ਅਗਲੇ ਸ਼ਲੋਕ ਵਿੱਚ ਹੋਰ ਸੁੰਦਰਤਾ ਅਤੇ ਸਪਸ਼ਟਤਾ ਨਾਲ ਬਿਆਨ ਕੀਤਾ ਗਿਆ ਹੈ। ਨਾਮ ਇੱਕ ਬ੍ਰਹਮ ਗਿਆਨੀ ਲਈ ਸਭ ਕੁਝ ਹੈ। ਇਹ ਉਸ ਦਾ ਆਧਾਰ ਹੈ। ਉਸ ਦੀ ਦ੍ਰਿਸ਼ਟ ਅਤੇ ਚਰਿੱਤਰ ਨਾਮ ਦੇ ਆਧਾਰ ਉੱਪਰ ਬਣਦਾ ਹੈ ਅਤੇ ਨਾਮ ਉਸ ਲਈ ਆਪ ਪਰਮਾਤਮਾ ਹੈ। ਉਸ ਦੀ ਸਾਰੀ ਸੰਗਤ ਨਾਮ ਦੀ ਪ੍ਰਕਿਰਿਆ ਅਤੇ ਨਾਮ ਤੋਂ ਉਪਜਦੀ ਹੈ, ਭਾਵ ਦਰਗਾਹੀ ਸਤ ਸੰਗਤ ਹੁੰਦੀ ਹੈ, ਕਿਉਂਕਿ ਜਿੱਥੇ ਬ੍ਰਹਮ ਗਿਆਨੀ ਬੈਠਾ ਹੁੰਦਾ ਹੈ ਉੱਥੇ ਦਰਗਾਹ ਪ੍ਰਗਟ ਹੁੰਦੀ ਹੈ। ਉਹ ਲੋਕ ਜੋ ਨਾਮ ਨਾਲ ਜੁੜੇ ਹੁੰਦੇ ਹਨ ਉਸ ਦਾ ਦਰਗਾਹੀ ਪਰਿਵਾਰ ਹੁੰਦੇ ਹਨ। ਸੁਹਾਗਣਾ ਅਤੇ ਸਦਾ ਸੁਹਾਗਣਾ ਹੀ ਉਸ ਦੇ ਪਰਿਵਾਰ ਦਾ ਮੂਲ ਹਿੱਸਾ ਹੁੰਦੀਆਂ ਹਨ। ਉਸ ਦਾ ਰੂਹ ਅਤੇ ਮਨ ਸਦਾ ਸਦਾ ਜਾਗਰਤ ਅਵਸਥਾ ਵਿੱਚ ਹੁੰਦੇ ਹਨ, ਭਾਵ ਕਿ ਉਹ ਸਦਾ ਸਦਾ ਸਤ ਅਤੇ ਸਤ ਦੀ ਸੇਵਾ ਵਿੱਚ ਜੁੜਿਆ ਹੁੰਦਾ ਹੈ। ਉਸ ਦੇ ਸਾਰੇ ਕੰਮ ਕਾਜ ਸਤ ਦੀ ਸੇਵਾ ਕਰਨਾ ਹੁੰਦੇ ਹਨ। ਉਹ ਸਦਾ ਸਦਾ ਹੀ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਸਤਨਾਮ ਦੀ ਸੇਵਾ ਕਰਨ ਵਿੱਚ ਅਤੇ ਸਤ ਵਰਤਾਉਣ ਵਿੱਚ ਰੁੱਝਾ ਰਹਿੰਦਾ ਹੈ। ਇਸੇ ਕਾਰਨ ਕਿ ਬ੍ਰਹਮ ਗਿਆਨੀ ਸਦਾ ਸਦਾ ਲਈ ਸਿਰਜਣਹਾਰੇ ਨਾਲ ਜੁੜਿਆ ਰਹਿੰਦਾ ਹੈ ਅਤੇ ਸਦਾ ਸਦਾ ਲਈ ਗੁਰਮਤਿ ਵਿੱਚ ਵਿਚਰਦਾ ਹੈ। ਕੁਝ ਵੀ ਉਸ ਦੀ ਆਪਣੀ ਮਤ ਨਾਲ ਨਹੀਂ ਹੁੰਦਾ ਹੈ, ਸਭ ਕੁਝ ਗੁਰਮਤਿ ਵਿੱਚ ਹੁੰਦਾ ਹੈ। ਸਾਰੀ ਹੀ ਸਿਆਣਪ ਜੋ ਉਸ ਨੂੰ ਆਉਂਦੀ ਹੈ ਬ੍ਰਹਮ ਗਿਆਨ ਤੋਂ ਆਉਂਦੀ ਹੈ। ਉਸ ਦੇ ਸਾਰੇ ਹੀ ਕਾਰਜ ਇਸ ਬ੍ਰਹਮ ਗਿਆਨ ਦੇ ਆਧਾਰਿਤ ਹੁੰਦੇ ਹਨ। ਐਸਾ ਇਸ ਲਈ ਵਾਪਰਦਾ ਹੈ ਕਿਉਂਕਿ ਉਸਨੇ ਮੈਂ, ਹਉਮੈ, ਅਹੰਕਾਰ ਨੂੰ ਮਾਰ ਲਿਆ ਹੁੰਦਾ ਹੈ ਅਤੇ ਹਉਮੈ ਤੋਂ ਮੁਕਤੀ ਪ੍ਰਾਪਤ ਕਰ ਲਈ ਹੁੰਦੀ ਹੈ। ਇਸ ਲਈ ਉਹ ਸਦਾ ਸਦਾ ਲਈ ਪੂਰਨ ਨਿਮਰਤਾ ਵਿੱਚ ਰਹਿੰਦਾ, ਵਿਚਰਦਾ ਅਤੇ ਕੰਮ ਕਰਦਾ ਹੈ। ਇਹਨਾਂ ਬ੍ਰਹਮ ਗੁਣਾਂ ਦੇ ਕਾਰਨ ਬ੍ਰਹਮ ਗਿਆਨੀ
ਸਦਾ ਸਦਾ ਲਈ ਪਰਮ ਆਨੰਦ ਵਿੱਚ ਬਹੁਤ ਹੀ ਉੱਚੀ ਅਵਸਥਾ ਵਿੱਚ ਰਹਿੰਦਾ ਹੈ। ਬ੍ਰਹਮ ਗਿਆਨੀ ਦੇ ਮਨ, ਹਿਰਦੇ ਅਤੇ ਰੂਹ ਵਿੱਚ ਪੂਰਨ ਸ਼ਾਂਤੀ ਹੁੰਦੀ ਹੈ। ਪੂਰਨ ਸ਼ਾਂਤੀ ਅਕਾਲ ਪੁਰਖ ਦੇ ਪ੍ਰਗਟ ਹੋਣ ਦੀ ਪ੍ਰਤੀਕ ਹੁੰਦੀ ਹੈ, ਬੇਅੰਤ ਪਿਆਰ ਦੀ ਪ੍ਰਤੀਕ ਹੁੰਦੀ ਹੈ। ਬ੍ਰਹਮ ਗਿਆਨੀ ਹਮੇਸ਼ਾ ਹੀ ਸਥਿਰ ਰਹਿੰਦਾ ਹੈ ਅਤੇ ਕੁਝ ਵੀ ਉਸ ਨੂੰ ਸੱਤ ਦੀ ਸੇਵਾ ਕਰਨ ਤੋਂ ਵਿਚਲਿਤ ਨਹੀਂ ਕਰ ਸਕਦਾ। ब्रह्म ज्ञानी ब्रह्म का पिता, ब्रह्म ज्ञानी एक संहिता। ब्रह्म ज्ञानी के हुए अचिंत, ब्रह्म ज्ञानी का निर्मल मंत। ब्रह्म ज्ञानी जिस करे प्रभ आप, ब्रह्म ज्ञानी का बड़ प्रताप। ब्रह्म ज्ञानी का दर्श बड़ भागी पाइए, ब्रह्म ज्ञानी को बल बल जाइए। ब्रह्म ज्ञानी को खोजे महेश्वर, नानक ब्रह्म ज्ञानी आप परमेश्वर। ब्रह्म ज्ञानी सर्वशक्तिमान पार ब्रह्म पिता परमेश्वर ਦੇ ਪੂਰਨ ਬ੍ਰਹਮ ਗਿਆਨ ਦਾ ਗਿਆਤਾ ਹੈ। ਉਸਨੇ ਪਰਿਪੂਰਨ ਪਾਰ ਬ੍ਰਹਮ ਪਿਤਾ ਪਰਮੇਸ਼ਵਰ ਪਰਮਾਤਮਾ ਦੀ ਖੋਜ ਕਰ ਲਈ ਹੁੰਦੀ ਹੈ। ਉਸਨੇ ਪਾਰ ਬ੍ਰਹਮ ਪਿਤਾ ਪਰਮੇਸ਼ਵਰ ਬਾਰੇ ਸਿੱਖ ਲਿਆ ਹੁੰਦਾ ਹੈ। ਇਸ ਮਹਾਨ ਇਲਾਹੀ ਗੁਣ ਦੇ ਕਾਰਨ ਸਾਰੇ ਰੂਹਾਨੀ ਅਤੇ ਬ੍ਰਹਮ ਗੁਣ ਅਤੇ ਬ੍ਰਹਮ ਸ਼ਕਤੀਆਂ ਦੀ ਉਸਨੂੰ ਰਚਨਹਾਰੇ ਦੁਆਰਾ ਬਖਸ਼ਿਸ਼ ਕੀਤੀ ਗਈ ਹੁੰਦੀ ਹੈ। ਉਹ ਪਰਮਾਤਮਾ ਦਾ ਨੁਮਾਇੰਦਾ ਬਣ ਗਿਆ ਹੁੰਦਾ ਹੈ। ਉਸ ਦਾ ਪਰਮਾਤਮਾ ਨਾਲ ਬੇਅੰਤ ਪਿਆਰ ਉਸ ਨੂੰ ਉੱਚ ਰੂਹਾਨੀ ਅਵਸਥਾ ਵਿੱਚ ਲੈ ਜਾਂਦਾ ਹੈ। ਉਹ ਸਦਾ ਸਦਾ ਲਈ ਚਿੰਤਾ ਤੋਂ ਮੁਕਤ ਹੁੰਦਾ ਹੈ। ਭਾਵ ਉਹ ਬੀਤੇ ਸਮੇਂ ਅਤੇ ਆਉਣ ਵਾਲੇ ਸਮੇਂ ਬਾਰੇ ਨਹੀਂ ਸੋਚਦਾ। ਉਹ ਵਰਤਮਾਨ ਸਮੇਂ ਵਿੱਚ ਜਿਉਂਦਾ ਹੈ। ਉਹ ਵਰਤਮਾਨ ਸਮੇਂ ਵਿੱਚ ਕਰਮ ਕਰਦਾ ਹੈ ਅਤੇ ਸਦਾ ਹੀ ਅਕਾਲ ਪੁਰਖ ਦੇ ਹੁਕਮ ਅੰਦਰ ਕਰਮ ਕਰਦਾ ਹੈ। ਉਸ ਦੇ ਸਾਰੇ ਹੀ ਵਰਤਮਾਨ ਸਮੇਂ ਦੇ ਕਰਮ ਸੱਚੇ ਅਤੇ ਸੱਤ ਦੀ ਸੇਵਾ ਲਈ ਹੁੰਦੇ ਹਨ। ਉਸ ਦੇ ਸਾਰੇ ਸ਼ਬਦ, ਬਚਨ ਅਤੇ ਸਲਾਹ ਪਵਿੱਤਰ ਅਤੇ ਸ਼ੁੱਧ ਹੁੰਦੀ ਹੈ ਅਤੇ ਰੂਹਾਨੀ ਤੌਰ 'ਤੇ ਬਹੁਤ ਉੱਚੇ ਮੁੱਲ ਵਾਲੀ ਹੁੰਦੀ ਹੈ। ਉਸ ਦੇ ਬਚਨ ਅੰਮ੍ਰਿਤ ਬਚਨ ਹੁੰਦੇ ਹਨ। ਉਹ ਰੂਹਾਨੀ ਬ੍ਰਹਮੰਡ ਅਤੇ ਦਰਗਾਹ ਵਿੱਚ ਉੱਚਾ ਸਥਾਨ ਪਾਉਂਦਾ ਹੈ। ਕੇਵਲ ਉਹ ਰੂਹ ਬ੍ਰਹਮ ਗਿਆਨੀ ਬਣ ਸਕਦੀ ਹੈ ਜਿਸ ਉੱਪਰ ਅਕਾਲ ਪੁਰਖ ਆਪ ਬਖਸ਼ਿਸ਼ ਕਰਦਾ ਹੈ। ਉਹ ਲੋਕ ਬੜੇ ਹੀ ਪਿਆਰ ਵਾਲੇ, ਭਾਗਾਂ ਵਾਲੇ ਹੁੰਦੇ ਹਨ ਜਿਹੜੇ ਐਸੇ ਬ੍ਰਹਮ ਗਿਆਨੀ ਦਾ ਮੇਲ ਅਤੇ ਸੰਗਤ ਪ੍ਰਾਪਤ ਕਰਦੇ ਹਨ। ਕੇਵਲ ਕੁਝ ਕੁ ਬਹੁਤ ਹੀ ਭਾਗਸ਼ਾਲੀ ਲੋਕ ਐਸੀ ਚਾਨਣ ਰੂਹ ਦੀ ਸੰਗਤ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਨ। ਇਸ ਲਈ ਉਹਨਾਂ ਨੂੰ ਸਰਵ ਸ਼ਕਤੀਮਾਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਉਹਨਾਂ ਨੂੰ ਐਸੀ ਸੁਨਹਿਰੀ ਮੌਕਾ ਮਿਲਿਆ ਹੈ। ਇੱਥੋਂ ਤੱਕ ਕਿ ਸ਼ਿਵਜੀ ਵਰਗੇ ਦੇਵਤਾ ਵੀ ਐਸੇ ਬ੍ਰਹਮ ਗਿਆਨੀ ਦੀ ਸੰਗਤ ਲੱਭਦੇ ਹਨ। ਸਰਵ ਸ਼ਕਤੀਮਾਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਨੂੰ ਦੱਸ ਰਹੇ ਹਨ ਕਿ ਐਸੀ ਪ੍ਰਕਾਸ਼ਵਾਨ ਚਾਨਣ ਰੂਹ ਇਸ ਧਰਤੀ ਉੱਪਰ ਆਪ ਪਰਮਾਤਮਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਇਸ ਦਾ ਭਾਵ ਹੈ ਕਿ ਬ੍ਰਹਮ ਗਿਆਨੀ ਕੋਲ ਅਕਾਲ ਪੁਰਖ ਦੀਆਂ ਸਾਰੀਆਂ ਰੂਹਾਨੀ ਸ਼ਕਤੀਆਂ ਹੁੰਦੀਆਂ ਹਨ। ਅਕਾਲ ਪੁਰਖ ਆਪ ਬ੍ਰਹਮ ਗਿਆਨੀ ਦੇ ਰੂਪ ਵਿੱਚ ਧਰਤੀ 'ਤੇ ਪ੍ਰਗਟ ਹੁੰਦਾ ਹੈ। ਇਸ ਲਈ ਜਿੱਥੇ ਬ੍ਰਹਮ ਗਿਆਨੀ ਬੈਠਾ ਹੈ ਉਹ ਸਥਾਨ ਦਰਗਾਹ ਤੋਂ ਘੱਟ ਨਹੀਂ ਹੁੰਦਾ। ਬ੍ਰਹਮ ਗਿਆਨੀ ਨੂੰ ਨਿਰੰਕਾਰ ਮੰਨਣ ਵਾਲੇ ਅਤੇ ਉਸ ਦੇ ਚਰਨਾਂ 'ਤੇ ਆਪਣਾ ਤਨ ਮਨ ਧਨ ਅਰਪਣ ਕਰਨ ਵਾਲੇ ਮਨੁੱਖਾਂ ਨੂੰ ਗੁਰਪ੍ਰਸਾਦ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨਾਲ ਪੂਰਨ ਬੰਦਗੀ ਕਰਕੇ ਉਹ ਮਨੁੱਖ ਵੀ ਬ੍ਰਹਮ ਗਿਆਨੀ ਬਣ ਜਾਂਦੇ ਹਨ। ਜੋ ਮਨੁੱਖ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਮੰਨ ਕੇ ਉਸ ਦੇ ਬਚਨਾਂ ਦੀ ਕਮਾਈ ਕਰਦੇ ਹਨ, ਉਹ ਸੁਹਾਗ ਅਤੇ ਸਦਾ ਸੁਹਾਗ ਦੀ ਪ੍ਰਾਪਤੀ ਸਹਿਜ ਹੀ ਕਰ ਲੈਂਦੇ ਹਨ। ਬ੍ਰਹਮ ਗਿਆਨੀ ਦਾ ਛਤਰ ਬੇਅੰਤ ਹੁੰਦਾ ਹੈ ਅਤੇ ਸਾਰੇ ਬ੍ਰਹਮੰਡ ਵਿੱਚ ਝੂਲਦਾ ਹੈ। ਇਸ ਲਈ ਜੋ ਮਨੁੱਖ ਬ੍ਰਹਮ ਗਿਆਨੀ ਦੇ ਚਰਨਾਂ ਵਿੱਚ ਆਪਾ ਅਰਪਣ ਕਰਦੇ ਹਨ, ਉਹ ਦੁਨੀਆ ਵਿੱਚ ਜਿੱਥੇ ਵੀ ਮਰਜ਼ੀ ਬੈਠੇ ਹੋਣ ਜਾਂ ਰਹਿੰਦੇ ਹੋਣ, ਉਹ ਸਦਾ ਉਸੇ ਛਤਰ ਹੇਠ ਹੁੰਦੇ ਹਨ, ਜਿਸ ਕਾਰਨ ਉਹ ਆਪਣੀ ਬੰਦਗੀ ਸਹਿਜ ਹੀ ਪੂਰੀ ਕਰ ਲੈਂਦੇ ਹਨ। ਕਿਉਂਕਿ ਬ੍ਰਹਮ ਗਿਆਨੀ ਨੂੰ ਤੁਰਕੀ ਬਾਣੀ ਵਿੱਚ ਪਰਮੇਸ਼ਰ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਪੂਰਨ ਬ੍ਰਹਮ ਗਿਆਨੀ ਦੇ ਚਰਨਾਂ 'ਤੇ ਸਮਰਪਣ ਅਕਾਲ ਪੁਰਖ ਦੇ ਚਰਨਾਂ 'ਤੇ ਸਮਰਪਣ ਕਰਨ ਦੇ ਤੁੱਲ ਹੀ ਹੈ। ਇਸ ਸਮਰਪਣ ਨਾਲ ਹੀ ਗੁਰਪ੍ਰਸਾਦ ਦੀ ਪ੍ਰਾਪਤੀ ਸਹਿਜ ਹੀ ਕੀਤੀ ਜਾ ਸਕਦੀ ਹੈ ਅਤੇ ਜੀਵਨ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਲਈ ਰੂਹਾਨੀ ਸਫਲਤਾ ਦੀ ਕੁੰਜੀ ਕੇਵਲ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਮੰਨ ਕੇ ਉਸ ਦੇ ਚਰਨਾਂ 'ਤੇ ਪੂਰਨ ਸਮਰਪਣ ਕਰਨਾ, ਉਸ ਦੇ ਚਰਨਾਂ 'ਤੇ ਤਨ ਮਨ ਧਨ ਅਰਪਣ ਕਰ ਦੇਣਾ ਹੀ ਹੈ। ਐਸਾ ਕਰਨ ਵਾਲੇ ਮਨੁੱਖਾਂ ਨੂੰ ਸਾਰੀਆਂ ਰੂਹਾਨੀ ਪ੍ਰਾਪਤੀਆਂ ਸਹਿਜ ਹੀ ਹੋ ਜਾਂਦੀਆਂ ਹਨ ਅਤੇ ਜੋ ਮਨੁੱਖ ਆਪਣੀ ਮਨਮਤ ਕਾਰਨ ਐਸਾ ਨਹੀਂ ਕਰਦੇ,
ਉਹ ਗੁਰਪ੍ਰਸਾਦ ਦੀ ਪ੍ਰਾਪਤੀ ਵਿੱਚ ਅਸਫਲ ਰਹਿੰਦੇ ਹਨ। ਉਹ ਭਾਵੇਂ ਜਿੰਨੀ ਵਾਰ ਮਰਜ਼ੀ ਸੰਗਤ ਵਿੱਚ ਚਲੇ ਆਉਣ, ਜਿੰਨੇ ਮਰਜ਼ੀ ਸਮੇਂ ਲਈ ਸੰਗਤ ਕਰੀ ਜਾਣ, ਉਹ ਗੁਰਪ੍ਰਸਾਦ ਦੀ ਪ੍ਰਾਪਤੀ ਨਹੀਂ ਕਰਦੇ। ਇਹੀ ਕਾਰਨ ਹੈ ਕਿ ਅੱਜ ਦੀ ਦੁਨੀਆ ਵਿੱਚ ਬਹੁਤ ਘੱਟ ਗਿਣਤੀ ਵਿੱਚ ਐਸੇ ਮਨੁੱਖ ਹਨ ਜੋ ਸਤਿਗੁਰੂ ਦੇ ਚਰਨਾਂ ਵਿੱਚ ਪੂਰਨ ਆਪਾ ਅਰਪਣ ਕਰਦੇ ਹਨ ਅਤੇ ਗੁਰਪ੍ਰਸਾਦ ਦੀ ਪ੍ਰਾਪਤੀ ਕਰਦੇ ਹਨ। ब्रह्म ज्ञानी की कीमत नाही, ब्रह्म ज्ञानी के सगल मन माही। ब्रह्म ज्ञानी का कौन जाने भेद, ब्रह्म ज्ञानी को सदा आदेश। ब्रह्म ज्ञानी का कथया न जाए अधागर, ब्रह्म ज्ञानी सर्व का ठाकुर। ब्रह्म ज्ञानी का मत कौन बखाने, ब्रह्म ज्ञानी की गत ब्रह्म ज्ञानी जाने। ब्रह्म ज्ञानी का अंत न पार, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਨੂੰ ਅਕਾਲ ਪੁਰਖ ਦੇ ਸਾਰੇ ਹੀ ਗੁਣਾਂ ਦੀ ਬਖਸ਼ਿਸ਼ ਹੁੰਦੀ ਹੈ। ਇਹ ਸਾਰੇ ਇਲਾਹੀ ਗੁਣ ਹੀ ਬ੍ਰਹਮ ਗਿਆਨੀ ਦੀਆਂ ਬੇਅੰਤ ਸ਼ਕਤੀਆਂ ਹੁੰਦੀਆਂ ਹਨ। ਜਿਸ ਤਰ੍ਹਾਂ ਅਕਾਲ ਪੁਰਖ ਦਾ ਕੋਈ ਪਾਰਾਵਾਰ ਅਤੇ ਸੀਮਾ ਨਹੀਂ ਹੈ, ਉਸੇ ਤਰ੍ਹਾਂ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਬ੍ਰਹਮ ਗੁਣਾਂ ਦੀ ਕੋਈ ਵੀ ਸੀਮਾ ਨਹੀਂ ਹੁੰਦੀ ਹੈ ਅਤੇ ਇਹਨਾਂ ਇਲਾਹੀ ਗੁਣਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਇਹਨਾਂ ਇਲਾਹੀ ਸ਼ਕਤੀਆਂ ਦੀ ਕੋਈ ਵੀ ਥਾਂ ਨਹੀਂ ਪਾ ਸਕਦਾ। ਇਸ ਲਈ ਇਹ ਪਰਮ ਮਹੱਤਵਪੂਰਨ ਸਮਝਣ ਵਾਲੀ ਗੱਲ ਹੈ ਕਿ ਸਾਨੂੰ ਐਸੀ ਪ੍ਰਕਾਸ਼ਵਾਨ ਰੂਹਾਂ ਦੇ ਅੱਗੇ ਝੁਕਣਾ ਚਾਹੀਦਾ ਹੈ, ਨਮਸਕਾਰ ਕਰਨਾ ਚਾਹੀਦਾ ਹੈ, ਡੰਡੌਤ ਬੰਦਨਾ ਕਰਨੀ ਚਾਹੀਦੀ ਹੈ, ਆਪਣਾ ਪੂਰਨ ਆਪਾ ਸਮਰਪਣ ਕਰਕੇ ਗੁਰਪ੍ਰਸਾਦ ਦੀ ਪ੍ਰਾਪਤੀ ਕਰਨੀ ਚਾਹੀਦੀ ਹੈ, ਕਿਉਂਕਿ ਬ੍ਰਹਮ ਗਿਆਨੀ ਦੇ ਚਰਨਾਂ 'ਤੇ ਕੀਤਾ ਗਿਆ ਸਮਰਪਣ ਅਕਾਲ ਪੁਰਖ ਦੇ ਚਰਨਾਂ 'ਤੇ ਕੀਤਾ ਗਿਆ ਸਮਰਪਣ ਹੁੰਦਾ ਹੈ। ਇਹੀ ਕਾਰਨ ਹੈ ਕਿ ਜੋ ਐਸਾ ਕਰਦੇ ਹਨ ਉਹ ਗੁਰਪ੍ਰਸਾਦ ਦੀ ਪ੍ਰਾਪਤੀ ਸਹਿਜ ਹੀ ਕਰਕੇ ਪੂਰਨ ਬੰਦਗੀ ਕਰ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਲੈਂਦੇ ਹਨ। ਬ੍ਰਹਮ ਗਿਆਨੀ ਦੀ ਮਹਿਮਾ, ਬ੍ਰਹਮ ਗੁਣ ਇੰਨੇ ਬੇਅੰਤ ਹੁੰਦੇ ਹਨ ਕਿ ਉਹ ਆਪ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਤਰ੍ਹਾਂ ਹੁੰਦੇ ਹਨ। ਕੋਈ ਫਰਕ ਨਹੀਂ ਕਿ ਅਸੀਂ ਉਸ ਦੀ ਮਹਿਮਾ ਵਿੱਚ ਕੀ ਕਹਿੰਦੇ ਹਾਂ, ਅਸੀਂ ਉਸ ਦੇ ਬ੍ਰਹਮ ਗੁਣਾਂ ਦੀ ਵਿਆਖਿਆ ਨਹੀਂ ਕਰ ਸਕਦੇ। ਬ੍ਰਹਮ ਗਿਆਨੀ ਆਪ ਰਚਨਹਾਰੇ ਦੀ ਨਿਆਈ ਹੈ, ਪੂਰਨ ਸੱਤ ਹੈ, ਪੂਰਨ ਸੱਤ ਦਾ ਸੋਮਾ ਹੈ, ਅੰਮ੍ਰਿਤ ਧਾਰੀ ਹੈ, ਪੂਰਨ ਬ੍ਰਹਮ ਗਿਆਨ ਦਾ ਸੋਮਾ ਹੈ, ਆਤਮ ਰਸ ਅੰਮ੍ਰਿਤ ਦਾ ਸੋਮਾ ਹੈ, ਗੁਰਪ੍ਰਸਾਦ ਦਾ ਸੋਮਾ ਹੈ, ਅੰਮ੍ਰਿਤ ਦਾ ਦਾਤਾ ਹੈ, ਨਾਮ ਦਾ ਦਾਤਾ ਹੈ, ਨਾਮ ਸਿਮਰਨ ਦਾ ਦਾਤਾ ਹੈ, ਨਾਮ ਦੀ ਕਮਾਈ ਦਾ ਦਾਤਾ ਹੈ, ਪੂਰਨ ਬੰਦਗੀ ਦਾ ਦਾਤਾ ਹੈ, ਪਰ ਉਪਕਾਰ ਦਾ ਦਾਤਾ ਹੈ, ਮਹਾ ਪਰਉਪਕਾਰ ਦਾ ਦਾਤਾ ਹੈ, ਜੀਵਨ ਮੁਕਤੀ ਦਾ ਦਾਤਾ ਹੈ। ਇਸੇ ਲਈ ਬ੍ਰਹਮ ਗਿਆਨੀ ਸਾਰੀ ਲੋਕਾਈ ਲਈ ਆਪ ਪਰਮੇਸ਼ਰ ਹੈ ਜੋ ਧਰਤੀ 'ਤੇ ਪ੍ਰਗਟ ਹੁੰਦਾ ਹੈ ਸਾਰੇ ਸੰਸਾਰ ਦਾ ਉਧਾਰ ਕਰਨ ਵਾਸਤੇ। ਕੋਈ ਵੀ ਆਮ ਮਨੁੱਖ ਬ੍ਰਹਮ ਗਿਆਨੀ ਦੀਆਂ ਰੂਹਾਨੀ ਸ਼ਕਤੀਆਂ ਦਾ ਕੋਈ ਵੀ ਅੰਦਾਜ਼ਾ ਨਹੀਂ ਲਾ ਸਕਦਾ। ਕੋਈ ਵੀ ਇਹਨਾਂ ਇਲਾਹੀ ਦਰਗਾਹੀ ਸ਼ਕਤੀਆਂ ਦਾ ਵਿਆਖਿਆਨ ਨਹੀਂ ਕਰ ਸਕਦਾ। ਕੇਵਲ ਇੱਕ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਦੀ ਵਿਆਖਿਆ ਕਰ ਸਕਦਾ ਹੈ। ਕੇਵਲ ਇੱਕ ਬ੍ਰਹਮ ਗਿਆਨੀ ਹੀ ਦੂਸਰੇ ਬ੍ਰਹਮ ਗਿਆਨੀ ਨੂੰ ਜਾਣ ਸਕਦਾ ਹੈ, ਪਹਿਚਾਨ ਸਕਦਾ ਹੈ। ਨਹੀਂ ਤੇ ਇੱਥੇ ਸੰਸਾਰ ਵਿੱਚ ਦੂਸਰਾ ਕੋਈ ਨਹੀਂ ਹੈ ਜੋ ਉਸ ਦੇ ਬ੍ਰਹਮ ਗੁਣਾਂ ਅਤੇ ਰੂਹਾਨੀ ਸ਼ਕਤੀਆਂ ਦੀ ਵਿਆਖਿਆ ਕਰ ਸਕਦਾ ਹੋਵੇ। ਇੱਕ ਆਮ ਮਨੁੱਖ ਲਈ ਇੱਕ ਬ੍ਰਹਮ ਗਿਆਨੀ ਨੂੰ ਪਹਿਚਾਨਣ ਵਾਸਤੇ ਕੇਵਲ ਇਤਨਾ ਹੀ ਜਾਣਨਾ ਕਾਫੀ ਹੈ ਕਿ ਬ੍ਰਹਮ ਗਿਆਨੀ ਸੰਗਤ ਵਿੱਚ ਜਾ ਕੇ ਮਨ ਟਿਕਾਅ ਵਿੱਚ ਆ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ। ਇਹ ਹੀ ਬ੍ਰਹਮ ਗਿਆਨੀ ਦੀ ਪਹਿਚਾਨ ਹੈ ਇੱਕ ਆਮ ਮਨੁੱਖ ਵਾਸਤੇ। ਇਸ ਲਈ ਸਾਨੂੰ ਸਦਾ ਹੀ ਬ੍ਰਹਮ ਗਿਆਨੀ ਦੇ ਪਵਿੱਤਰ ਸਤ ਚਰਨਾਂ 'ਤੇ ਨਮਸਕਾਰ ਡੰਡੌਤ ਬੰਦਨਾ ਕਰਨੀ ਚਾਹੀਦੀ ਹੈ। ਜਦ ਅਸੀਂ ਐਸੀ ਪ੍ਰਕਾਸ਼ਵਾਨ ਚਾਨਣ ਰੂਹ ਨੂੰ ਮਿਲਦੇ ਹਾਂ ਜੋ ਆਪ ਪਰਮਾਤਮਾ ਨਾਲ ਇੱਕਮਿਕ ਹੈ, ਜੋ ਆਪ ਪਰਮੇਸ਼ਰ ਹੈ। ਬ੍ਰਹਮ ਗਿਆਨੀ ਦੇ ਬਚਨ ਪੂਰਨ ਸਤ ਹੁੰਦੇ ਹਨ ਅਤੇ ਇਹਨਾਂ ਬਚਨਾਂ ਵਿੱਚ ਬੇਅੰਤ ਸ਼ਕਤੀ ਹੁੰਦੀ ਹੈ। ਬ੍ਰਹਮ ਗਿਆਨੀ ਦੇ ਹਰ ਇੱਕ ਬਚਨ ਵਿੱਚ ਇਤਨੀ ਇਲਾਹੀ ਸ਼ਕਤੀ ਹੁੰਦੀ ਹੈ ਕਿ ਜੇਕਰ ਉਸ ਬਚਨ ਨੂੰ ਕਮਾਇਆ ਜਾਵੇ ਤਾਂ ਅਸੀਂ ਦਰਗਾਹ ਵਿੱਚ ਸਥਾਨ ਪ੍ਰਾਪਤ ਕਰ ਸਕਦੇ ਹਾਂ। ਬ੍ਰਹਮ ਗਿਆਨੀ ਦੇ ਬਚਨ ਦਰਗਾਹੀ ਹੁਕਮ ਹੁੰਦੇ ਹਨ। ਬ੍ਰਹਮ ਗਿਆਨੀ ਸਾਰੀ ਸ੍ਰਿਸ਼ਟੀ ਦਾ ਮਾਲਕ ਅਤੇ ਕਰਤਾ ਹੁੰਦਾ ਹੈ। ब्रह्म ज्ञानी सब सृष्ट का करता, ब्रह्म ज्ञानी सद जीवे नहीं मरता। ब्रह्म ज्ञानी मुक्त युक्त जी का दाता, ब्रह्म ज्ञानी पूर्ण पुरख विधाता। ब्रह्म ज्ञानी अनाथ का नाथ, ब्रह्म ज्ञानी का सब ऊपर हाथ। ब्रह्म ज्ञानी का सगल आकार, ब्रह्म ज्ञानी आप निरंकार। ब्रह्म ज्ञानी की शोभा ब्रह्म ज्ञानी बनी,
ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਧੰਨ ਧੰਨ ਪੰਚਮ ਪਾਤਸ਼ਾਹ ਜੀ ਨੇ ਇਸ ਪੌੜੀ ਦੇ ਪਵਿੱਤਰ ਇਲਾਹੀ ਦਰਗਾਹੀ ਬਚਨਾਂ ਵਿੱਚ ਇਹ ਮਹਾਨ ਕਿਰਪਾ ਕਰਕੇ ਸਾਨੂੰ ਸਾਰੀ ਲੋਕਾਈ ਨੂੰ ਇਸ ਪੂਰਨ ਬ੍ਰਹਮ ਗਿਆਨ ਨਾਲ ਜਾਣੂ ਕਰਵਾਇਆ ਹੈ ਕਿ ਪੂਰਨ ਬ੍ਰਹਮ ਗਿਆਨੀ ਆਪ ਇਸ ਬ੍ਰਹਮੰਡ ਦੀ ਰਚਨਾ ਕਰਨ ਵਾਲਾ ਹੈ, ਇਸ ਨੂੰ ਚਲਾਉਣ ਵਾਲਾ ਹੈ। ਅਤੇ ਬ੍ਰਹਮੰਡ ਨੂੰ ਕੌਣ ਚਲਾ ਸਕਦਾ ਹੈ? ਕੇਵਲ ਅਕਾਲ ਪੁਰਖ। ਇਸੇ ਲਈ ਪੂਰਨ ਬ੍ਰਹਮ ਗਿਆਨੀ ਨੂੰ ਪਰਮੇਸ਼ਰ ਕਿਹਾ ਗਿਆ ਹੈ। ਇਸੇ ਲਈ ਪੂਰਨ ਬ੍ਰਹਮ ਗਿਆਨੀ ਨੂੰ ਨਿਰੰਕਾਰ ਕਿਹਾ ਗਿਆ ਹੈ। ਇਸੇ ਲਈ ਪੂਰਨ ਬ੍ਰਹਮ ਗਿਆਨੀ ਨੂੰ ਪੂਰਨ ਪੁਰਖ ਵਿਧਾਤਾ ਕਿਹਾ ਗਿਆ ਹੈ। ਬ੍ਰਹਮ ਗਿਆਨੀ ਜਨਮ ਮਰਨ ਦੇ ਚੱਕਰ ਤੋਂ ਉੱਪਰ ਹੈ। ਉਹ ਸਦਾ ਜਿਉਂਦਾ ਹੈ ਅਤੇ ਉਸ ਦੀ ਹੋਂਦ ਸਦਾ ਰਹਿੰਦੀ ਹੈ। ਉਹ ਪੂਰਨ ਸੱਤ ਹੈ। ਉਹੀ ਇੱਕ ਹੈ ਜੋ ਮੁਕਤੀ ਦਾ ਮਾਰਗ ਦੱਸ ਸਕਦਾ ਹੈ ਅਤੇ ਉੱਚ ਰੂਹਾਨੀ ਅਵਸਥਾ ਦਾ ਦਾਤਾ ਹੈ। ਇਸ ਤੋਂ ਭਾਵ ਹੈ ਕਿ ਬ੍ਰਹਮ ਗਿਆਨੀ ਕੋਲ ਇੱਕ ਵਿਅਕਤੀ ਨੂੰ ਸਰਵ ਉੱਚ ਰੂਹਾਨੀ ਅਵਸਥਾ ਸੱਚਖੰਡ ਵਿੱਚ ਸਥਾਪਿਤ ਕਰਨ ਦੀ ਇਲਾਹੀ ਸ਼ਕਤੀ ਹੈ। ਕੇਵਲ ਪਰਮਾਤਮਾ ਆਪ ਇਸ ਤਰ੍ਹਾਂ ਕਰ ਸਕਦਾ ਹੈ। ਇਸ ਲਈ ਇਸ ਦਾ ਭਾਵ ਹੈ ਕਿ ਬ੍ਰਹਮ ਗਿਆਨੀ ਆਪ ਸਰਵ ਸ਼ਕਤੀਮਾਨ ਪਰਮੇਸ਼ਰ ਹੈ ਜੋ ਇੱਕ ਮਨੁੱਖ ਦੀ ਦੇਹ ਵਿੱਚ ਪ੍ਰਗਟ ਹੁੰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਮੁਕਤੀ ਦੀ ਜੁਗਤੀ ਦਾ ਦਾਤਾ ਹੈ। ਆਮ ਧਰਮ ਦੇ ਪ੍ਰਚਾਰਕ ਅਤੇ ਆਮ ਲੋਕਾਈ ਇਸ ਪੂਰਨ ਸੱਤ ਤੋਂ ਵਾਂਝੀ ਹੋਣ ਕਰਕੇ ਅਤੇ ਇਸ ਪੂਰਨ ਸੱਤ ਤੋਂ ਅਣਜਾਣ ਹੋਣ ਕਰਕੇ ਇਸ ਭਰਮ ਵਿੱਚ ਉਲਝੀ ਹੋਈ ਹੈ ਕਿ ਸੰਤ ਅਤੇ ਬ੍ਰਹਮ ਗਿਆਨੀ ਮਹਾਂਪੁਰਖ ਦੇਹਧਾਰੀ ਗੁਰੂ ਬਣ ਜਾਂਦੇ ਹਨ ਅਤੇ ਉਹਨਾਂ ਦੀ ਮਨਮਤ ਅਨੁਸਾਰ ਸਾਨੂੰ ਇੱਕ ਦੇਹਧਾਰੀ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਣਾ ਚਾਹੀਦਾ ਹੈ। ਧਰਮ ਦਾ ਐਸਾ ਪ੍ਰਚਾਰ ਗਲਤ ਕਰਨ ਵਾਲੇ ਪ੍ਰਚਾਰਕ ਪੂਰਨ ਸੱਤ ਤੋਂ ਅਣਜਾਣ ਹਨ ਅਤੇ ਉਹ ਲੋਕਾਈ ਨੂੰ ਗੁੰਮਰਾਹ ਕਰਨ ਦਾ ਦਰਗਾਹੀ ਪਾਪ ਕਰਦੇ ਹਨ। ਐਸਾ ਗਲਤ ਅਤੇ ਝੂਠਾ ਪ੍ਰਚਾਰ ਇਸ ਅਸ਼ਟਪਦੀ ਵਿੱਚ ਬਖਸ਼ੇ ਗਏ ਪੂਰਨ ਬ੍ਰਹਮ ਗਿਆਨ ਦੇ ਬਿਲਕੁਲ ਵਿਪਰੀਤ ਹੈ। ਇਹਨਾਂ ਪ੍ਰਚਾਰਕਾਂ ਨੂੰ ਇਸ ਪੂਰਨ ਬ੍ਰਹਮ ਗਿਆਨ ਨੂੰ ਸਮਝਣਾ ਬੇਅੰਤ ਜ਼ਰੂਰੀ ਹੈ ਕਿ ਦੇਹ ਹੀ ਤਾਂ ਮਾਇਆ ਹੈ, ਤਾਂ ਉਹ ਗੁਰੂ ਨਹੀਂ ਹੋ ਸਕਦੀ। ਗੁਰੂ ਕੇਵਲ ਪਰਮ ਜੋਤ ਪੂਰਨ ਪ੍ਰਕਾਸ਼ ਹੈ ਜੋ ਕਿ ਕੇਵਲ ਇੱਕ ਪੂਰਨ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਹੀ ਪ੍ਰਗਟ ਹੋ ਸਕਦੀ ਹੈ। ਇਸੇ ਲਈ ਇਸ ਧੁਰ ਕੀ ਬਾਣੀ ਵਿੱਚ ਪੂਰਨ ਬ੍ਰਹਮ ਗਿਆਨੀ ਨੂੰ ਪਰਮੇਸ਼ਰ, ਨਿਰੰਕਾਰ, ਪੂਰਨ ਪੁਰਖ ਵਿਧਾਤਾ ਦਾ ਦਰਜਾ ਦਿੱਤਾ ਗਿਆ ਹੈ। ਇਸੇ ਲਈ ਇਸ ਬਾਣੀ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਪੂਰਨ ਬ੍ਰਹਮ ਗਿਆਨੀ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਕਿਉਂਕਿ ਦੇਹੀ ਛੱਡਣ ਤੋਂ ਬਾਅਦ ਉਹ ਦਰਗਾਹ ਵਿੱਚ ਸਦਾ ਸਦਾ ਲਈ ਸਥਾਪਿਤ ਹੋ ਜਾਂਦਾ ਹੈ। ਇਲਾਹੀ ਦਰਗਾਹੀ ਸੱਤ ਹੈ। ਇਹ ਹੈ ਕਿ ਪ੍ਰਚਾਰ ਕਰਨ ਦਾ ਹੱਕ ਕੇਵਲ ਉਸ ਨੂੰ ਹੈ ਜਿਸ ਨੂੰ ਦਰਗਾਹੀ ਹੁਕਮ ਹੁੰਦਾ ਹੈ। ਸੇਵਾ ਕਰਨ ਦਾ ਅਤੇ ਐਸੀ ਬਖਸ਼ਿਸ਼ ਕੇਵਲ ਉਸ ਨੂੰ ਹੁੰਦੀ ਹੈ ਜਿਸ ਨੇ ਆਪ ਪੂਰਨ ਅਵਸਥਾ, ਅਟਲ ਅਵਸਥਾ, ਪਰਮ ਪਦਵੀ, ਪੂਰਨ ਬ੍ਰਹਮ ਗਿਆਨ, ਪੂਰਨ ਤਤ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਕਮਾਈ ਕਰਕੇ ਪ੍ਰਾਪਤੀ ਕੀਤੀ ਹੁੰਦੀ ਹੈ ਅਤੇ ਪਰਉਪਕਾਰ, ਮਹਾਪਰਉਪਕਾਰ ਸੇਵਾ ਕਰਨ ਦਾ ਦਰਗਾਹੀ ਹੁਕਮ ਪ੍ਰਾਪਤ ਕੀਤਾ ਹੁੰਦਾ ਹੈ। ਇਸ ਲਈ ਪ੍ਰਚਾਰ ਕਰਨ ਦਾ ਹੱਕ ਕੇਵਲ ਅਤੇ ਕੇਵਲ ਇੱਕ ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ, ਸਤਿਗੁਰ ਜਾਂ ਪੂਰਨ ਖਾਲਸੇ ਨੂੰ ਹੀ ਹੁੰਦਾ ਹੈ, ਹੋਰ ਕਿਸੇ ਨੂੰ ਨਹੀਂ। ਜੋ ਪ੍ਰਚਾਰ ਨੂੰ ਆਪਣਾ ਕਿੱਤਾ ਬਣਾ ਲੈਂਦੇ ਹਨ ਉਹਨਾਂ ਨੂੰ ਕੁਝ ਹਾਸਲ ਨਹੀਂ ਹੁੰਦਾ, ਬਲਕਿ ਐਸਾ ਕਰਕੇ ਗਲਤ ਪ੍ਰਚਾਰ ਦੇ ਹਾਮੀ ਬਣਾ ਕੇ ਆਪਣਾ ਨੁਕਸਾਨ ਕਰ ਬੈਠਦੇ ਹਨ ਅਤੇ ਧਰਮ ਦੇ ਨਾਂ 'ਤੇ ਪਾਪ ਕਮਾਉਂਦੇ ਹਨ। ਅੰਮ੍ਰਿਤਧਾਰੀ ਕੇਵਲ ਪੂਰਨ ਬ੍ਰਹਮ ਗਿਆਨੀ ਹੈ। ਅੰਮ੍ਰਿਤ ਦਾ ਦਾਤਾ ਕੇਵਲ ਪੂਰਨ ਸੰਤ ਹੈ। ਅੰਮ੍ਰਿਤ ਦਾ ਦਾਤਾ ਕੇਵਲ ਸਤਿਗੁਰੂ ਹੈ ਅਤੇ ਕੇਵਲ ਇੱਕ ਅੰਮ੍ਰਿਤਧਾਰੀ ਹੀ ਅੰਮ੍ਰਿਤ ਦੇ ਸਕਦਾ ਹੈ। ਜੋ ਮਨੁੱਖ ਅੰਮ੍ਰਿਤਧਾਰੀ ਨਾ ਹੋ ਕੇ ਅੰਮ੍ਰਿਤਧਾਰੀ ਹੋਣ ਦਾ ਕਿਰਦਾਰ ਕਰਦੇ ਹਨ ਅਤੇ ਅੰਮ੍ਰਿਤਧਾਰੀ ਕਹਾਉਂਦੇ ਹਨ ਅਤੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਦੱਸਦੇ ਹਨ ਅਤੇ ਸੰਗਤ ਨੂੰ ਅੰਮ੍ਰਿਤ ਛਕਾਉਣ ਦਾ ਕਿਰਦਾਰ ਕਰਦੇ ਹਨ, ਉਹ ਇਸ ਪੂਰਨ ਸੱਤ ਤੋਂ ਅਣਜਾਣ ਹਨ ਅਤੇ ਜੇਕਰ ਜਾਣਦੇ ਹੋਏ ਐਸਾ ਕਰਦੇ ਹਨ ਤਾਂ ਉਹ ਦਰਗਾਹੀ ਮੁਜਰਮ ਹਨ। ਬ੍ਰਹਮ ਗਿਆਨੀ ਸਭ ਅਨਾਥਾਂ ਦਾ ਪਿਤਾ ਹੈ। ਅਸੀਂ ਸਾਰੇ ਅਨਾਥ ਹਾਂ। ਉਹ ਜਿਹੜੀਆਂ ਸੁਹਾਗਣਾਂ ਨਹੀਂ ਹਨ ਅਨਾਥ ਬੰਨੀਆਂ ਜਾਂਦੀਆਂ ਹਨ। ਜਿਹੜੀ ਵੀ ਚੀਜ਼ ਅਸੀਂ ਦੇਖਦੇ ਹਾਂ ਉਸ ਮਾਲਕ ਬ੍ਰਹਮ ਗਿਆਨੀ ਹੈ ਅਤੇ ਉਹੀ ਸਭ ਚਲਾ ਰਿਹਾ ਹੈ। ਉਹ ਆਪ ਪਰਮਾਤਮਾ ਦੀ ਨਿਆਈ ਹੈ। ਕੇਵਲ ਇੱਕ ਬ੍ਰਹਮ ਗਿਆਨੀ ਦੀ ਬ੍ਰਹਮਤਾ ਅਤੇ ਰੂਹਾਨੀਅਤ ਨੂੰ ਜਾਣ ਸਕਦਾ ਹੈ। ਉਸ ਦੀਆਂ ਕਿਰਿਆਵਾਂ, ਪ੍ਰਤੀਕਿਰਿਆਵਾਂ ਨੂੰ ਜਾਣ ਸਕਦਾ ਹੈ, ਕਿਉਂਕਿ ਉਹ ਸਾਰੇ ਬ੍ਰਹਮੰਡ ਦਾ ਮਾਲਕ ਹੈ। ਜੋ ਮਨੁੱਖ ਪੂਰਨ ਬ੍ਰਹਮ ਗਿਆਨੀ ਦੇ ਚਰਨਾਂ 'ਤੇ ਆਪਣਾ ਤਨ, ਮਨ, ਧਨ ਅਰਪਣ ਕਰਦੇ ਹਨ, ਪੂਰਨ ਸਮਰਪਣ ਕਰਦੇ ਹਨ, ਉਹ ਸੁਹਾਗ ਅਤੇ ਸਦਾ ਸੁਹਾਗ ਦੇ ਗੁਰਪ੍ਰਸਾਦ ਦੀ ਪ੍ਰਾਪਤੀ ਸਹਿਜ ਹੀ ਕਰ ਲੈਂਦੇ ਹਨ। ਪੂਰਨ ਬ੍ਰਹਮ ਗਿਆਨੀ ਸੰਗਤ ਵਿੱਚ ਦਰਗਾਹ ਪ੍ਰਗਟ ਹੁੰਦੀ ਹੈ, ਜਿੱਥੇ ਸੁਹਾਗਣਾ
ਅਤੇ ਸਦਾ ਸੁਹਾਗਣਾ ਬਣਦੀਆਂ ਹਨ। ਇਸ ਲਈ ਪੂਰਨ ਬ੍ਰਹਮ ਗਿਆਨੀ ਅਕਾਲ ਪੁਰਖ ਦੀ ਸਭ ਤੋਂ ਸੁੰਦਰ ਮਹਿਮਾ ਹੈ। ਇਸ ਲਈ ਪੂਰਨ ਬ੍ਰਹਮ ਗਿਆਨੀ ਦੀ ਸੰਗਤ ਬੜੇ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਸਤਿਨਾਮ।